सतनाम वाहिगुरु साहिब जी। श्री नानक अंगद गुरु अमरदास परबंद रामदास अर्जन गुरु बार श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को वंदना सिर चरणन पर कार। एक अंकारा सतगुरु तेह प्रसाद वाहिगुरु जी की फतेह। विघ्न विनाशन सोए एक अंकारा सतगुरु तेह प्रसाद वाहिगुरु जी की फतेह। विघ्न विनाशन होए। सतनाम श्री वाहिगुरु साहिब जी। दोहरा संगत सब निश्चय तरह गुर की सरणी आए। या भुगत आगे मुगत मार्ग मद बताए। संगत सब निश्चय करे। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुगो जुग अटल चवर छतर तखत मालक। प्रगट गुरां की देह प्रताख हार। धन धन सतगुरु श्री गुरु ग्रंथ साहिब महाराज जी की परम पवित्र सत संगत हजूरी दे अंदर नावें पातशाह धर्म रखियक शहीद सतगुरु श्री गुरु तेग बहादुर साहिब महाराज जी दे महान पावन पवित्र भजन बंदगी अस्थान गुरुद्वारा श्री भोरा साहिब जी पातशाही नौवीं विखे अमावस के दिहाड़े पिछले पैर के समय के सजे हुए दीवाना के अंदर जुड़ मिल बैठ हाजरियां भर के गुरस्थाना के दर्शन दीदारे गुरस्थाना की यात्रा करके लाहा प्राप्त कर रहे गुरु प्यारे खालसा साध संगत जी। महाराज साहब जी ने अपार बख्शिश कृपालता की है जिसका सदका आपां महाराज के पावन स्थानां की यात्रा करन दा दर्शन दीदारे करन दा सुभाग समा प्राप्त हो रहा है। ये साडी सा कीती हुई यात्रा सफल हो जावे इस वास्ते महाराज साहब जी के परम पवित्र इतिहास साहिबां दे परम पवित्र गुरबाणी आप संतां सरवण कर रहे हो। अमृतमय बाणी के कीर्तन सरवण कीते ने। हुण गुर इतिहास की कथा विचार का समा होया है। चल रही लड़ीवार इतिहास की कथा जिदे अंदर साहिबे कमाल अमृत के दाते पंथ दे वाले गुरु गोबिंद सिंह महाराज तिन्हां सतगुरां दा पावन
ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਵੀ ਜਿਵੇਂ ਮਹਾਰਾਜ ਸਾਹਿਬ ਜੀ ਦੀ ਸੰਗਤ ਨੂੰ ਤੰਗ ਕਰਨ ਵਾਲਿਆਂ ਨੂੰ ਸਤਿਗੁਰੂ ਦੇ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ। ਫਿਰ ਜਿਸ ਪ੍ਰਕਾਰ ਦੇ ਨਾਲ ਤਿਉਹਾਰਾਂ ਦੇ ਸਮੇਂ ਜਿਹੜੀ ਕੋਈ ਅਸ਼ਲੀਲਤਾ ਕਰਦੇ ਸਨ ਉਹ ਤੋਂ ਮਹਾਰਾਜ ਨੇ ਵਰਜਿਆ ਵੀ ਤਿਉਹਾਰ ਦੇ ਸਮੇਂ ਨੂੰ ਤਿਉਹਾਰ ਦਾ ਸਮਾਂ ਜਾਣ ਕੇ ਰੱਬ ਦੇ ਨਾਲ ਜੁੜਨ ਦੇ ਲਈ ਯਤਨ ਕਰਨਾ ਚਾਹੀਦਾ, ਨਾ ਕਿ ਕੋਈ ਭੈੜੇ ਕਰਮ ਕਰਨੇ ਚਾਹੀਦੇ ਨੇ। ਫਿਰ ਮਹਾਰਾਜ ਸਾਹਿਬ ਕੋਲੋਂ ਕਥਾ ਕੀਰਤਨ ਦਾ ਮਹਾਤਮ ਆਪ ਜੀ ਨੇ ਸੁਣਿਆ। ਜਿਵੇਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸਿੱਖ, ਉਹਨੇ ਮਹਾਰਾਜ ਸਾਹਿਬ ਜੀ ਦੇ ਕੋਲ ਜਾ ਕੇ ਅਰਜ਼ ਕੀਤੀ ਵੀ ਰਾਗੀ ਸਿੰਘਾਂ ਨੇ ਕਸ਼ਟਪਦੀ ਰਹਿੰਦੀ ਸੀ, ਪੜ੍ਹ ਨਹੀਂ ਦਿੱਤੀ, ਇਹ ਕੀਰਤਨ ਸ਼ੁਰੂ ਕਰਤਾ। ਤਾਂ ਸਤਿਗੁਰਾਂ ਨੇ ਮਹਾਤਮ ਦੱਸਿਆ, ਗੁਰ ਸਿੱਖਾ ਜੋ ਤੂੰ ਪਾਠ ਕਰ ਰਿਹਾ ਸੀ ਇਹ ਇੱਦਾਂ ਹੈ ਵੀ ਜਿਵੇਂ ਕਿਸੇ ਨੂੰ ਛੋਲੇ ਚੱਬਣ ਵਾਸਤੇ ਦੇਣੇ, ਕੋਈ ਸੁੱਕਾ ਪਦਾਰਥ ਜਿਹੜਾ ਚੱਬ ਕੇ ਖਾਧਾ ਜਾਵੇ, ਉਹਦੇ ਨਾਲ ਤ੍ਰਿਪਤੀ ਥੋੜ੍ਹੀ ਹੁੰਦੀ ਹੈ, ਭੁੱਖ ਥੋੜ੍ਹੀ ਮਿਟਦੀ ਹੈ। ਜਿਹੜਾ ਸੰਗਤ ਦੇ ਵਿੱਚ ਆ ਕੇ ਕੀਰਤਨ ਕਰਨਾ ਹੈ, ਇਹ ਰਾਗੀ ਸਿੰਘਾਂ ਨੇ ਜੋ ਕੀਰਤਨ ਕੀਤਾ ਇਹ ਇੱਦਾਂ ਵੀ ਜਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਛਕਣ ਦੇ ਵਿੱਚ ਸੌਖਾ ਹੁੰਦਾ ਹੈ, ਸੌਖੇ ਛਕ ਕੇ ਤੇ ਬੰਦਾ ਰੱਜ ਜਾਂਦਾ। ਕਥਾ ਤੋਂ ਵੀ ਅੱਗੇ ਫਿਰ ਮਹਾਰਾਜ ਕਹਿੰਦੇ ਕੀਰਤਨ ਇਸ ਤਰ੍ਹਾਂ ਹੁੰਦਾ ਹੈ ਵੀ ਕੀਰਤਨ ਤੋਂ ਅੱਗੇ ਕਥਾ ਦੀ ਮਹਾਨਤਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਦੇ ਨਾਲ ਜਿਵੇਂ ਕੋਈ ਬਹੁਤ ਮਠਿਆਈਆਂ ਵੀ ਵਰਤੀ ਦੀਆਂ ਹੋਣ, ਕਹਿੰਦੇ ਵੀ ਇਹ ਕਥਾ ਦਾ ਮਹਾਤਮ ਹੈ। ਕੀਰਤਨ ਸੁਣ ਕੇ ਵੀ ਬਹੁਤ ਲਾਭ ਹੁੰਦਾ, ਪਰ ਕਥਾ ਸੁਣਨ ਦੇ ਨਾਲ ਕਹਿੰਦੇ ਵੀ ਹੋਰ ਵੀ ਜ਼ਿਆਦਾ ਮਹਾਤਮ ਲਾਭ ਪ੍ਰਾਪਤ ਹੁੰਦਾ ਹੈ। ਇਹ ਮਹਾਨਤਾ ਸਾਹਿਬਾਂ ਨੇ ਦੱਸੀ। ਇਸ ਤੋਂ ਅੱਗੇ ਆਓ ਸਾਧ ਸੰਗਤ, ਜਿਵੇਂ ਗੁਰੂ ਕਲਗੀਧਰ ਮਹਾਰਾਜ ਸਾਨੂੰ ਗੁਰਬਾਣੀ ਸ਼ੁੱਧ ਪੜ੍ਹਨ ਦਾ ਮਹਾਤਮ ਦੱਸ ਰਹੇ ਨੇ। ਜਿਵੇਂ 5 ਪ੍ਰਕਾਰ ਦੀ ਸਿੱਖੀ ਵੀ ਕਿਹੜੇ ਕਿਹੜੇ ਤਰ੍ਹਾਂ ਦੀ ਸਿੱਖੀ ਹੈ ਉਹ ਮਹਾਰਾਜ ਸਾਹਿਬ ਜੀ ਦੱਸਣਗੇ। ਇਹ ਸਾਖੀ ਸਰਵਣ ਕਰਨ ਦੇ ਵਾਸਤੇ ਇਕਾਗਰਤਾ ਬਖਸ਼ੀਏ। ਸਾਹਿਬਾਂ ਦੇ ਚਰਨ ਕਮਲਾਂ ਦਾ ਧਰੋ ਧਿਆਨ, ਰਸਨਾ ਕਰੋ ਪਵਿੱਤਰ ਰੱਖੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਗਤ ਸਭ ਨਿਸ਼ਚੈ ਕਰੈ। ਧੰਨ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਨੇ ਜਦੋਂ ਕਥਾ ਕੀਰਤਨ ਤੇ ਪਾਠ ਦਾ ਆਪੋ ਆਪਣਾ ਮਹਾਤਮ ਦੱਸਿਆ ਵੀ ਪਾਠ ਕਰਨ ਦਾ ਮਹਾਤਮ ਹੈ, ਜਿਹੜਾ ਆਪਣਾ ਨਿਤਨੇਮ ਕਰਨਾ ਉਹਦਾ ਵੀ ਮਹਾਤਮ ਹੈ। ਉਹ ਇੱਦਾਂ ਵੀ ਜਿਵੇਂ ਛੋਲੇ ਚੱਬ ਕੇ ਕੋਈ ਪਦਾਰਥ ਕਰਕੇ ਖਾਣਾ, ਉਹਨੀ ਜਿੰਨੀ ਕੁ ਭੁੱਖ ਮਿਟਦੀ ਹੈ ਉਹ ਪਾਠ ਕਰਨਾ ਹੈ। ਕੀਰਤਨ ਕਰਨਾ ਤੇ ਸੁਣਨਾ ਇੱਦਾਂ ਵੀ ਜਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਖੁੱਲੀ ਛਕ ਲੈਣੀ, ਤੇ ਕਥਾ ਸੁਣਨੀ ਇੱਦਾਂ ਵੀ ਕੜਾਹ ਪ੍ਰਸ਼ਾਦ ਦੇ ਨਾਲ ਚੰਗੀਆਂ ਚੰਗੀਆਂ ਮਠਿਆਈਆਂ ਮਿਲ ਜਾਣੀਆਂ, ਦੇਸੀ ਘਿਓ ਦੇ ਪਦਾਰਥ ਮਿਲ ਜਾਣੇ। ਇਸ ਤਰ੍ਹਾਂ ਦਾ ਮਹਾਤਮ ਕਲਗੀਧਰ ਸਾਹਿਬ ਜੀ ਦੇ ਮੁਖੋਂ ਜਦੋਂ ਸਿੱਖ ਸੰਗਤਾਂ ਨੇ ਸਰਵਣ ਕੀਤਾ, ਸੰਗਤ ਸਭ ਨਿਸ਼ਚੈ ਤਰੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਇਹਨਾਂ ਬਚਨਾਂ ਨੂੰ ਮੰਨਦਾ ਏ ਉਹ ਸਾਰੀਆਂ ਸੰਗਤਾਂ ਨਿਸ਼ਚੈ ਤਰਦੀਆਂ ਨੇ। ਜਾਂ ਕਵੀ ਜੀ ਆਪਣੇ ਵੱਲੋਂ ਮਹਾਤਮ ਦੱਸਦੇ ਵੀ ਗੁਰ ਸਿੱਖੋ ਉਹ ਸਭ ਸੰਗਤਾਂ ਨਿਸ਼ਚੈ ਕਰਕੇ ਤਰਦੀਆਂ ਹਨ। ਗੁਰ ਕੀ ਸ਼ਰਣੀ ਆਏ। ਜਿਹੜਾ ਸਿੱਖ ਗੁਰੂ ਦੀ ਸ਼ਰਨ ਦੇ ਵਿੱਚ ਚੱਲ ਕੇ ਆ ਗਿਆ, ਜਿਹੜਾ ਘਰੋਂ ਚੱਲ ਕੇ ਆਇਆ ਤੇ ਗੁਰੂ ਦੀ ਸ਼ਰਨ ਪੈ ਗਿਆ ਵੀ ਮਹਾਰਾਜ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਗੁਰੂ ਦੀ ਸ਼ਰਨ ਪੈ ਗਿਆ ਉਹ ਨਿਸ਼ਚੈ ਕਰਕੇ ਤਰੇਗਾ, ਉਹਦੀ ਨਿਸ਼ਚੈ ਕਰਕੇ ਕਲਿਆਣ ਹੋਵੇਗੀ। ਭੁਗਤ ਆਗੇ ਮੁਕਤ। ਹਾਂਜੀ ਫਿਰ ਪੜਿਓ। ਭੁਗਤ ਆਗੇ ਮੁਕਤ। ਪਾਤਸ਼ਾਹ ਜੀ ਕਹਿੰਦੇ ਵੀ ਇਹਾਂ ਭੁਗਤ ਆਗੇ ਮੁਕਤ। ਸ਼ਰਨ ਆਉਣ ਵਾਲੇ ਦਾ ਜਿਹੜਾ ਮਹਾਤਮ ਇਹ ਹੈ ਵੀ ਇਹ ਮਹਾਰਾਜ ਦੀ ਸ਼ਰਨ ਆਇਆ ਸਿੱਖ, ਇਹਾਂ ਭੁਗਤ। ਇੱਥੇ ਇਸ ਲੋਕ ਵਿੱਚ ਉਹਨੂੰ ਸਾਰੇ ਪਦਾਰਥ ਮਿਲ ਜਾਣਗੇ, ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ।
ਤੇ ਇਹ ਇੱਥੇ ਤਾਂ ਸੁੱਖ ਮਿਲੇਗਾ ਹੀ, ਅੱਗੇ ਪਰਲੋਕ ਦੇ ਵਿੱਚ ਮੁਕਤ ਹੋ ਜਾਵੇਗਾ। ਸਭ ਤਰ੍ਹਾਂ ਦੇ ਜੰਮਣ ਮਰਨ ਦੇ ਦੁੱਖ ਉਹਦੇ ਕੱਟੇ ਜਾਣਗੇ। ਮਾਰਗ ਬਦ ਬਤਾਏ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਮੁਕਤੀ ਦਾ ਰਸਤਾ ਹੈ, ਮਾਰਗ ਵੇਦ ਬਤਾਏ। ਵੇਦ ਨਾਮ ਹੈ ਗਿਆਨ ਦਾ। ਕਹਿੰਦੇ ਵੀ ਜੋ ਗਿਆਨਵਾਨ ਪੁਰਖ ਨੇ ਰੱਬ ਦੇ ਪਿਆਰੇ, ਉਹ ਇਹ ਰਸਤਾ ਦੱਸਦੇ ਨੇ ਵੀ ਜੋ ਗੁਰੂ ਦੀ ਸ਼ਰਨ ਆ ਕੇ ਪੈਣਾ ਹੈ, ਸ਼ਰਨ ਪੈਣ ਦੇ ਨਾਲ ਮੁਕਤੀ ਵੀ ਮਿਲਦੀ ਹੈ ਤੇ ਸੰਸਾਰ ਦੇ ਸੁੱਖ ਵੀ ਮਿਲਦੇ ਹਨ। ਚੌਪਾਈ ਦਇਆ ਸੇਵ ਮਨ ਕਹਿ ਪੇ ਮੋਨ। ਦਇਆ ਦੇ ਸਮੁੰਦਰ ਚਟਿਆ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਦਾਂ ਦਾ ਪਰਮ ਪਵਿੱਤਰ ਉਪਦੇਸ਼ ਦੇ ਕੇ ਸਤਿਗੁਰੂ ਸਾਹਿਬ ਜੀ ਚੁੱਪ ਹੋ ਗਏ, ਕੁਝ ਸਮੇਂ ਲਈ ਮੌਨ ਧਾਰ ਲਿਆ। ਸਿੱਖਨ ਸੁਣਿਓ ਆਤਮ ਸਰੋਵਰ। ਤੇ ਸਮੂਹ ਸਿੱਖਾਂ ਨੇ ਆਪਣੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਪਾਠ ਕਰਨ ਦਾ, ਕੀਰਤਨ ਕਰਨ ਦਾ ਤੇ ਕਥਾ ਦਾ ਜਿਹੜਾ ਮਹਾਤਮ ਗੁਰਾਂ ਨੇ ਕਿਹਾ, ਉਹ ਸਾਰਿਆਂ ਨੇ ਆਪਣੇ ਕੰਨਾਂ ਦੇ ਵਿੱਚ ਸੁਣ ਲਿਆ। ਹੋਏ ਆਨੰਦ ਦੇਖ ਮੁਖ ਇੰਦ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਮਹਾਤਮ ਦੱਸਿਆ, ਕਹਿਣ ਲੱਗੇ ਭਾਈ ਜਿਹੜਾ ਵੀ ਇਸ ਤਰ੍ਹਾਂ ਪਾਠ ਤੇ ਕੀਰਤਨ ਤੇ ਕਥਾ ਦੀ ਮਹਾਨਤਾ ਜਾਣੇਗਾ ਉਹ ਤਰ ਜਾਏਗਾ। ਭਏ ਆਨੰਦ ਦੇਖ ਮੁਖ ਇੰਦ। ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਚੰਦਰਮਾ ਵਰਗਾ ਮੁਖ ਵੇਖ ਕੇ ਜਿਹੜੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਉਹ ਕਹਿੰਦੇ ਆਨੰਦ ਦੇ ਸਹਿਤ ਹੋ ਗਏ ਸਾਰੇ। ਵੰਦਨ ਕਰੇ ਚਰਨ ਅਰਬਿੰਦ। ਝੁਕ ਝੁਕ ਕੇ ਕਮਲ ਵਰਗੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨ ਕਮਲਾਂ ਤੇ ਬੰਦਨਾ ਕਰਦੇ, ਨਮਸਕਾਰਾਂ ਕਰਦੇ, ਮੱਥਾ ਟੇਕਦੇ ਨੇ। ਮਹਾਰਾਜ ਤੁਸੀਂ ਧੰਨ ਹੋ, ਸਾਡੇ ਵਰਗਿਆਂ ਨੂੰ ਗੁਰੂ ਰੂਪ ਪ੍ਰਾਪਤ ਹੋਏ। ਏਕ ਦਿਵਸ ਸੋਭਾ ਸੁਰਪਤ ਜੈਸੇ। ਇਦਾਂ ਕੁਝ ਸਮਾਂ ਬਤੀਤ ਹੋਇਆ ਤੇ ਸਾਧ ਸੰਗਤ ਜੀ 100 ਸਾਖੀ ਦੇ ਵਿੱਚ ਜੋ ਸਾਖੀਆਂ ਆਉਂਦੀਆਂ ਨੇ ਨਾ, ਉਹਨਾਂ ਸਾਖੀਆਂ ਦਾ ਉਲੱਥਾ ਕਰਕੇ ਕਵੀ ਜੀ ਨੇ ਇੱਥੇ ਆਪਾਂ ਨੂੰ ਦੱਸਿਆ। ਆ ਹੁਣ ਅੱਗੇ ਜੋ 12ਵੀਂ ਸਾਖੀ ਹੈ ਨਾ, 100 ਸਾਖੀ ਦੇ ਵਿੱਚ ਆਉਂਦੀ, ਉਹ ਸਾਖੀ ਦਾ ਇੱਥੇ ਉਲੱਥਾ ਕਰਕੇ ਕਵੀ ਜੀ ਸਾਡੇ ਭਲੇ ਵਾਸਤੇ ਦੱਸਦੇ ਨੇ। ਕਹਿੰਦੇ ਇੱਕ ਦਿਨ ਦੀ ਗੱਲ ਹੈ ਵੀ ਜਿਵੇਂ ਇੰਦਰ ਦੀ ਸਭਾ ਲੱਗੀ ਹੁੰਦੀ ਹੈ, ਉਹਦੀ ਬੜੀ ਸ਼ੋਭਾ ਕਹੀ ਹੈ। ਜਦੋਂ ਇੰਦਰ ਦਾ ਦੀਵਾਨ ਸਜਦਾ ਇਹ ਤਾਂ ਦੱਸਦੇ ਨੇ ਵੀ ਬਹੁਤ ਸੋਹਣਾ ਹੁੰਦਾ, ਪਰ ਕਲਗੀਧਰ ਮਹਾਰਾਜ ਸਾਹਿਬ ਦੇ ਦੀਵਾਨ ਦੇ ਨਾਲੋਂ ਇਹਦੀ ਸ਼ੋਭਾ ਫਿੱਕੀ ਹੈ। ਇੰਦਰ ਦੀ ਸਭਾ ਨੂੰ ਵੀ ਮਾਤ ਪਾਉਣ ਵਾਲੇ ਇੰਦਰ ਆਦਿਕ ਕਰੋੜਾਂ ਵੀ ਜਿਸ ਗੁਰੂ ਕਲਗੀਧਰ ਮਹਾਰਾਜ ਦੀ ਵਡਿਆਈ ਦੇ ਸਾਹਮਣੇ ਫਿੱਕੇ ਪੈਂਦੇ ਹਨ। ਇਸ ਤਰ੍ਹਾਂ ਮਹਾਰਾਜ ਬਰਾਜ ਰਹੇ ਨੇ। ਸਹਿਜ ਸੁਭਾਏ ਸਤਿਗੁਰੂ ਬੈਸੇ। ਸਹਿਜ ਸੁਭਾਅ ਮਹਾਰਾਜ ਬੈਠੇ ਨੇ। ਗੁਰੂ ਕੇ ਜਿਹੜੇ ਸਿੱਖ ਹਨ ਇਹ ਸਭ ਦੇਵਤਿਆਂ ਦੇ ਸਮਾਨ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸ਼ੋਭਾ ਜਿਹੜੀ ਹੈ ਇੰਦਰ ਦੀ ਸ਼ੋਭਾ ਨੂੰ ਫਿੱਕੀ ਪਾਉਂਦੀ ਹੈ ਤੇ ਸੁਤੇ ਸੇ ਦੀਵਾਨ ਵਿੱਚ ਬੈਠੇ ਹੋਏ ਸਨ। ਪਾਠ ਕਰੇ ਸਿੱਖ ਓੰਕਾਰ। ਇੱਕ ਮਹਾਰਾਜ ਦਾ ਸਿੱਖ ਓੰਕਾਰ ਬਾਣੀ ਦਾ ਪਾਠ ਕਰ ਰਿਹਾ ਸੀ। ਥੋੜੀ ਦੂਰੀ ਤੇ ਉਹਦੀ ਆਵਾਜ਼ ਕਲਗੀਧਰ ਸਾਹਿਬ ਦੇ ਕੰਨੀ ਪੈ ਰਹੀ ਸੀ। ਓੰਕਾਰ ਬਾਣੀ ਦਾ ਨਾਮ ਹੈ, ਜਿਹਨੂੰ ਆਪਾਂ ਦੱਖਣੀ ਓੰਕਾਰ ਵੀ ਕਹਿ ਦਿੰਦੇ ਆ, ਪਰ ਬਾਣੀ ਦਾ ਨਾਮ ਓੰਕਾਰ ਹੈ। ਤੇ ਦੱਖਣ ਦੇ ਇਲਾਕੇ ਜਾਂ ਦੱਖਣ ਦੀ ਸੰਗਤ ਨੂੰ ਜਾਂ ਦੱਖਣੀ ਜਾਤੀ ਵਿੱਚ ਮਹਾਰਾਜ ਨੇ ਉਚਾਰੀ ਹੋਣ ਕਰਕੇ ਉਹਨੂੰ ਦੱਖਣੀ ਓੰਕਾਰ ਕਹਿ ਦਿੰਦੇ। ਤੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਦਾ ਗੁਰਸਿੱਖ ਪਾਠ ਕਰ ਰਿਹਾ ਸੀ। ਵਿਪਰ ਅਰਥ ਅਜਾਨ ਉਚਾਰਾ। ਪਰ ਪਾਠ ਕਰਦਿਆਂ ਉਹਨੇ ਗੁਰਬਾਣੀ ਦੀ ਪੰਕਤੀ ਦੇ ਵਿੱਚ ਇੱਕ ਲਗ ਮਾਤਰ ਦਾ ਫਰਕ ਪਾਇਆ। ਇੱਕ ਲਗ ਮਾਤਰ ਹੀ ਗਲਤ ਪੜੀ, ਜਿਸ ਕਰਕੇ ਜੋ ਗੁਰਬਾਣੀ ਦਾ ਅਰਥ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ ਹੈ ਬਾਣੀ ਦੇ ਵਿੱਚ, ਉਹਦੇ ਬਿਲਕੁਲ ਹੀ ਕਹਿੰਦੇ ਵੀ ਜਿਹਦਾ ਅਰਥ ਬਣਦਾ ਇਸ ਤਰ੍ਹਾਂ ਉਹਨੇ ਬਾਣੀ ਦੀ ਤੁਕ ਪੜ੍ਹ ਦਿੱਤੀ ਵੀ ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ। ਪਾਠ ਕਹਿ ਜਾਣੇ ਗੁਰਸੂਰਾ ਸੀ, ਉਹਦੇ ਅਰਥ ਅੱਗੇ ਆ ਜਾਣਗੇ, ਪਰ ਉਹਨੇ ਪੜ੍ਹ ਦਿੱਤਾ ਵੀ ਕੇ ਜਾਣੇ ਗੁਰਸੂਰਾ। ਬਿਲਕੁਲ ਅਰਥ ਦਾ ਅਨਰਥ ਕਰ ਦਿੱਤਾ। ਸੁਨ ਸੁਜਾਨ ਗੁਰਬਾਤ ਅਲਾਏ। ਕਲਗੀਧਰ ਮਹਾਰਾਜ ਦੇ ਜਦੋਂ ਕੰਨੀ ਆਵਾਜ਼ ਪਈ ਤਾਂ ਸੁਣ ਕੇ ਨੇੜੇ ਦੇ ਸਿੱਖਾਂ ਨੂੰ ਮਹਾਰਾਜ ਜੀ ਕਹਿਣ ਲੱਗੇ, ਇਸ ਕੇ ਹੱਥੋਂ ਲਸ਼ਟਕਾ ਜਾਏ। ਨੇੜੇ ਦੇ ਸਿੱਖਾਂ ਨੂੰ ਕਹਿੰਦੇ ਭਾਈ ਉਹ ਜਿਹੜਾ ਸਿੱਖ ਪਾਠ ਕਰ ਰਿਹਾ ਨਾ, ਜਾਓ ਕਹਿੰਦੇ ਵੀ ਉਹਦੇ ਜਾ ਕਰਕੇ ਤੇ ਲਸ਼ਟਕਾ ਕੀ ਸੋਡੀਆਂ ਮਾਰੋ।
ਕਈਆਂ ਨੇ ਚਪੇੜ ਲਿਖੀ ਆ। ਭਾਵ ਇਹੀ ਆ ਵੀ ਤਾੜ ਨਾ ਕਰੋ, ਮਹਾਰਾਜ ਕਹਿੰਦੇ ਜਾ ਕੇ ਢਿੜਗੈ ਕਰ ਤਾੜੋ ਲੈ ਜਾਵੋ। ਪਾਤਸ਼ਾਹ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਫੜ ਕੇ ਬਾਹੋਂ ਤੇ ਉਹ ਸਾਡੇ ਤੋਂ ਦੂਰ ਲੈ ਜਾਓ, ਉੱਥੇ ਜਾ ਕੇ ਚੰਗੀ ਉਹਨੂੰ ਤਾੜ ਨਾ ਕਰੋ। ਹਮ ਤੇ ਦੂਰ ਜਾਏ ਬੈਠਾਵੋ। ਸਾਡੇ ਨੇੜੇ ਨਾ ਬੈਠੇ, ਸਾਡੇ ਤੋਂ ਦੂਰ ਜਾ ਕਰਕੇ ਪਾਤਸ਼ਾਹ ਜੀ ਕਹਿੰਦੇ ਵੀ ਬਿਠਾ ਦਿਓ ਇਸ ਨੂੰ। ਸਿੱਖ ਤਾਏ ਲਟਕਾਤ ਕਰ। ਮਹਾਰਾਜ ਦੇ ਕਹਿਣ ਦੀ ਦੇਰ ਹੀ ਸੀ ਵੀ ਉਹ ਜਿਹੜਾ ਸਿੱਖ ਪਾਠ ਕਰ ਰਿਹਾ ਵੀ ਉਹਦੇ ਜਾ ਕੇ ਸੋਟੀ ਮਾਰੋ ਜਾਂ ਚਪੇੜ ਮਾਰੋ ਵੀ ਲਿਖਿਆ। ਬਸ ਫੇਰ ਕੀ ਸੀ, ਕਿਉਂਕਿ ਗੁਰੂ ਦਾ ਬਚਨ ਵੀ ਅਸੀਂ ਆਪਣੇ ਹਿਸਾਬ ਨਾਲ ਮੰਨਦੇ ਆ ਨਾ, ਵੀ ਜੇ ਤਾਂ ਮਹਾਰਾਜ ਕਹਿਣ ਵੀ ਆਹ ਸੇਵਾ ਕਰੋ, ਆਹ ਨਿਤਨੇਮ ਕਰੋ, ਫੇਰ ਕੋਈ ਨਹੀਂ ਮੰਨਦਾ। ਤੇ ਉਦੋਂ ਸਾਰੇ ਹੀ ਬਚਨ ਮੰਨਣ ਵਾਲੇ ਬਣ ਜਾਂਦੇ। ਫਿਰ 2-3 ਜਾਣੇ ਭੱਜੇ ਗਏ, ਮਹਾਰਾਜ ਦਾ ਹੁਕਮ ਹੈ ਵੀ ਇਹਦੇ ਸੋਟੀਆਂ ਮਾਰਨੀਆਂ ਹਨ। ਤਰਜਤ ਦੂਰ ਮਿਠਾਇਓ ਦ੍ਰਿੜਤਾ। ਉਸ ਵੇਲੇ ਜਾ ਕੇ ਉਹਨੂੰ ਕਹਿੰਦੇ ਉਸ ਕਾ ਉੱਠ, ਇੱਥੇ ਬਾਹੋਂ ਫੜ ਕੇ ਉਹਨੂੰ ਤਰਜਦਿਆਂ 1-2 ਦੇ ਲਾਠੀਆਂ ਮਾਰ ਦਿੱਤੀਆਂ, 1-2 ਮੁੱਕੀਆਂ ਧੱਫੇ ਜੇ ਮਾਰ ਕੇ ਤੇ ਪਰੇ ਦੂਰ ਕਰਕੇ ਬਿਠਾਤਾ। ਕਹਿੰਦੇ ਇੱਥੇ ਬਹਿ, ਮਹਾਰਾਜ ਸਾਹਿਬ ਦੇ ਨੇੜੇ ਨਾ ਆਵੇਂ। ਸੰਗਤ ਬਿਲੋਕ ਬਿਸਮਾਈ। ਪਰ ਜਿਹੜੀਆਂ ਸੰਗਤਾਂ ਮਹਾਰਾਜ ਦੀ ਹਜ਼ੂਰੀ 'ਚ ਬੈਠੀਆਂ ਸਨ, ਉਹ ਇਹ ਸਭ ਕੁਝ ਵੇਖ ਕੇ ਬੜੀਆਂ ਅਚਰਜ ਹੋ ਗਈਆਂ, ਕਿਉਂਕਿ ਮਹਾਰਾਜ ਨੇ ਅਜੀ ਭੇਦ ਨਹੀਂ ਨਾ ਦੱਸਿਆ ਵੀ ਉਹਨੂੰ ਤਾੜਨਾ ਕਾਹਤੋਂ ਕਰਾਈ ਹੈ, ਜਾਂ ਜੇ ਕੋਈ ਸੋਟੀਆਂ ਵੱਜੀਆਂ ਨੇ ਵੀ ਉਹਨੂੰ ਸੋਟੀਆਂ ਦੀ ਮਾਰ ਜਾਂ ਚਪੇੜਾਂ ਦੀ ਮਾਰ ਕਾਹਤੋਂ ਪਈ ਆ ਸਿੱਖ ਨੂੰ। ਇਹ ਮਹਾਰਾਜ ਸਾਹਿਬ ਨੇ ਜਦੋਂ ਹੁਕਮ ਕੀਤਾ ਵੀ ਉਹ ਸਿੱਖ ਦੇ ਮਾਰ ਕਰੋ ਤੇ ਉਹਨੂੰ ਸਾਡੇ ਤੋਂ ਦੂਰ ਜਾ ਕੇ ਬਿਠਾ ਦਿਓ। ਇਹ ਚੀਜ਼ ਵੇਖ ਕੇ ਜਿਹੜੇ ਕਲਗੀਧਰ ਸਾਹਿਬ ਦੇ ਸਿੱਖ ਹਜ਼ੂਰੀ 'ਚ ਬੈਠੇ ਸਨ ਬੜੇ ਹੈਰਾਨ ਹੋ ਗਏ। ਕਰੀ ਗੁਰ ਲਖੀ ਨਾ ਜਾਈ। ਕਹਿੰਦੇ ਵੀ ਮਹਾਰਾਜ ਸਾਹਿਬ ਨੇ ਇਹ ਕੀ ਕੌਤਕ ਕੀਤਾ ਹੈ ਵੀ ਇੱਕ ਸਿੱਖ ਪਾਠ ਕਰ ਰਿਹਾ ਹੈ, ਇਹਦੇ ਪਾਠ ਕਰਦੇ ਦੇ ਮਾਰ ਕਰਾ ਦਿੱਤੀ ਹੈ। ਇਹ ਗੱਲ ਕਹਿੰਦੇ ਵੀ ਲਖੀ ਨਹੀਂ ਜਾਣੀ, ਇਹ ਗੱਲ ਲਖੀ ਸਮਝੀ ਨਹੀਂ ਪੈਂਦੀ ਸਾਡੇ ਵੀ ਇਹ ਕੀ ਕਾਰਨ ਹੈ ਵੀ ਬਾਣੀ ਪੜ੍ਹਦੇ ਨੂੰ ਮਹਾਰਾਜ ਸਾਹਿਬ ਜੀ ਨੇ ਕੁੱਟਣ ਵਾਸਤੇ ਕਿਉਂ ਕਿਹਾ। ਮਿਲ ਸਿੱਖਨ ਅਰਦਾਸ ਬਖਾਨੀ। ਉਸ ਵੇਲੇ ਜਿਹੜੇ ਸਿੱਖਾਂ ਦੇ ਮਨ ਦੇ ਵਿੱਚ ਸ਼ੰਕਾ ਆਇਆ ਸੀ, ਉਹਨਾਂ ਨੇ ਇਕੱਠੇ ਹੋ ਕੇ ਵੀ ਸ਼ੰਕਾ ਦੂਰ ਕਰ ਲੈਣਾ ਚਾਹੀਦਾ ਹੈ। ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਸਨਮੁਖ ਅਰਦਾਸ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਗੁਣ ਖਾਨੀ। ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਹੇ ਚਿੱਟਿਆਂ ਬਾਜਾਂ ਵਾਲੇ, ਹੇ ਗੁਣਾਂ ਦੀ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਿੱਖ ਰਾਵਰ ਕਿਉਂ ਮਰਵਾਇਓ। ਇੱਕ ਮਹਾਰਾਜ ਸਾਡੇ ਮਨ ਦੇ ਵਿੱਚ ਸ਼ੰਕਾ ਉੱਠਿਆ ਹੈ। ਸਾਹਿਬ ਕਹਿੰਦੇ ਵੀ ਗੁਰਸਿੱਖ ਦੇ ਮਨ 'ਚ ਸ਼ੰਕਾ ਤੇ ਹੋਣਾ ਨਹੀਂ ਚਾਹੀਦਾ, ਜੇ ਕੋਈ ਹੋਵੇ ਤਾਂ ਆਪਣੇ ਗੁਰੂ ਨੂੰ ਪੁੱਛ ਲੈਣਾ ਚਾਹੀਦਾ। ਕਹਿੰਦੇ ਵੀ ਕੀ ਸ਼ੰਕਾ ਹੈ। ਕਹਿਣ ਲੱਗੇ, ਮਹਾਰਾਜ ਜੀ ਆ ਜਿਹੜਾ ਸਿੱਖ ਬਾਣੀ ਪੜ੍ਹ ਰਿਹਾ ਸੀ, ਇਹ ਮਨ ਵਿੱਚ ਸਾਡੇ ਸਵਾਲ ਹੈ ਵੀ ਤੁਸੀਂ ਇਹਨੂੰ ਪਾਠ ਕਰਦੇ ਨੂੰ ਕਿਉਂ ਮਰਵਾਇਆ, ਸਿੱਖਾਂ ਦੇ ਕੋਲੋਂ ਮਾਰ ਕਿਉਂ ਪਵਾਈ ਆ। ਬਾਣੀ ਪੜ੍ਹਨਾ ਵਿਖੇ ਮਨ ਲਾਇਓ। ਇਹਨੇ ਤਾਂ ਮਹਾਰਾਜ ਬਾਣੀ ਪੜ੍ਹਨ ਦੇ ਵਿੱਚ ਆਪਣਾ ਮਨ ਲਾਇਆ ਹੋਇਆ ਸੀ, ਦਿਲ ਦੀ ਭਾਵਨਾ ਦੇ ਨਾਲ, ਪਿਆਰ ਦੇ ਨਾਲ, ਕਿੰਨੀ ਸੋਹਣੀ ਆਵਾਜ਼ ਦੇ ਵਿੱਚ ਪਾਠ ਕਰ ਰਿਹਾ ਸੀ। ਜਗ ਗੁਰ ਗੁਣ ਖਾਨੀ। ਇਹ ਸਿੱਖਾਂ ਦਾ ਸਵਾਲ ਸੁਣ ਕੇ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਦੁਖ ਭੀਜੋ ਪੜੈ ਗੁਰ ਬਾਣੀ। ਕਹਿਓ ਹੈ ਜਗ ਗੁਰ ਗੁਣ ਖਾਨੀ। ਇਹ ਸੱਚੇ ਪਾਤਸ਼ਾਹ ਜਿਹੜੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਣਾਂ ਦੀ ਖਾਨ ਹੋਏ ਨੇ ਨਾ, ਉਹਨਾਂ ਨੇ ਇਹ ਬਚਨ ਕਿਹਾ ਹੈ, ਉਹਨਾਂ ਨੇ ਇਹ ਮਹਾਰਾਜ ਆਪਣੀ ਬਾਣੀ 'ਚ ਉਪਦੇਸ਼ ਦਿੱਤਾ ਵੀ ਇੱਕ ਤੁਕ ਭੀਜੋ ਪੜ੍ਹੈ ਗੁਰ ਬਾਣੀ। ਵੀ ਜਿਹੜਾ ਕੋਈ ਗੁਰੂ ਦਾ ਸਿੱਖ ਗੁਰਬਾਣੀ ਦੀ ਇੱਕ ਤੁਕ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਪੜ੍ਹ ਲੈਂਦਾ ਹੈ, ਜਗ ਤੇ ਦਿਸ ਕੋ ਹੋਏ ਉਧਾਰ। ਉਹਦਾ ਮਹਾਰਾਜ ਸਾਹਿਬ ਜੀ ਸੰਸਾਰ ਦੇ ਵਿੱਚੋਂ ਉਧਾਰ ਹੋ ਜਾਂਦਾ ਹੈ, ਉਹ ਸੰਸਾਰ ਤੋਂ ਤਰ ਜਾਂਦਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਅੱਖਰ ਮਹਾਰਾਜ ਕਹਿੰਦੇ ਵੀ ਜਿਹੜਾ ਗੁਰੂ ਦਾ ਸਿੱਖ ਪੜ੍ਹ ਲੈਂਦਾ ਮਨ ਕਰਕੇ, ਉਹ ਇੱਕ ਤੁਕ ਪੜ੍ਹਨ ਵਾਲੇ ਦਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਉਧਾਰ ਹੋ ਜਾਂਦਾ ਹੈ। ਸਿੱਖ ਪੜ੍ਹ ਤੋ ਓੰਕਾਰ। ਤੇ ਸਾਡੇ ਮਨ ਦਾ ਮਹਾਰਾਜ ਜੀ ਸਵਾਲ ਇਹ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਤਾਂ ਕਹਿੰਦੇ ਨੇ ਵੀ ਗੁਰਬਾਣੀ ਦੀ ਜਿਹੜਾ ਇੱਕ ਤੁਕ ਵੀ ਸਿੱਖ ਪੜ੍ਹੇ ਉਹ ਮੁਕਤ ਹੋ ਜਾਂਦਾ,
ਪਰ ਆ ਜਿਹੜਾ ਸਿੱਖ ਤੁਹਾਡੇ ਲਾਗੇ ਮਹਾਰਾਜ ਬੈਠਾ ਸੀ ਥੋੜੀ ਦੂਰੀ ਤੇ, ਇਹ ਗੁਰੂ ਕਾ ਸਿੱਖ ਤਾਂ ਇੱਕ ਤੁਕ ਛੱਡ ਕੇ ਸਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਓੰਕਾਰ ਦਾ ਹੀ ਭਾਵਨਾ ਨਾਲ ਪਾਠ ਕਰ ਰਿਹਾ ਸੀ। ਇਸ ਬਾਰ ਮਾਰ ਲਾਠੀਆਂ ਨ ਖਾਈ। ਪਰ ਮਹਾਰਾਜ ਜੀ ਉਹ ਵੇਖੋ, ਉਹ ਤਾਂ ਬਾਣੀ ਪੜ੍ਹ ਰਿਹਾ ਸੀ ਤੇ ਉਹਨੂੰ ਤਾਂ ਤੁਸੀਂ ਲਾਠੀਆਂ ਦੀ ਮਾਰ ਪਾਈ ਹੈ। ਇਦਾਂ ਲਿਖਿਆ ਆਉਂਦਾ ਵੀ ਇੱਕ ਸੋਟਾ ਮਾਰਿਆ ਜਾ ਕੇ ਜਾਂ ਇੱਕ ਚਪੇੜ ਮਾਰੀ, ਭਾਵ ਦੋਵੇਂ ਅਰਥਾਂ ਦੇ ਵਿੱਚ ਵੀ ਉਹਨੂੰ ਤਾੜਨਾ ਹੋਈ ਆ। ਤਾੜਨਾ ਉਹਨੂੰ ਕਰਕੇ ਉਹਦੇ ਬਹਾਨੇ ਕਈਆਂ ਦਾ ਉਧਾਰ ਜੋ ਕਰਨਾ ਸੀ ਨਾ ਮਹਾਰਾਜ ਨੇ। ਇਹ ਕਈ ਗੱਲਾਂ ਹੁੰਦੀਆਂ ਵੀ ਉਹਨੂੰ ਬਹਾਨਾ ਬਣਾ ਕੇ ਸਾਹਿਬ ਜਗਤ ਦੀ ਕਲਿਆਣ ਕਰਦੇ ਨੇ। ਤੇ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਕਿੱਥੇ ਇੱਕ ਤੁਕ ਪੜਨ ਵਾਲਾ ਮੁਕਤ ਹੋ ਜਾਂਦਾ। ਇਹ ਸਿੱਖ ਸਾਰੀ ਬਾਣੀ ਦਾ ਪਾਠ ਕਰ ਰਿਹਾ ਸੀ, ਇਹਨੂੰ ਇੱਥੇ ਤੁਹਾਡੀ ਹਜ਼ੂਰੀ ਵਿੱਚ ਕੁੱਟ ਪੈ ਗਈ ਆ। ਸਾਡਾ ਸ਼ੰਕਾ ਹੈ ਮਹਾਰਾਜ, ਜੇ ਬਾਣੀ ਪੜ੍ਹਦੇ ਇੱਥੇ ਹੀ ਕੁੱਟ ਪੈਣੀ ਆ ਤੇ ਅੱਗੇ ਕਿਵੇਂ ਉਧਾਰ ਹੋਵੇਗਾ ਇਹਦਾ ਜਾ ਕੇ। ਵੀ ਇਦਾਂ ਦੇ ਫਿਰ ਜੇ ਇਸ ਬਾਣੀ ਪੜ੍ਹਦੇ ਇੱਥੇ ਜਿਵੇਂ ਇਹਦੀ ਮਾਰ ਪਈ ਇਹਨੂੰ, ਤਾਂ ਇੱਥੇ ਬਾਣੀ ਪੜ੍ਹਨ ਕਰਕੇ ਮਾਰ ਪੈ ਗਈ ਤੇ ਪਰਲੋਕ ਵਿੱਚ ਕਿਵੇਂ ਫਿਰ ਬਾਣੀ ਪੜ੍ਹ ਕੇ ਦੱਸੋ ਉਧਾਰ ਹੋਵੇਗਾ, ਕਿਵੇਂ ਮੁਕਤੀ ਹੋਵੇਗੀ। ਮੁਖ ਤੇ ਮੁਸਕਾਏ ਬਖਾਨੀ। ਹਾਂ, ਇਸ ਕਰਕੇ ਹੈ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਸਾਡੇ ਇਹ ਸ਼ੰਕੇ ਨੂੰ ਨਿਵਰਤ ਕਰੋ। ਜਦੋਂ ਸਿੱਖਾਂ ਨੇ ਇਦਾਂ ਬੇਨਤੀ ਕੀਤੀ ਤਾਂ ਸ੍ਰੀ ਮੁਖ ਤੇ ਮੁਸਕਾਏ ਬਖਾਨੇ। ਕਲਗੀਧਰ ਮਹਾਰਾਜ ਇਹਨਾਂ ਸਿੱਖਾਂ ਦਾ ਸਵਾਲ ਸੁਣ ਕੇ ਮੁਸਕਰਾਏ ਨੇ। ਉਹਦਾ ਕਾਰਨ ਇਹ ਹੈ ਵੀ ਸਾਨੂੰ ਕੀ ਹੈ ਵੀ ਬਹੁਤੇ ਲੋਕਾਂ ਨੂੰ ਤਾਂ ਕੇਵਲ ਇੰਨਾ ਹੀ ਪਤਾ ਹੁੰਦਾ, ਕਹਿੰਦੇ ਵੀ ਆਵਾਜ਼ ਬੜੀ ਸੋਹਣੀ ਹੈ, ਵੀ ਬੜੀ ਸੋਹਣੀ ਲੈ ਵਿੱਚ ਪਾਠ ਕਰ ਰਿਹਾ। ਆਵਾਜ਼ ਤੇ ਲੈ ਜਿਹੜੀ ਹੈ ਉਹ ਇੰਨੀ ਮਹੱਤਵਤਾ ਨਹੀਂ ਰੱਖਦੀ ਜਿੰਨਾ ਬਾਣੀ ਦਾ ਸ਼ੁੱਧ ਪਾਠ ਕਰਨਾ ਮਹੱਤਵਤਾ ਰੱਖਦਾ ਏ। ਸੋ ਸਤਿਗੁਰੂ ਮਹਾਰਾਜ ਇਹਨਾਂ ਦਾ ਦੁੱਖ, ਇਹਨਾਂ ਦਾ ਸ਼ੰਕਾ ਨਿਵਰਤ ਕਰਨ ਦੇ ਲਈ ਕਹਿਣ ਲੱਗੇ। ਅਰਥ ਖੋਜੇ ਨ ਪਠੀ ਨ ਮਾਨੀ। ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਇਹਨੂੰ ਮਾਰ ਤਾਂ ਪਈ ਹੈ ਵੀ ਇਹ ਬਾਣੀ ਤੇ ਪੜ੍ਹਦਾ ਸੀ, ਪਰ ਇਹਨੇ ਬਾਣੀ ਦੇ ਅਰਥਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਪਾਠ ਕਰਦਿਆਂ ਹੋਇਆ ਇਸ ਨੇ ਬਾਣੀ ਦੇ ਅਰਥਾਂ ਵੱਲ ਨਹੀਂ ਵੇਖਿਆ ਵੀ ਜਿੱਦਾਂ ਮੈਂ ਪੜ੍ਹਦੇ ਆ ਵੀ ਇਹਦੇ ਅਰਥ ਕੀ ਬਣਦੇ ਹਨ। ਸਾਹਿਬ ਕਹਿੰਦੇ ਜਾਓ ਸਾਡੇ ਕੋਲ ਉਹ ਸਿੱਖ ਨੂੰ ਲੈ ਕੇ ਆਓ ਜਿਹਨੂੰ ਮਾਰ ਪਈ ਹੈ। ਤੁਹਾਨੂੰ ਸਾਹਮਣੇ ਹੀ ਇੱਕ ਵਾਰ ਉਹਦੇ ਕੋਲੋਂ ਪੜ੍ਹਾ ਕੇ ਕੌਤਕ ਕਰਕੇ ਫਿਰ ਸਮਝਾਉਂਦੇ ਹਾਂ। ਸਰਬ ਤੁਮ ਜਥਾ ਉਚਾਰੋ। ਉਹ ਸਿੱਖ ਆ ਗਿਆ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਉਹਨੂੰ। ਜਦੋਂ ਮਹਾਰਾਜ ਦੇ ਹਜ਼ੂਰ ਆਇਆ ਤੇ ਕਲਗੀਧਰ ਸਾਹਿਬ ਜੀ ਕਹਿਣ ਲੱਗੇ, ਗੁਰੂ ਸਿੱਖਾ ਸੁਣੋ, ਸਰਬ ਤੁਮ ਜਥਾ ਉਚਾਰੋ। ਵੀ ਜਿਵੇਂ ਤੁਸੀਂ ਕਿਹਾ ਹੈ ਨਾ ਵੀ ਇਹਨੂੰ ਮਾਰ ਕਿਉਂ ਪਈ ਹੈ, ਉਹਦਾ ਤੁਹਾਨੂੰ ਅਸੀਂ ਉੱਤਰ ਦਿਵਾਉਂਦੇ ਹਾਂ। ਕਰ ਲਿਆਏ ਬਿਠਾਏ ਵਤੀਰ। ਕਲਗੀਧਰ ਸਾਹਿਬ ਜੀ ਕਹਿੰਦੇ ਤੁਸੀਂ ਆਪ ਪਹਿਲਾਂ ਸੁਣੋ ਵੀ ਉਹ ਸਿੱਖ ਪਾਠ ਕੀ ਕਰ ਰਿਹਾ ਹੈ, ਇਹਦੇ ਪਾਠ ਕਰਨਾ ਉਹਨੂੰ ਕੀ ਚਾਹੀਦਾ ਸੀ। ਪਹਿਲਾਂ ਦੇ ਤੁਸੀਂ ਗੱਲ ਆਪ ਸੁਣੋ, ਫਿਰ ਤੁਹਾਨੂੰ ਸਮਝਾਵਾਂਗੇ। ਜਾਓ ਸਿੱਖ ਨੂੰ ਲੈ ਕੇ ਆਓ। ਕਲਗੀਧਰ ਮਹਾਰਾਜ ਦਾ ਹੁਕਮ ਮੰਨ ਕੇ ਜਿਹੜਾ ਓੰਕਾਰ ਬਾਣੀ ਦਾ ਸਿੱਖ ਪਾਠ ਕਰ ਰਿਹਾ ਸੀ ਉਹਨੂੰ ਮਹਾਰਾਜ ਦੇ ਤੀਰ ਸਤਿਗੁਰਾਂ ਦੇ ਕੋਲ ਲਿਆਂਦਾ। ਸਿੱਖਾ ਪੜਿਆ ਕਯੋ ਗਹੀਰ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਸਿੱਖਾ ਜਿਹੜੀ ਤੁਕ ਪੜ੍ਹਦੇ ਆ ਤੈਨੂੰ ਮਾਰ ਪਈ ਹੈ, ਉਹ ਇੱਕ ਵਾਰ ਫੇਰ ਸਾਨੂੰ ਪੜ੍ਹ ਕੇ ਸੁਣਾ ਇੱਥੇ। ਹੁਣ ਸਿੱਖ ਨੇ ਤੁਕ ਤਵੈ ਉਚਾਰੀ। ਮਹਾਰਾਜ ਸਾਹਿਬ ਜੀ ਦਾ ਹੁਕਮ ਸੁਣ ਕੇ ਉਸ ਵੇਲੇ ਫੇਰ ਸਿੱਖ ਨੇ ਉਹ ਤੁਕ ਉਚਾਰ ਕੇ ਪੜ੍ਹੀ ਤੁਕ ਦਾ ਪਾਠ ਸਤਿਗੁਰਾਂ ਦੇ ਹਜ਼ੂਰ ਕੀਤਾ। ਅਰਥ ਸੋ ਜਾ ਸਮਝਾਰੇ। ਫਿਰ ਉਹਨੇ ਉਸੇ ਤਰ੍ਹਾਂ ਹੀ ਪੜ੍ਹਿਆ, ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੇ ਗੁਰ ਸੂਰਾ। ਕੇ ਪਾਠ ਹੀ ਕੀਤਾ ਜਿਹਦੇ ਨਾਲ ਬਿਲਕੁਲ ਹੀ ਕਹਿੰਦੇ ਵੀ ਅਰਥ ਕੁਝ ਹੋਰ ਬਣਦਾ ਸੀ। ਅਰਥ ਬਣਦਾ ਸੀ ਗੁਰੂ ਦੀ ਮਹਾਨਤਾ ਵਾਲਾ, ਤੇ ਉਹਨੇ ਗੁਰੂ ਤੇ ਉਂਗਲ ਚੁੱਕਣ ਵਾਲਾ ਅਰਥ ਕਰ ਦਿੱਤਾ ਇੱਕ ਲੱਗ ਮਾਤਰ ਦੇ ਨਾਲ। ਸਾਹਿਬਾਂ ਦੇ ਹਜ਼ੂਰ ਉਸੇ ਤਰ੍ਹਾਂ ਉਲਟ ਅਰਥ ਕਰਦੀ ਤੁਕ ਪੜ੍ਹ ਕੇ ਸੁਣਾਏ। ਹੁਣ ਸ੍ਰੀ ਮੁਖ ਤੇ ਥਾਏ ਬਖਾਨੀ। ਜਦੋਂ ਨੇ ਦੁਬਾਰਾ ਪਾਠ ਗਲਤ ਪੜ੍ਹਿਆ ਤਾਂ ਉਹਦੇ ਕੋਲੋਂ ਸੁਣ ਕੇ ਦਸਮ ਪਾਤਸ਼ਾਹ ਜੀ ਕਹਿਣ ਲੱਗੇ, ਤੁਕ ਪੜੋ ਅਰਥ ਇਹੋ ਜਾਨੀ। ਮਹਾਰਾਜ ਕਹਿੰਦੇ ਭਾਈ ਤੂੰ ਜਿਹੜੀ ਤੁਕ ਪੜ੍ਹ ਰਿਹਾ ਹੈ ਨਾ, ਇਹ ਪਾਠ ਕਰ ਰਿਹਾ ਹੈ ਗਲਤ। ਜੇ ਤੂੰ ਸਹੀ ਅਰਥ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਜਾਣਨਾ ਚਾਹੁੰਦਾ ਏ ਤਾਂ ਇਹ ਜਿੱਦਾਂ ਅਸੀਂ ਤੈਨੂੰ ਦੱਸਦੇ ਆ ਇਦਾਂ ਇਸ ਬਾਣੀ ਦਾ ਪਾਠ ਕਰ, ਇਹਦੇ ਨਾਲ ਤੈਨੂੰ ਅਰਥਾਂ ਦੀ ਸਮਝ ਪਵੇਗੀ। ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ।
ਸੂਰਾ ਸਾਹਿਬ ਕਹਿੰਦੇ ਸ਼ੁੱਧ ਪਾਠ ਇਹ ਹੈ ਵੀ ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ। ਕਹਿੰਦੇ ਤੂੰ ਕੇ ਹੀ ਪੜ੍ਹੀ ਜਾ ਰਿਹਾ ਤੇ ਪਾਠ ਲਿਖਿਆ ਹੈ ਕੈ। ਹੁਣ ਕੇ ਪੜ੍ਹਨ ਤੇ ਕੈ ਪੜ੍ਹਨ ਦੇ ਵਿੱਚ ਕੀ ਫਰਕ ਹੈ, ਇਹ ਵੀ ਹੁਣ ਸਤਿਗੁਰੂ ਦੱਸਦੇ ਹਨ। ਚੌਪਈ ਕਰਤੇ ਕੀ ਦੀਰਘ ਗੁਰੂ ਵਡਿਆਈ। ਕਲਗੀਧਰ ਸਾਹਿਬ ਕਹਿੰਦੇ ਵੀ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਕ ਕਹੀ ਹੈ ਨਾ, ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ। ਕਹਿੰਦੇ ਇਹਦਾ ਅਰਥ ਸਹੀ ਇਹ ਬਣਦਾ ਏ ਵੀ ਜੋ ਕਰਤਾ ਅਕਾਲ ਪੁਰਖ ਹੈ ਉਹਦੀ ਜੋ ਵਡਿਆਈ ਹੈ ਉਹ ਵੀ ਕਹਿੰਦੇ ਦੀਰਘ ਹੈ, ਉਹਦੀ ਵਡਿਆਈ ਉਹਦੀ ਮਿਤ ਉਹਦੀ ਮਰਿਆਦਾ ਬੜੀ ਮਹਾਨ ਹੈ। ਕਰਤਾਈ ਜਾਣੈ ਤਿਸ ਤਾਈ। ਪਰਮੇਸ਼ਰ ਦੀਆਂ ਵਡਿਆਈਆਂ ਨੂੰ ਪਰਮੇਸ਼ਰ ਹੀ ਜਾਣਦਾ ਹੈ, ਪਰਮੇਸ਼ਰ ਦੀ ਮਰਿਆਦਾ ਨੂੰ ਵਾਹਿਗੁਰੂ ਹੀ ਸਮਝਦਾ ਹੈ। ਜੇ ਗੁਰ ਸੂਰਾ ਹੋਏ ਸੁਚੇਤ। ਹਾਂ, ਇਹ ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਪਰਮੇਸ਼ਰ ਆਪਣੀ ਵਡਿਆਈ ਖੁਦ ਜਾਣਦਾ, ਪਰ ਜੇ ਕੋਈ ਉਸ ਦੀ ਵਡਿਆਈ ਨੂੰ ਸੰਸਾਰ ਦੇ ਵਿੱਚ ਦੱਸਣ ਵਾਲਾ ਪੂਰਨ ਗੁਰੂ ਹੋਵੇ, ਕਹਿ ਜਾਣੈ ਗੁਰ ਸੂਰਾ। ਕਹਿ ਦਾ ਅਰਥ ਹੈ ਜਾਂ ਕਹਿੰਦੇ ਵੀ ਜਿਹੜਾ ਗੁਰੂ ਸੂਰਮਾ ਸੁਚੇਤ ਹੁੰਦਾ ਇਹ ਭਾਵ ਜਿਹੜੇ ਤਿਆਰ ਬਰ ਤਿਆਰ ਸਤਿਗੁਰੂ ਜੀ ਹਨ। ਕੀ ਸੋ ਜਾਣਤ ਸਭ ਏਤ। ਤੇ ਕਹਿੰਦੇ ਉਹ ਵੀ ਪਰਮੇਸ਼ਰ ਦੀ ਵਡਿਆਈ ਦੀ ਜੋ ਮਰਿਆਦਾ ਹੈ, ਜੋ ਪਰਮੇਸ਼ਰ ਦੀ ਮਹਾਨ ਮਹਿਮਾ ਹੈ, ਜੋ ਉਹਦੀ ਮਿੱਤ ਹੈ, ਜੋ ਉਹਦੀ ਅਵਸਥਾ ਹੈ, ਉਹਦਾ ਹਿੱਤ ਜਿਹੜਾ ਗੁਰੂ ਸਾਹਿਬ ਵੀ ਜਾਣਦੇ ਨੇ। ਭਾਵ ਕਿ ਵਾਹਿਗੁਰੂ ਦੀਆਂ ਵਡਿਆਈਆਂ ਵਾਹਿਗੁਰੂ ਜਾਂ ਆਪ ਜਾਣਦਾ ਏ ਤੇ ਜਾਂ ਵਾਹਿਗੁਰੂ ਦੀਆਂ ਵਡਿਆਈਆਂ ਗੁਰੂ ਸੂਰਮਾ ਜਾਣਦਾ ਹੈ। ਅਪਰ ਜੀ ਸੰਸਾਰੀ ਜੇਤੇ। ਕਿਉਂਕਿ ਹੋਰ ਜਿੰਨੇ ਵੀ ਸੰਸਾਰ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਹਨ, ਸੁਨ ਜਾਣਤੈ ਸਭ ਤੇਤੇ। ਉਹ ਅੱਗੇ ਗੁਰੂ ਦੇ ਕੋਲੋਂ ਪਰਮੇਸ਼ਰ ਦੀ ਮਹਿਮਾ ਸੁਣਦੇ ਹਨ। ਗੁਰੂ ਪਰਮੇਸ਼ਰ ਦੀ ਮਹਿਮਾ ਕਰਕੇ ਦੱਸਦਾ ਹੈ, ਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਦੱਸਦਾ ਹੈ ਵੀ ਵੱਡੇ ਕੀਆਂ ਵਡਿਆਈਆਂ ਵਿਸ਼ ਕਹਿਣ ਨਾ ਜਾਏ। ਇਦਾਂ ਦੇ ਅਨੇਕਾਂ ਸ਼ਬਦ ਉਚਾਰ ਕੇ ਗੁਰੂ ਦੱਸਦਾ ਏ। ਇੱਕ ਪਰਮੇਸ਼ਰ ਆਪਣੀ ਵਡਿਆਈ ਆਪ ਜਾਣਦਾ, ਦੂਜਾ ਉਹਦੀ ਵਡਿਆਈ ਪੂਰਨ ਸਤਿਗੁਰੂ ਜਾਣਦੇ ਹਨ ਤੇ ਉਹਨਾਂ ਸਤਿਗੁਰਾਂ ਦੇ ਰਾਹੀਂ ਸੰਸਾਰ ਦੇ ਅਨੇਕ ਜੀਵਾਂ ਨੂੰ ਵਾਹਿਗੁਰੂ ਦੀਆਂ ਵਡਿਆਈਆਂ ਪਤਾ ਲੱਗਦੀਆਂ ਹਨ। ਜੇ ਸਤਿਗੁਰ ਨੇ ਲਖੈ ਵਡਾਈ। ਪਰ ਜਿਵੇਂ ਸਿੱਖਾ ਤੂੰ ਪਾਠ ਕੀਤਾ ਵੀ ਕੇ ਜਾਣੈ ਗੁਰ ਸੂਰਾ, ਵੀ ਕੀ ਜਾਣਦਾ ਹੈ ਗੁਰੂ ਸੂਰਮਾ, ਤੇ ਜੇ ਤੇਰੇ ਵਾਲਾ ਅਰਥ ਕਰੀਏ ਤਾਂ ਜੇ ਸਤਿਗੁਰੂ ਹੀ ਪਰਮੇਸ਼ਰ ਦੀ ਵਡਿਆਈ ਨਹੀਂ ਜਾਣੇਗਾ, ਜੇ ਸਤਿਗੁਰੂ ਨੂੰ ਪਰਮੇਸ਼ਰ ਦੀ ਮਰਿਆਦਾ ਦਾ ਨਹੀਂ ਪਤਾ ਲੱਗੇਗਾ, ਅੰਧੇਰ ਪਰਤ ਸਮੁਦਾਇ। ਤਾਂ ਫਿਰ ਸੰਸਾਰ ਵਿੱਚ ਤਾਂ ਕਹਿੰਦੇ ਵੀ ਚਾਰ ਸਫੇਰੇ ਹਨੇਰਾ ਹੀ ਫੈਲ ਜਾਵੇ, ਜਗਤ ਦੇ ਵਿੱਚ ਤਾਂ ਫਿਰ ਕਹਿੰਦੇ ਕੋਹਾ ਰਾਮ ਮਚ ਜਾਵੇ, ਲੋਕ ਸਾਰੇ ਪੁੱਠੇ ਪਾਸੇ ਲੱਗੇ ਰਹਿਣ, ਗੁਰੂ ਹੀ ਇੱਕ ਰਾਹ ਪਾਉਂਦਾ ਹੈ। ਸਿੱਖ ਲਗ ਕਕਾਰ ਕੀ ਏਕ। ਇਸ ਕਰਕੇ ਸੰਗਤ ਜੀ ਸੁਣੋ, ਇਹ ਜਿਹੜਾ ਗੁਰੂ ਕਾ ਸਿੱਖ ਓੰਕਾਰ ਬਾਣੀ ਦਾ ਪਾਠ ਕਰ ਰਿਹਾ ਸੀ ਨਾ, ਇਹਨੇ ਪਾਠ ਕਰਦਿਆਂ ਜੋ ਕੱਕੇ ਦੇ ਉੱਤੇ ਦੋ ਲਾਵਾਂ ਸਨ, ਉਹਦੀ ਜਿਹੜੀ ਇੱਕ ਲਾਮ ਹੈ ਉਹ ਲਗ ਮਾਤਰ ਦਾ ਉਚਾਰਨ ਨਹੀਂ ਕੀਤਾ। ਇਸ ਸਿੱਖ ਲਗ ਕਕਾਰ ਕੀ ਏਕ, ਕੱਕੇ ਦੇ ਉੱਤੇ ਲੱਗੀਆਂ ਹੋਈਆਂ ਦਲਾਵਾਂ ਜਿਹੜੇ ਕਹਿ ਹਨ, ਕਹਿ ਜਾਣੇ ਨੂੰ ਇਸਨੇ ਕੇ ਜਾਣੇ ਪੜ੍ਹਨਾ ਕੀਤਾ ਹੈ। ਪਹਿਲਾਂ ਵੀ ਪੜ੍ਹਿਆ, ਹੁਣ ਤੁਹਾਡੇ ਕੋਲ ਆ ਕੇ ਫਿਰ ਸਿੱਖ ਨੇ ਉਸੇ ਤਰ੍ਹਾਂ ਪੜ੍ਹਿਆ, ਕਿਉਂਕਿ ਕਹਿ ਦਾ ਅਰਥ ਹੈ ਅਥਵਾ, ਭਾਵ ਕਿ ਗੁਰੂ ਸਾਹਿਬ ਜਾਣਦੇ ਹਨ, ਤੇ ਕੇ ਦਾ ਭਾਵ ਹੈ ਵੀ ਗੁਰੂ ਕੀ ਜਾਣਦਾ ਹੈ, ਭਾਵ ਵੀ ਗੁਰੂ ਕੁਝ ਨਹੀਂ ਜਾਣਦਾ। ਦੇਖੋ ਇੱਕ ਲਾਮ ਦਾ ਫਰਕ ਪਿਆ। ਜੇ ਸ਼ੁੱਧ ਪਾਠ ਕਰੀਏ ਵੀ ਕਹਿ ਜਾਣੈ ਗੁਰ ਸੂਰਾ, ਇਹਦਾ ਅਰਥ ਹੈ ਵੀ ਪਰਮੇਸ਼ਰ ਆਪਣੀ ਮਹਿਮਾ ਆਪ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਏ। ਪਰ ਜੇ ਇਹਨੂੰ ਪੜਾਂਗੇ ਕੇ ਜਾਣੇ ਗੁਰ ਸੂਰਾ, ਤਾਂ ਇਹਦਾ ਭਾਵ ਹੈ ਵੀ ਰੱਬ ਆਪਣੀ ਵਡਿਆਈ ਆਪ ਜਾਣਦਾ ਹੈ, ਗੁਰੂ ਸੂਰਮਾ ਕੀ ਜਾਣਦਾ ਹੈ, ਭਾਵ ਗੁਰੂ ਨੂੰ ਕੁਝ ਨਹੀਂ ਪਤਾ। ਸਤਿਗੁਰ ਕਲਗੀਧਰ ਸਾਹਿਬ ਕਹਿੰਦੇ ਵੀ ਇਹ ਸਿੱਖ ਨੇ ਇਦਾਂ ਇੱਕ ਲਾਮ ਜਿਹੜੀ ਸੀ ਇਹਦਾ ਉਚਾਰ ਨਹੀਂ ਕੀਤਾ। ਪਠਨ ਕਰੀ ਬਿਨ ਸਮਤ ਵਿਵੇਕ। ਇਹਨੇ ਸਿਆਣਪ ਵਰਤੀ ਤੋਂ ਬਗੈਰ, ਕਹਿੰਦੇ ਵੀ ਵਿਚਾਰੇ ਤੋਂ ਬਗੈਰ ਹੀ ਗੁਰਬਾਣੀ ਦੀ ਤੁਕ ਗਲਤੀ ਪਾਠ ਕਰਕੇ ਸੁਣਾ ਦਿੱਤਾ। ਅਰਥ ਪਠਿਓ ਮਹਿ ਜਾਣੈ। ਜਿਹੜਾ ਸਹੀ ਅਰਥ ਸੀ ਉਹ ਤੁਹਾਨੂੰ ਪਹਿਲਾਂ ਦੱਸ ਦਿੱਤਾ। ਕਹਿੰਦੇ ਹੁਣ ਉਹ ਇੱਕ ਲਗ ਬਦਲਣ ਦੇ ਨਾਲ ਜਿਹੜਾ ਉਹਦਾ ਅਰਥ ਬਿਲਕੁਲ ਅਨਰਥ ਬਣ ਗਿਆ, ਉਲਟ ਹੋ ਗਿਆ, ਉਹ ਵੀ ਤੁਹਾਨੂੰ ਦੱਸਦੇ ਹਾਂ। ਕਰਤੇ ਕੀ ਮਿਤ ਕਰਤਾ ਜਾਣੈ। ਪਾਤਸ਼ਾਹ ਕਹਿੰਦੇ ਜਿੱਦਾਂ ਇਹ ਸਿੱਖ ਨੇ ਪਾਠ ਕੀਤਾ ਨਾ ਵੀ ਕਰਤੇ ਕੀ ਮਿਤ ਕਰਤਾ ਜਾਣੈ, ਵੀ ਵਾਹਿਗੁਰੂ ਦੀ ਜਿਹੜੀ ਮਰਿਆਦਾ ਉਹ ਪਰਮੇਸ਼ਰ ਜਾਣਦਾ ਹੈ।
ਗੁਰ ਸੂਰਾ ਕਿਆ ਜਾਣੈ ਤੇ ਕੋਇ। ਅੱਗੇ ਨੇ ਪੜਿਆ ਕੇ ਜਾਣੈ ਗੁਰ ਸੂਰਾ ਜੀ ਦਾ ਭਾਵ ਹੈ ਵੀ ਗੁਰੂ ਸੂਰਮਾ ਕੀ ਜਾਣਦਾ ਹੈ, ਭਾਵ ਗੁਰੂ ਸੂਰਮੇ ਨੂੰ ਰੱਬ ਦੇ ਬਾਰੇ ਕੁਝ ਵੀ ਨਹੀਂ ਪਤਾ। ਮਨ ਅਰਥ ਪੜ ਕੀਨੋ ਸੋਏ। ਇਸ ਤਰ੍ਹਾਂ ਇਹਨੇ ਬਾਣੀ ਦਾ ਪਾਠ ਗਲਤ ਕਰਕੇ ਤੇ ਉਹਦਾ ਅਰਥ ਬਿਲਕੁਲ ਅਨਰਥ ਵਿੱਚ ਕਰ ਦਿੱਤਾ, ਜਿਸ ਦੇ ਵਿੱਚ ਗੁਰੂ ਦੀ ਮਹਿਮਾ ਸੀ। ਇਸ ਸਿੱਖ ਨੇ ਇੱਕ ਲਾਮ ਛੱਡ ਕੇ ਤੇ ਉਸ ਮਹਿਮਾ ਨੂੰ ਨਿੰਦਾ ਦੇ ਵਿੱਚ ਬਦਲਤਾ। ਕਿੱਥੇ ਤੇ ਮਹਿਮਾ ਸੀ ਵੀ ਗੁਰੂ ਸਭ ਕੁਝ ਜਾਣਦਾ, ਕਿੱਥੇ ਇੱਕ ਲਾਮ ਛੱਡ ਦਿੱਤੀ ਤਾਂ ਨਿੰਦਾ ਹੋ ਗਈ ਵੀ ਗੁਰੂ ਕੀ ਜਾਣਦਾ, ਵੀ ਕੁਝ ਨਹੀਂ ਜਾਣਦਾ। ਤੋ ਗੁਰ ਸਰਨੀ ਸਿੱਖ ਕਿਉ ਜਾਏ। ਤੋ ਗੁਰ ਸਰਨੀ ਸਿੱਖ ਕਿਉਂ ਜਾਏ। ਕਲਗੀਧਰ ਸਾਹਿਬ ਜੀ ਕਹਿੰਦੇ ਵੀ ਜਿੱਦਾਂ ਇਹ ਸਿੱਖ ਪਾਠ ਕਰਦਾ, ਜੇ ਸਾਧ ਸੰਗਤ ਜੀ ਆਪਾਂ ਇਹੀ ਅਰਥ ਸਹੀ ਮੰਨ ਲਈਏ ਵੀ ਗੁਰੂ ਕੀ ਜਾਣਦਾ ਹੈ, ਤੇ ਜੇ ਗੁਰੂ ਕੁਝ ਜਾਣਦਾ ਹੀ ਨਹੀਂ ਫਿਰ ਗੁਰੂ ਦੀ ਸ਼ਰਨ ਵਿੱਚ ਸੰਗਤ ਕਿਉਂ ਜਾਵੇਗੀ, ਫਿਰ ਸਿੱਖ ਜਾ ਕੇ ਗੁਰੂ ਮਹਾਰਾਜ ਦਾ ਉਹ ਆਸਰਾ ਕਿਉਂ ਲਵੇਗਾ। ਕਰਤੇ ਕੀ ਮਿਤ ਲਖ ਨਾ ਸਕਾਏ। ਜੇ ਗੁਰੂ ਸਾਹਿਬ ਪਰਮੇਸ਼ਰ ਦੀ ਵਡਿਆਈ ਨੂੰ ਨਹੀਂ ਜਾਣ ਸਕਦੇ ਤਾਂ ਫਿਰ ਕਹਿੰਦੇ ਸਿੱਖ ਗੁਰੂ ਦੀ ਸ਼ਰਨ ਕਿਉਂ ਆਵੇਗਾ। ਸਿੱਖੋ ਸੁਨੋ ਸੀਖ ਇਹੋ ਮੇਰੀ। ਇਸ ਕਰਕੇ ਕਲਗੀਧਰ ਸਾਹਿਬ ਕਹਿੰਦੇ ਵੀ ਇਹਨੂੰ ਮਾਰ ਤਾਂ ਪਈ ਆ ਵੀ ਇਹਨੇ ਗੁਰੂ ਦੀ ਮਹਿਮਾ ਵਾਲੀ ਤੁਕ ਨੂੰ ਗੁਰੂ ਦੀ ਨਿੰਦਾ ਦੇ ਵਿੱਚ ਬਦਲ ਦਿੱਤਾ। ਇਸ ਕਰਕੇ ਹੈ ਗੁਰ ਸਿੱਖੋ ਸਿੱਖੋ ਸੁਨੋ ਸੀਖ ਇਹੋ ਮੇਰੀ। ਕਲਗੀਧਰ ਸਾਹਿਬ ਕਹਿੰਦੇ ਗੁਰ ਸਿੱਖੋ ਧਿਆਨ ਦੇ ਕੇ ਸੁਣੋ। ਉਦੋਂ ਜਿਹੜੇ ਉਹ 10ਵੇਂ ਪਾਤਸ਼ਾਹ ਦੇ ਕੋਲ ਬੈਠੇ ਸਨ, ਉਦੋਂ ਮਹਾਰਾਜ ਉਹਨਾਂ ਨੂੰ ਕਹਿ ਰਹੇ ਸੀ। ਹੁਣ ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਆ, ਜਿਹੜੇ ਬਾਹਰ ਸੁਣ ਰਹੇ ਨੇ, ਕਿਤੇ ਵੀ ਸੁਣਨ, ਜਦੋਂ ਕਿਤੇ ਵੀ ਪੜ੍ਹਨ, ਹੁਣ ਸਾਨੂੰ ਮਹਾਰਾਜ ਕਹਿੰਦੇ ਹੈ ਗੁਰ ਸਿੱਖੋ ਸਾਡੀ ਸਿੱਖਿਆ ਸੁਣੋ ਧਿਆਨ ਦੇ ਕੇ। ਬਾਣੀ ਪੜੋ ਸ਼ੁੱਧ ਗੁਰ ਕੇਰੀ। ਉਹ ਸਿੱਖਿਆ ਇਹ ਹੈ ਵੀ ਜੇ ਗੁਰੂ ਦੀ ਬਾਣੀ ਪੜ੍ਹਨੀ ਹੈ ਤਾਂ ਕਹਿੰਦੇ ਬਾਣੀ ਨੂੰ ਸ਼ੁੱਧ ਪੜੋ। ਗੁਰਬਾਣੀ ਦਾ ਜਿਹੜਾ ਪਾਠ ਹੈ ਲਗ ਮਾਤਰਾ ਵੇਖ ਕੇ ਪੂਰਨ ਰੂਪ ਦੇ ਵਿੱਚ ਸ਼ੁੱਧ ਉਚਾਰਨ ਕਰੋ। ਵੱਡੇ ਮਹਾਤਮ ਲੈ ਵਿਸਾਰ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਗੁਰਬਾਣੀ ਲਗਾ ਮਾਤਰਾ ਵੇਖ ਕੇ ਸ਼ੁੱਧ ਪੜੇਗਾ, ਸ਼ੁੱਧ ਪੜਨ ਦਾ ਕਹਿੰਦੇ ਵੀ ਉਹਨੂੰ ਬੜਾ ਮਹਾਨ ਤੋਂ ਮਹਾਨ ਮਹਾਤਮ ਪ੍ਰਾਪਤ ਹੋਵੇਗਾ। ਸ੍ਰੀ ਹਰਗੋਬਿੰਦਪੁਰੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਠਹਿਰੇ ਸਨ, ਉਹ ਪ੍ਰਸੰਗ ਆਉਂਦਾ ਹੈ ਨਾ ਇਤਿਹਾਸ ਵਿੱਚ ਵੀ ਬਾਦਸ਼ਾਹ ਕਹਿੰਦੇ ਕੋਈ ਸਿੱਖ ਹੈ ਜਿਹੜਾ ਸਾਨੂੰ ਸ਼ੁੱਧ ਗੁਰਬਾਣੀ ਦਾ ਪਾਠ ਸੁਣਾਵੇ। ਤੇ ਭਾਈ ਗੋਪਾਲਾ ਜੀ ਪਾਠ ਸੁਣਾਉਣ ਲੱਗ ਪਏ ਸਨ। ਪਾਠ ਕਰਦਿਆਂ ਮਹਾਰਾਜ ਸਾਹਿਬ ਜੀ ਤਖਤ ਤੋਂ ਉੱਠ ਰਹੇ ਨੇ ਤੇ ਭਾਈ ਗੋਪਾਲੇ ਦੇ ਮਨ ਵਿੱਚ ਸੰਕਲਪ ਆਇਆ ਵੀ 3 ਘੋੜੇ ਆਏ ਨੇ। ਇੱਕ ਘੋੜਾ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਦੇ ਦਿੱਤਾ, ਇੱਕ ਪੈਂਦੇ ਖਾਨ ਨੂੰ ਕਰਤਾਰਪੁਰ ਭੇਜਦਾ ਏ ਤੇ ਇੱਕ ਤਬੇਲੇ 'ਚ ਰਹਿ ਗਿਆ ਮਹਾਰਾਜ ਦੇ। ਇਹ ਕਿੱਡਾ ਚੰਗਾ ਹੋਵੇ ਵੀ ਪਾਠ ਸੁਣ ਕੇ ਤੇ ਮਹਾਰਾਜ ਨੇ ਕੁਝ ਇਨਾਮ ਤੇ ਦੇਣਾ ਹੀ ਹੈ। ਖੁਸ਼ ਹੋਣਗੇ ਸਤਿਗੁਰੂ ਸਾਹਿਬ। ਤੇ ਜੇ ਸਤਿਗੁਰੂ ਮੈਨੂੰ ਪੁੱਛਣਗੇ ਵੀ ਤੈਨੂੰ ਕੀ ਚਾਹੀਦਾ ਤਾਂ ਮੈਂ ਕਹਾਂਗਾ ਮਹਾਰਾਜ ਮੈਨੂੰ ਘੋੜਾ ਦੇ ਦੇ ਤੇ ਚੜ੍ਹ ਕੇ ਜੰਗ ਜੁੱਧ ਕਰਿਆ ਕਰਾਂਗੇ। ਪਾਠ ਦੀ ਸਮਾਪਤੀ ਹੋਈ ਤਾਂ ਸਿੱਖ ਨੂੰ ਮਹਾਰਾਜ ਨੇ ਕਾਠੀ ਪਵਾ ਕੇ ਘੋੜਾ ਹਾਜ਼ਰ ਕੀਤਾ ਤੇ ਨਾਲ ਕਹਿੰਦੇ ਗੁਰਸਿੱਖਾ ਤੂੰ ਬਾਣੀ ਲਗਾ ਮਾਤਰਾ ਦੇ ਸਹਿਤ ਸੋਧ ਕੇ ਪੜ੍ਹੀ ਹੈ ਤੇ ਸੋਧ ਕੇ ਪੜ੍ਹੀ ਹੋਈ ਬਾਣੀ ਇੰਨੇ ਖੁਸ਼ ਹਾਂ ਵੀ ਤੈਨੂੰ ਤਾਂ ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਤਖਤ ਹੀ ਦੇਣ ਨੂੰ ਤਿਆਰ ਸੀ, ਪਰ ਤੇਰੇ ਮਨ 'ਚ ਸੰਕਲਪ ਇੱਕ ਘੋੜਾ ਲੈਣ ਦਾ ਆ ਗਿਆ, ਜਿਸ ਕਰਕੇ ਬਾਅਦ ਵਿੱਚ ਅਸੀਂ ਤੈਨੂੰ ਹੁਣ ਘੋੜਾ ਹੀ ਹਾਜ਼ਰ ਕਰ ਦਿੱਤਾ ਹੈ। ਸ਼ੁੱਧ ਬਾਣੀ ਦਾ ਮਹਾਤਮ ਕਲਗੀਧਰ ਸਾਹਿਬ ਕਹਿੰਦੇ ਬੜਾ ਤਗੜਾ ਜੇ। ਪੜ੍ਹੈ ਮਹਾਤਮ ਲਹਿ ਵਿਸਾਲ। ਜਿਹੜਾ ਸ਼ੁੱਧ ਬਾਣੀ ਪੜ੍ਹੇਗਾ ਉਹ ਕਹਿੰਦੇ ਤਗੜਾ ਮਹਾਤਮ ਪ੍ਰਾਪਤ ਕਰ ਲੈਂਦਾ ਏ। ਪਲਤ ਪਲਤ ਮੈਂ ਹੋਏ ਨਿਹਾਲ। ਉਹਦਾ ਲੋਕ ਵੀ ਸਵਰ ਗਿਆ, ਉਹਦਾ ਪਰਲੋਕ ਵੀ ਕਹਿੰਦੇ ਵੀ ਨਿਹਾਲ ਹੋ ਗਿਆ। ਜੰਮਣ ਮਰਨ ਦੇ ਸੰਸਾਰ ਦੇ ਨਰਕਾਂ ਦੇ ਦੁੱਖਾਂ ਤੋਂ ਗੁਰਸਿੱਖ ਰਹਿਤ ਹੋ ਗਿਆ। ਜੇ ਸ਼ੁੱਧ ਹੋਏ ਪੜੀਐ ਸੁਧ ਕਰ। ਇਸ ਕਰਕੇ ਮਹਾਰਾਜ ਕਹਿੰਦੇ ਜੇ ਬਾਣੀ ਤੁਹਾਡੇ ਕੋਲੋਂ ਗਲਤ ਪੱਕੀ ਹੋਵੇ ਨਾ ਤਾਂ ਇਹਦੀ ਸੰਥਿਆ ਕਰ ਲਓ। ਸੰਥਿਆ ਕਰਕੇ ਪੜ੍ਹੀਐ ਸ਼ੁੱਧ ਕਰ। ਸ਼ੁੱਧ ਕਰਕੇ ਹੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਸਾਧ ਸੰਗਤ ਜੀ ਪਹਿਲੀ ਤਾਂ ਗੱਲ ਐਸੀ ਬਣੀ ਹੈ ਵੀ ਗੁਰਬਾਣੀ ਦਾ ਪਾਠ ਸ਼ੁੱਧ ਬਹੁਤ ਘੱਟ ਗੁਰਸਿੱਖ ਕਰਦੇ ਨੇ। ਉਹ ਕਈ ਪਾਠ ਵੀ ਕਰਦੇ ਨੇ ਤਾਂ ਉਹ ਕਹਿੰਦੇ ਵੀ ਜੇ ਅਸੀਂ ਹੁਣ ਇੱਦਾਂ ਬਾਣੀ ਪੜ੍ਹਦੇ ਹਾਂ ਤਾਂ ਵੀ ਸਾਨੂੰ ਪੈਸੇ ਉਨੇ ਮਿਲਣੇ ਨੇ, ਸ਼ੁੱਧ ਪੜਾਂਗੇ ਤਾਂ ਵੀ ਉਨੇ ਮਿਲਣੇ, ਫਿਰ ਕਹਿੰਦੇ ਮਿਹਨਤ ਕਰਨ ਦੀ ਕੀ ਲੋੜ ਹੈ। ਜਿਸ ਕਾਰਨ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰੀ ਜਾਂਦੇ ਆ। ਸਤਿਗੁਰੂ ਕਹਿੰਦੇ ਜੇ ਬਾਣੀ ਗਲਤ ਪੱਕੀ ਆ ਤਾਂ ਬਚਾਓ ਇਸੇ ਵਿੱਚ ਹੀ ਹੈ ਤੁਹਾਡਾ ਵੀ ਇਹਨੂੰ ਸ਼ੁੱਧ ਕਰਕੇ ਪੜੋ। ਸ਼ੁੱਧ ਕਰਨ ਦੇ ਲਈ ਸੰਥਿਆ ਲੈਣੀ ਪਊ ਕਿਸੇ ਕੋਲ।
ਤੇ ਜਦੋਂ ਕਿਸੇ ਕੋ ਸੰਥਿਆ ਲਵਾਂਗੇ ਫਿਰ ਉਹਨੂੰ ਪਕਾਉਣਾ ਵੀ ਪਵੇਗਾ। ਤੇ ਇਹ ਕੰਮ ਤਾਂ ਉਹੀ ਕਰ ਸਕਦਾ ਨਾ ਜਿਹਦੇ ਦਿਲ ਵਿੱਚ ਭਾਵਨਾ ਹੈ ਗੁਰੂ ਮਹਾਰਾਜ ਸਾਹਿਬ ਦੀ ਬਾਣੀ ਸ਼ੁੱਧ ਪੜ੍ਹਨ ਦੀ। ਨਹੀਂ ਤਾਂ ਹੁਣ ਜਿਵੇਂ ਕਥਾ ਕਰਦੇ ਆ, ਮੈਂ ਹੀ ਕੋਈ ਬਾਣੀ ਦੀ ਪੰਕਤੀ ਗਲਤ ਪੜ੍ਹਾਂ, ਕੋਈ ਸਿੱਖ ਮੈਨੂੰ ਜੇ ਬਾਹਰੋਂ ਦੱਸ ਦੇਵੇ ਵੀ ਤੁਸੀਂ ਇਹ ਤਾਂ ਗਲਤ ਪੜ੍ਹਿਆ, ਤਾਂ ਫਰਜ਼ ਮੇਰਾ ਕੀ ਬਣਦਾ ਵੀ ਉਸੇ ਵੇਲੇ ਉਹਨੂੰ ਮੰਨ ਕੇ ਤੇ ਉਹਨੂੰ ਸੁਧਾਰ ਲੈਣਾ। ਤੇ ਜੇ ਆਖਾਂ ਵੀ ਇਹ ਮੈਨੂੰ ਟੋਕਣ ਵਾਲਾ ਕੌਣ ਹੁੰਦਾ ਏ, ਤਾਂ ਫਿਰ ਇਹਦੇ ਵਿੱਚ ਮੇਰੀ ਗੁਰੂ ਸਾਹਿਬ ਦੀ ਬਾਣੀ ਪ੍ਰਤੀ ਭਾਵਨਾ ਨਹੀਂ ਹੈ। ਇਹਦੇ ਵਿੱਚ ਫਿਰ ਖਿਆਲ ਇਹ ਆ ਵੀ ਮੈਂ ਵੱਡਾ ਹਾਂ, ਮੇਰੇ ਅੰਦਰ ਜਿਹੜੀ ਹਉਮੈ ਆ ਨਾ ਉਹ ਮੈਨੂੰ ਟਿਕਣ ਨਹੀਂ ਦਿੰਦੀ। ਗੁਰਬਾਣੀ ਜਾਂ ਪਾਠ ਕਰਦੇ ਆ, ਸਵੇਰੇ ਵੀ ਗੁਰਬਾਣੀ ਦੀ ਕਥਾ ਹੁੰਦੀ, ਜਾਂ ਜਦੋਂ ਉਹ ਕਈ ਵਾਰ ਕੋਈ ਲਗ ਮਾਤਰ ਗਲਤ ਪੜ੍ਹੀ ਜਾਂਦੀ ਹੈ, ਗੁਰਬਾਣੀ ਦੀ ਕਥਾ ਕਰਾਉਣੀ ਜਾਂ ਇਤਿਹਾਸ ਦੀ ਕਥਾ ਕਰਾਉਣੀ, ਇਹ ਕਥਾ ਕਰਨ ਨਾਲੋਂ ਔਖਾ ਕੰਮ ਹੈ। ਕਥਾ ਵਾਲਾ ਤਾਂ ਇੱਧਰ ਉੱਧਰ ਵੇਖ ਲੈਂਦਾ, ਜਿਹਨੇ ਕਥਾ ਕਰਾਉਣੀ ਉਹਨੂੰ ਇੱਕੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ। ਇਹ ਨਹੀਂ ਵੀ ਉਹ ਕੰਮ ਸੌਖਾ ਹੈ, ਪਰ ਗਲਤੀ ਜਦੋਂ ਆਪਾਂ ਦੱਸਦੇ ਹਾਂ, ਗੁਰਬਾਣੀ ਦਾ ਪਾਠ ਸਵੇਰੇ ਹੁੰਦਾ ਹੈ, ਉਹ ਕਈ ਵਾਰ ਕਹਿ ਦਈਦਾ ਵੀ ਇਹ ਗਲਤ ਪੜ੍ਹੇ ਨੂੰ ਇੱਦਾਂ ਪੜ੍ਹ ਲਓ, ਉੱਤੇ ਹਾਏ ਪੌਰਾ ਮਚਾਉਂਦੇ ਨੇ, ਕਹਿੰਦੇ ਤੁਸੀਂ ਇਹ ਕਹਿਣਾ ਹੀ ਨਹੀਂ ਵੀ ਇਹ ਗਲਤ ਪੜ੍ਹਿਆ ਗਿਆ। ਹੁਣ ਗੁਰੂ ਸਾਹਿਬ ਨੇ ਇਤਿਹਾਸ ਵਿੱਚ ਹੀ ਕਹਿ ਦਿੱਤਾ, ਇਹ ਹੁਣ ਕੀ ਕਹੋਗੇ ਵੀ ਮਹਾਰਾਜ ਦਾ ਇਤਿਹਾਸ ਕੱਢ ਦਈਏ? ਗੁਰੂ ਸਾਹਿਬ ਨੇ ਤਾਂ ਚਪੇੜਾਂ ਮਰਵਾ ਦਿੱਤੀਆਂ ਵੀ ਤੂੰ ਸਿਖਾ ਇੱਕ ਲੱਗ ਛੱਡੀ ਹੈ। ਤੇ ਜੇ ਇੱਥੇ ਅਸੀਂ ਗਲਤੀ ਪਾਠ ਕਰੀ ਜਾਵਾਂਗੇ ਤੇ ਫਿਰ ਉਹ ਕਥਾ ਕਰਨ ਵਾਲਾ ਹੀ ਨਾ ਦੱਸੇ ਵੀ ਇਹ ਪਾਠ ਗਲਤ ਹੋ ਗਿਆ, ਜਿਹਨੇ ਸੰਥਿਆ ਕੋਈ ਅਰਥ ਕਰਨਾ ਹੈ ਵੀ ਜੇ ਸ਼ੁੱਧ ਨਾ ਕਰਾਵੇ ਤਾਂ ਫਿਰ ਇਹਦੇ ਨਾਲੋਂ ਫਿਰ ਹੋਰ ਸਾਡੇ ਵਾਸਤੇ ਦੁਕਾਨਦਾਰੀ ਕੀ ਹੈ? ਦੁਕਾਨਦਾਰੀ ਹੈ ਨਾ ਵੀ ਅਸੀਂ ਇੱਥੇ ਕਵਾਂਗੇ ਨਹੀਂ, ਗੁਰੂ ਦੇ ਦਰਬਾਰ ਵਿੱਚ ਨਹੀਂ ਅਸੀਂ ਇੱਕ ਦੂਜੇ ਨੂੰ ਕਵਾਂਗੇ ਵੀ ਆਹ ਇੱਦਾਂ ਗਲਤ ਹੋ ਗਿਆ, ਇਹਨੂੰ ਇੱਦਾਂ ਸਹੀ ਕਰਨਾ ਹੈ। ਫਿਰ ਦੱਸੋ ਵੀ ਇਹ ਗੁਰਬਾਣੀ ਦਾ ਸ਼ੁੱਧ ਉਚਾਰਨ ਸਿਨੇਮੇ 'ਚ ਜਾ ਕੇ ਪਤਾ ਲੱਗੂ ਸਾਨੂੰ, ਵੀ ਸਾਨੂੰ ਗੁਰੂ ਘਰੋਂ ਹੀ ਪਤਾ ਲੱਗਣਾ ਨਾ ਵੀ ਇਹ ਕੋਈ ਗਲਤ ਪਾਠ ਕਰ ਰਿਹਾ। ਉਹਨੂੰ ਜੇ ਆਪਾਂ ਕਵਾਂਗੇ ਵੀਰੇ ਇਹਨੂੰ ਭਰਾ ਇਹਨੂੰ ਇੱਦਾਂ ਸੋਧ ਕੇ ਪੜ੍ਹ ਲੈ, ਇਹ ਪਾਪ ਨਹੀਂ ਹੈ, ਇਹ ਸਗੋਂ ਪੁੰਨ ਲੱਗੇਗਾ। ਸੁਣਨ ਵਾਲੇ ਨੂੰ ਵੀ ਇਹ 'ਚ ਫਾਇਦਾ ਹੋ ਗਿਆ ਵੀ ਆਹ ਗਲਤੀ ਕਿਤੇ ਮੈਂ ਨਾ ਕਰਾਂ, ਤੇ ਪੜ੍ਹਨ ਵਾਲੇ ਨੂੰ ਵੀ ਫਾਇਦਾ ਹੋ ਗਿਆ। ਪਰ ਸਾਨੂੰ ਸਦਕੇ ਇਹ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਭਾਵੇਂ ਕੋਈ ਗਲਤ ਪੜ੍ਹੇ, ਉਹਨੂੰ ਬਿਲਕੁਲ ਨਹੀਂ ਕਹਿੰਦੇ ਟੋਕਣਾ, ਉਹ ਜਿੱਦਾਂ ਮਰਜ਼ੀ ਪੜ੍ਹੀ ਜਾਵੇ। ਇਹ ਗੁਰਮਤ ਨਹੀਂ ਹੈ। ਜਿੰਨਾ ਚਿਰ ਮਹਾਰਾਜ ਦੀ ਕਥਾ ਦੀ ਸੇਵਾ ਕਰਾਂਗੇ, ਪਹਿਰਾ ਗੁਰਮਤ 'ਤੇ ਡਟ ਕੇ ਦੇਵਾਂਗੇ। ਕਿਸੇ ਦੀਆਂ ਜੁੱਤੀਆਂ ਚੱਟਣ ਵਾਲੇ ਥੋੜ੍ਹਾ ਵੀ ਜੇ ਕਿਸੇ ਨੇ ਕਹਿਦਾ ਵੀ ਆਹ ਨਹੀਂ ਕਰਨਾ, ਹਾਂ ਗੁਰਮਰਿਆਦਾ ਤੋਂ ਬਾਹਰ ਅਸੀਂ ਕੋਈ ਗੱਲ ਕਰੀਏ, ਉਹ ਸੰਗਤ ਦਾ ਕੋਈ ਵੀ ਸਿੱਖ ਆਖੇ ਵੀ ਤੁਸੀਂ ਗਲਤ ਕਿਹਾ, ਉਹਦੇ ਸਿੱਖ ਦਾ ਕਿਹਾ ਸਿਰ ਮੱਥੇ ਪ੍ਰਵਾਨ। ਪਰ ਜੇ ਕੋਈ ਗੁਰਮਤ ਮਰਿਆਦਾ ਛੱਡਣ ਨੂੰ ਸਾਨੂੰ ਕਵੇ, ਫੇਰ ਨਹੀਂ ਕਿਸੇ ਦੀ ਮੰਨਦੇ, ਭਾਵੇਂ ਕਿੱਡਾ ਵੱਡਾ ਕੋਈ ਫੰਨੇ ਖਾਵੀ ਕਿਉਂ ਨਾ ਬਣਿਆ ਹੋਵੇ। ਭਾਵ ਇਹ ਆ ਵੀ ਸਾਨੂੰ ਹਰ ਇੱਕ ਸਿੱਖ ਨੂੰ ਭਾਵਨਾ ਇਹ ਰੱਖਣੀ ਚਾਹੀਦੀ ਹੈ ਵੀ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਚਾਹੀਦਾ। ਜੇ ਪਾਠ ਕਰਦੇ ਆ ਸਾਡੇ ਕੋਲ ਗਲਤੀ ਹੁੰਦੀ ਤੇ ਦੂਜਾ ਕੋਈ ਜਾਣਨ ਵਾਲਾ ਸਿੱਖ ਸਾਨੂੰ ਦੱਸ ਦਿੰਦਾ ਏ, ਉਹ ਭਾਵੇਂ ਕਥਾ ਵਾਲਾ ਤੁਹਾਨੂੰ ਦੱਸੇ ਜਾਂ ਤੁਸੀਂ ਕਥਾ ਵਾਲੇ ਨੂੰ ਦੱਸਦੇ ਹੋ, ਭਾਵ ਇੱਕੋ ਹੀ ਹੈ ਵੀ ਉਹ ਗੱਲ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਵੀ ਮੈਂ ਗਲਤੀ ਕੀਤੀ ਸੀ ਮਹਾਰਾਜ ਦੀ ਬਾਣੀ ਦੀ, ਤੇ ਹੁਣ ਮੈਂ ਇਹਦਾ ਉਚਾਰਨ ਸ਼ੁੱਧ ਕਰਾਂ। ਸਤਿਗੁਰੂ ਸਾਹਿਬ ਜੀ ਕਹਿੰਦੇ, ਹੇ ਗੁਰਸਿੱਖੋ ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜੋ ਸ਼ੁੱਧ ਗੁਰ ਕੇਰੀ, ਪੜਾ ਮਹਾਤਮ ਲਹਿ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਜੇ ਕੋ ਸ਼ੁੱਧ ਹੋਏ ਪੜ੍ਹੀਐ ਸ਼ੁੱਧ ਕਰ, ਪਰ ਜੇ ਕਦੇ ਪਾਠ ਅਸ਼ੁੱਧ ਪੱਕਿਆ ਹੋਵੇ ਤੇ ਕਿਸੇ ਕੋ ਸੰਥਿਆ ਕਰਕੇ ਕਿਸੇ ਕੋ ਪੁੱਛ ਕੇ ਤੇ ਗੁਰਬਾਣੀ ਕਹਿੰਦੇ ਸ਼ੁੱਧ ਕਰਕੇ ਪੜ੍ਹ ਲੈਣੀ ਚਾਹੀਦੀ ਆ। ਨਿਗਰੀ ਵਸਤ ਸੁਧਾਰੈ ਜਿਮ ਕਾ, ਜਿਵੇਂ ਸਾਡੇ ਘਰ ਦੇ ਵਿੱਚ ਕੋਈ ਵਸਤੂ ਵਿਗੜੀ ਹੋਵੇ ਤੇ ਆਪਾਂ ਸੁਧਾਰ ਲੈਨੇ ਆ। ਮੰਜੇ ਦੀ ਚਾਦਰ ਇਕੱਠੀ ਹੋਵੇ ਤਾਂ ਇਹ ਤਾਂ ਨਹੀਂ ਕਹਿੰਦੇ ਵੀ ਇਹਨੂੰ ਹੋਰ ਖਿਲਾਰਨਾ ਹੈ, ਉਹਨੂੰ ਸਾਰੇ ਉਹਨੂੰ ਸਹੀ ਕਰਕੇ ਸਵਾਰ ਕੇ ਬਣਾਉਂਦੇ ਨੇ। ਜੇ ਕੋਈ ਘਰ ਦੇ ਵਿੱਚ ਭਾਂਡਾ ਟੀਂਡਾ ਰਾਹ 'ਚ ਪਿਆ ਹੋਵੇ, ਇੱਥੋਂ ਤੀਕਰ ਪੈਰੀ ਪਾਉਣ ਵਾਲੀ ਜੁੱਤੀ ਪੁੱਠੀ ਹੋਵੇ ਤੇ ਬੰਦੇ ਕਹਿੰਦੇ ਵੀ ਦੋ ਦਾ ਇਹਨੂੰ ਸਿੱਧੀ ਕਰ ਦਿਓ। ਵੀ ਜੁੱਤੀ ਆ ਇੱਕ ਪੈਰ ਪਾਉਣ ਵਾਲੀ, ਉਹ ਵੀ ਜੇ ਪੁੱਠੀ ਪਈ ਆ ਘਰ ਵਿੱਚ ਕਹਿੰਦੇ ਇਹਨੂੰ ਸੁਧਾਰ ਕੇ ਰੱਖ ਦਿਓ। ਜੇ ਕੋਈ ਕੱਪੜਾ ਲੀੜਾ ਕਿਸੇ ਨੇ ਅੱਗੇ ਪਿੱਛੇ ਸੁੱਟ ਦਿੱਤਾ, ਉਹ ਘਰ ਦੀਆਂ ਸਵਾਣੀਆਂ ਨੂੰ ਸੁਧਾਰ ਕੇ ਰੱਖਦੀਆਂ ਨੇ ਵੀ ਖਲਾਰਾ ਨਾ ਪਵੇ। ਕਹਿੰਦੇ ਜੇ ਘਰ ਦੀ ਚੀਜ਼ ਕੋਈ ਵਿਗੜੀ ਹੋਵੇ ਉਹ ਅਸੀਂ ਸੁਧਾਰ ਕੇ ਰੱਖ ਸਕਦੇ ਹਾਂ। ਫਿਰ ਗੁਰਬਾਣੀ ਜੇ ਅਸੀਂ ਸ਼ੁੱਧ ਨਹੀਂ ਪੜ੍ਹ ਸਕਦੇ, ਵੀ ਗੁਰਬਾਣੀ ਲਈ ਨਹੀਂ ਯਤਨ ਕਰ ਸਕਦੇ ਵੀ ਇਹ ਵੀ ਅਸੀਂ ਸ਼ੁੱਧ ਪੜ੍ਹੀਏ, ਕਿਉਂਕਿ ਕਿਸੇ ਵਿਦਵਾਨ ਨੇ ਕਿਹਾ ਹੈ ਸ਼ੁੱਧ ਪੜ੍ਹਨ ਤੇ ਸ਼ੁੱਧ ਅਰਥ, ਸ਼ੁੱਧ ਅਰਥ ਸ਼ੁੱਧ ਬੋਧ। ਕਹਿੰਦੇ ਵੀ ਗੁਰਬਾਣੀ ਸ਼ੁੱਧ ਪੜ੍ਹਨ ਦੇ ਨਾਲ ਅਰਥ ਵੀ ਸਾਨੂੰ ਸ਼ੁੱਧ ਤੇ ਸਪਸ਼ਟ ਪਤਾ ਲੱਗੇਗਾ, ਤੇ ਸਪਸ਼ਟ ਅਰਥ ਦੇ ਨਾਲ ਮਹਾਰਾਜ ਸਾਨੂੰ ਕੀ ਕਹਿ ਰਹੇ ਨੇ ਉਹਦਾ ਸ਼ੁੱਧ ਗਿਆਨ ਹੋਵੇਗਾ, ਸਮਝ ਚੰਗੀ ਪਵੇਗੀ। ਪਹਿਲਾਂ ਗੱਲ ਹੈ ਪੜ੍ਹਨ ਤੋਂ ਪਹਿਲਾਂ ਪਾਠ ਦਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ।
ਫਿਰ ਪਾਠ ਕਰਦਿਆਂ ਹੋਇਆਂ ਜਦੋਂ ਸ਼ੁੱਧ ਪੜਾਂਗੇ ਉਹਦਾ ਅਰਥ ਸਾਨੂੰ ਸਹੀ ਪਤਾ ਲੱਗੇਗਾ। ਜਦੋਂ ਅਰਥ ਸਹੀ ਪਤਾ ਲੱਗੇਗਾ ਉਦੋਂ ਸਾਡੀ ਸਮਝ ਸਹੀ ਆਵੇਗੀ। ਕਈ ਸਿੱਖ ਇੱਦਾਂ ਦੇ ਵੀ ਆ, ਉਹਨਾਂ ਨੂੰ ਕਿਹਾ ਵੀ ਬਾਣੀ ਵਿਚਾਰ ਕੇ ਵਿਚਾਰੀ ਸ਼ੁੱਧ ਸੰਥਿਆ ਲੈ ਕੇ ਬਾਣੀ ਫੇਰ ਪੜ੍ਹਨੀ ਚਾਹੀਦੀ। ਉਹ ਕਹਿੰਦੇ ਨਹੀਂ, ਇੱਦਾਂ ਹੁੰਦਾ ਹੈ ਵੀ ਜਿਵੇਂ ਜਿਹੜਾ ਤੋਤਲਾ ਹੁੰਦਾ ਹੈ ਨਾ ਬੱਚਾ, ਉਹਦੇ ਲਫ਼ਜ਼ ਸਾਫ਼ ਨਹੀਂ ਹੁੰਦੇ ਤੇ ਉਹ ਮਾਂ-ਬਾਪ ਨੂੰ ਉਹੀ ਚੰਗੇ ਲੱਗਦੇ ਨੇ। ਇਸ ਕਰਕੇ ਜੇ ਅਸੀਂ ਬਾਣੀ ਕਹਿੰਦਾ ਗਲਤ ਵੀ ਪੜ੍ਹਦੇ ਆ ਤਾਂ ਉਹ ਬਾਣੀ ਗੁਰੂ ਨੂੰ ਚੰਗੀ ਹੀ ਲੱਗਦੀ ਹੈ। ਤੇ ਮੈਂ ਫਿਰ ਉਹਨੂੰ ਬੇਨਤੀ ਕੀਤੀ ਵੀ ਤੇਰੀ ਗੱਲ ਬਿਲਕੁਲ ਠੀਕ ਹੈ ਵੀ ਜਿਹੜਾ ਬੱਚਾ ਹੁੰਦਾ ਹੈ ਨਾ ਤੋਤਲਾ ਬੋਲਦਾ, ਕੋਈ ਸ਼ਬਦ ਸਾਫ਼ ਨਹੀਂ ਬੋਲਦਾ। ਮਾਂ-ਬਾਪ ਬੜੇ ਖੁਸ਼ ਹੁੰਦੇ ਨੇ ਉਹਦੇ ਤੋਤਲੇ ਦੀਆਂ ਗੱਲਾਂ ਸੁਣ ਕੇ। ਪਰ ਇੱਕ ਗੱਲ ਇਹ ਵੀ ਤੈਨੂੰ ਪਤਾ ਭਾਈ ਸਿਖਾਉਣੀ ਚਾਹੀਦੀ ਹੈ, ਉਹ ਤੋਤਲਾ 2 4 5 ਸਾਲ ਬੋਲਦਾ ਚੰਗਾ ਲੱਗਦਾ, ਜੇ 10 20 ਸਾਲ ਤੱਕ ਤੋਤਲਾ ਬੋਲਦਾ ਰਹੇ ਤੇ ਮਾਂ-ਬਾਪ ਨੂੰ ਫਿਕਰ ਪੈ ਜਾਂਦਾ। ਕਦੀ ਕਿਸੇ ਡਾਕਟਰ ਕੋ ਖੜਦੇ, ਫਿਰ ਕਦੀ ਕਿਸੇ ਕੋ ਖੜਦੇ ਨੇ ਵੀ ਇਹ ਤੇ ਤੋਤਲਾ ਹੀ ਬੋਲਦਾ। ਇਸ ਕਰਕੇ ਇਹ ਇੱਕ ਤਰਕ ਦੇਣਾ ਵੀ ਬਾਣੀ ਪੜ੍ਹਨੀ ਚਾਹੀਦੀ ਹੈ ਵੀ ਤੋਤਲਾ ਹੀ ਬੋਲਣ ਦੀ ਨਿਆਈ, ਭਾਵੇਂ ਕੋਈ ਗਲਤ ਪੜ੍ਹੇ ਗੁਰੂ ਨੂੰ ਚੰਗੀ ਲੱਗਦੀ, ਹੋ ਸਕਦਾ ਵੀ ਕੁਝ ਹੱਦ ਤੀਕਰ ਚੰਗੀ ਵੀ ਲੱਗ ਜਾਵੇ ਵੀ ਅੱਜ ਪਹਿਲੇ ਦਿਨ ਬੈਠਾ ਏ, ਹਾਲਾਂ ਕੋਈ ਨਹੀਂ 10 ਦਿਨ ਹੋਏ ਨੇ 20 ਦਿਨ ਹੋਏ ਨੇ, ਹਾਲਾਂ ਸਾਲ ਹੀ ਹੋਇਆ ਏ, ਪਰ ਜੇ ਸਾਰੀ ਉਮਰ ਹੀ ਇੱਦਾਂ ਲੰਘ ਗਈ ਫੇਰ ਫਿਕਰ ਕਰਨ ਵਾਲੀ ਗੱਲ ਹੈ ਵੀ ਅੱਗੇ ਤੋਂ ਤੋਤਲੇ ਦੀ ਨਿਆਈ ਕਹਿੰਦੇ ਵੀ ਉੱਥੇ ਕੀ ਹੈ, ਸਾਫ਼ ਸ਼ੁੱਧ ਆਵਾਜ਼ ਹਰ ਇੱਕ ਮਾਂ-ਬਾਪ ਚਾਹੁੰਦਾ ਹੈ ਵੀ ਮੇਰੇ ਬੱਚੇ ਦੀ ਹੋਵੇ। 5-6 ਸਾਲਾਂ ਬਾਅਦ ਬੱਚਾ ਗੱਲਾਂ ਨਾ ਕਰੇ ਤੇ ਮਾਂ-ਬਾਪ ਫਿਕਰ ਕਰਦੇ ਨੇ, ਅਰਦਾਸਾਂ ਕਰਾਉਂਦੇ ਨੇ। ਇਸ ਕਰਕੇ ਸਾਨੂੰ ਵੀ ਫਿਕਰ ਕਰਨਾ ਚਾਹੀਦਾ ਹੈ ਵੀ ਗੁਰਬਾਣੀ ਪੜ੍ਹਦਿਆਂ ਸਾਲ 1.5 ਸਾਲ ਹੋ ਗਿਆ, 2 ਸਾਲ ਹੋ ਗਏ, ਪਰ ਹਾਲਾਂ ਵੀ ਬਾਣੀ ਸ਼ੁੱਧ ਪੜ੍ਹਨੀ ਨਹੀਂ ਜੇ ਆਈ ਤਾਂ ਫਿਰ ਫਿਕਰ ਕਰਨਾ ਚਾਹੀਦਾ। ਕਲਗੀਧਰ ਸਾਹਿਬ ਜੀ ਕਹਿੰਦੇ ਵੀ ਗੁਰਬਾਣੀ ਸ਼ੁੱਧ ਪੜ੍ਹੋ, ਜਿਵੇਂ ਕੰਮ ਘਰ ਦਾ ਕੋਈ ਵਿਗੜਿਆ ਹੋਵੇ ਉਹ ਕੰਮ ਸੁਧਾਰ ਲਈਦਾ ਏ, ਐਵੇਂ ਜੇ ਗੁਰਬਾਣੀ ਗਲਤ ਪੱਕੀ ਵੀ ਹੈ ਤਾਂ ਸੰਥਿਆ ਕਰਕੇ ਕਿਸੇ ਦੇ ਕੋਲੋਂ ਉਹਦਾ ਸ਼ੁੱਧ ਉਚਾਰਨ ਸਿੱਖ ਲਵੋ। ਤੇ ਮੋਰ ਸ਼ਬਦ ਸੁਧਾਰੈ ਜੇ ਨੈ। ਪਰ ਜੇ ਕੋਈ ਗੁਰੂ ਦਾ ਸਿੱਖ ਜਿਹਨੂੰ ਪਤਾ ਵੀ ਲੱਗ ਜਾਵੇ ਵੀ ਮੈਂ ਗਲਤ ਪੜ੍ਹ ਰਿਹਾ ਹਾਂ, ਪਰ ਉਹ ਜੇ ਸੁਧਾਰੇ ਨਾ, ਉਹਨੂੰ ਦਸੀਏ ਵੀ ਭਈਆ ਤੂੰ ਗਲਤ ਪੜ੍ਹ ਰਿਹਾ ਇਹਨੂੰ ਇੱਦਾਂ ਪੜ੍ਹ, ਪਰ ਉਹ ਜੇ ਫੇਰ ਵੀ ਨਾ ਸੁਧਾਰੇ ਨਹੀਂ ਭਾਵਨਾ ਸੋ ਨਰ ਮੈਂ ਤਾਂ ਦਸਮ ਪਾਤਸ਼ਾਹ ਕਹਿੰਦੇ ਜਾਣ ਲਓ ਵੀ ਉਸ ਬੰਦੇ ਦੇ ਅੰਦਰ ਗੁਰੂ ਮਹਾਰਾਜ ਦੀ ਬਾਣੀ ਦੀ ਭਾਵਨਾ ਹੀ ਹੈ ਨਹੀਂ ਹੈ। ਉਹ ਬਿਲਕੁਲ ਕਹਿੰਦੇ ਵੀ ਭਾਵਨਾ ਤੋਂ ਰਹਿਤ ਹੈ ਵੀ ਜੇ ਉਸ ਬੰਦੇ ਨੂੰ ਪਤਾ ਲੱਗ ਜੇ ਵੀ ਮੈਂ ਗਲਤ ਕਰ ਰਿਹਾ ਰੋਜ਼ ਕਰ ਰਿਹਾ, ਕੋਈ ਦੱਸੇ ਵੀ ਇਹਨੂੰ ਇੱਦਾਂ ਪੜ੍ਹ, ਪਰ ਉਹ ਫੇਰ ਵੀ ਉਹਨੂੰ ਬਾਣੀ ਨੂੰ ਗਲਤ ਪੜ੍ਹਨੋਂ ਨਾ ਹਟੇ, ਇਹਦਾ ਮਤਲਬ ਹੈ ਵੀ ਉਸ ਗੁਰਸਿੱਖ ਦੇ ਅੰਦਰ ਭਾਵਨਾ ਹੀ ਨਹੀਂ ਹੈ। ਜਿਵੇਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਅਕਾਲ ਉਸਤਤ ਦੇ ਵਿੱਚ ਬਚਨ ਆਉਂਦਾ, ਉਹ ਮਹਾਰਾਜ ਜੀ ਨੇ ਤੁਕ ਉਚਾਰ ਕੇ ਦੱਸੀ ਵੀ ਗਿਆਨ ਕੇ ਬਹੀਨ ਜਗ ਜਾਰੇ ਹੀ ਮਰਤ ਹੈ। ਕਹਿੰਦੇ ਵੀ ਜਿਹੜੇ ਇਸ ਗਿਆਨ ਤੋਂ ਹੀਣੇ ਨੇ, ਸ਼ੁੱਧ ਬਾਣੀ ਪੜ੍ਹਨ ਦਾ ਜਿਹੜੇ ਗਿਆਨ ਨਹੀਂ ਹਾਸਲ ਕਰਦੇ, ਗਿਆਨ ਕੇ ਬਹੀਨ, ਕਹਿੰਦੇ ਵੀ ਜਿਹੜਾ ਗਿਆਨ ਤੋਂ ਬਹੀਨ ਨਾਮ ਹੈ ਰਹਿਤ ਦਾ, ਖਾਲੀ ਦਾ। ਗਿਆਨ ਕੇ ਬਹੀਨ ਯਕ ਯਾਰੇ ਹੀ ਮਰਤ ਹੈ। ਸਾਹਿਬ ਜੀ ਕਹਿੰਦੇ ਵੀ ਉਹ ਹੱਠ ਦੀ ਅਗਨੀ ਦੇ ਸਾੜੇ ਹੋਏ ਹੀ ਕਹਿੰਦੇ ਸੜ ਕੇ ਮਰ ਜਾਂਦੇ ਹਨ। ਜਿਹੜੇ ਗੁਰਬਾਣੀ ਦਾ ਸ਼ੁੱਧ ਪਾਠ ਨਹੀਂ ਕਰਦੇ ਉਹ ਸੜ ਕੇ ਦੁਖੀ ਹੋ ਕੇ ਮਰਦੇ ਹਨ, ਗਲਤ ਪੜਨ ਵਾਲੇ। ਤੁਕ ਅਕਾਲ ਉਸਤਤ ਕੀ ਗਾਈ। ਇਸ ਤਰ੍ਹਾਂ ਅਕਾਲ ਉਸਤਤ ਦੀ ਬਾਣੀ ਦੀ ਤੁਕ ਪੜ ਕੇ ਵਿਗਿਆਨ ਕੇ ਬਹੀਨ ਯਕ ਯਾਰੇ ਹੀ ਮਰਤ ਹੈ। ਮਹਾਰਾਜ ਨੇ ਤੁਕ ਪੜ ਕੇ ਤੇ ਗੱਲ ਮੁਕਾਉਂਦਿਆਂ ਹੋਇਆ ਇਹ ਬੇਨਤੀ ਸਿੱਖ ਸੰਗਤ ਨੇ ਜੋ ਕੀਤੀ ਸੀ, ਉਹਨਾਂ ਨੂੰ ਉਪਦੇਸ਼ ਦਿੰਦਿਆਂ ਮਹਾਰਾਜ ਨੇ ਕਿਹਾ ਵੀ ਗੁਰਬਾਣੀ ਸ਼ੁੱਧ ਪੜ੍ਹ ਲੈਣੀ ਚਾਹੀਦੀ ਹੈ। ਜਿਹੜੇ ਨਹੀਂ ਪੜ੍ਹਦੇ ਭਾਵਨਾ ਤੋਂ ਰਹਿਤ ਜਿਹੜੇ ਨੇ ਉਹ ਸੜਦੇ ਬਲਦੇ ਰਹਿੰਦੇ ਹਨ। ਪੰਚ ਬਿਦਨ ਸਿੱਖੀ ਸੁਨ ਭਾਈ। ਫਿਰ ਏਦਾਂ ਹੋਰ ਇਤਿਹਾਸ 'ਚ ਏਦਾਂ ਵੀ ਲਿਖਿਆ ਵੀ ਜਦੋਂ ਇਹ ਗੱਲ ਹੋਈ ਨਾ ਤਾਂ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਗੁਰਬਾਣੀ ਦੇ ਅਰਥ ਫਿਰ ਤੁਸੀਂ ਆਪ ਪੜ੍ਹਾਓ, ਕਿਉਂਕਿ ਅਰਥ ਜਾਣੇ ਤੋਂ ਬਗੈਰ ਬਾਣੀ ਸ਼ੁੱਧ ਨਹੀਂ ਪੜ੍ਹੀ ਜਾ ਰਹੀ। ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਇਹ ਦਾਤ ਬਖਸ਼ੋ। ਤਾਂ ਫਿਰ ਕਲਗੀਧਰ ਮਹਾਰਾਜ ਜੀ ਨੇ ਉਦੋਂ ਕਿਹਾ ਸੀ ਵੀ ਹੁਣ ਤਾਂ ਸਮਾਂ ਜੰਗਾਂ ਯੁੱਧਾਂ ਦਾ ਏ, ਵੀ ਗੱਲ ਤਾਂ ਦਇਆ ਸਿੰਘ ਜੀ ਤੁਹਾਡੀ ਵੀ ਠੀਕ ਹੈ ਵੀ ਗੁਰਬਾਣੀ ਦੇ ਅਰਥ ਸਿੱਖਣੇ ਤਾਂ ਪੈਣਗੇ, ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦਾ ਪਾਠ ਤਾਂ ਸਿੱਖਣਾ ਪਵੇਗਾ। ਤੇ ਭਾਈ ਦਇਆ ਸਿੰਘ ਨੇ ਕਿਹਾ ਸੀ ਫਿਰ ਮਹਾਰਾਜ ਤੁਸੀਂ ਕਿਰਪਾ ਕਰੋ। ਤਾਂ ਸਾਹਿਬ ਕਹਿੰਦੇ ਵੀ ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ ਏ,
ਕੁਝ ਸਮਾਂ ਲੰਘ ਲੈਣ ਦਿਓ, ਫਿਰ ਸਾਨੂੰ ਚੇਤੇ ਕਰਾਇਆ। ਜਦੋਂ ਦਮਦਮਾ ਸਾਹਿਬ ਪਹੁੰਚੇ ਸਨ ਨਾ ਮਹਾਰਾਜ, ਉੱਥੇ ਫਿਰ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਵੀ ਮਹਾਰਾਜ ਹੁਣ ਕਰੋ ਕਿਰਪਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਜਾਓ ਕਰਤਾਰਪੁਰੋਂ 25 ਸਿੱਖ ਜਾ ਕੇ ਤੇ ਗੁਰੂ ਅਰਜਨ ਦੇਵ ਵਾਲਾ ਸਰੂਪ ਲੈ ਕੇ ਆਓ। ਉਤੋਂ ਵੇਖ ਕੇ ਨਾਲੇ ਬਾਣੀ ਲਿਖਦੇ ਆ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਵਾਂਗੇ, ਨਾਲੇ ਤੁਹਾਨੂੰ ਪਾਠ ਤੇ ਅਰਥ ਪੜਾਵਾਂਗੇ। ਧੀਰ ਮੱਲੀਆਂ ਨੇ ਉਹ ਸਰੂਪ ਨਹੀਂ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਕੰਠੋਂ ਉਚਾਰੀ। ਸਤਿਗੁਰੂ ਮਹਾਰਾਜ ਜੀ ਪਹਿਲੇ ਪੈਰ ਗੁਰਬਾਣੀ ਉਚਾਰਦੇ ਸਨ, ਪਿਛਲੇ ਪੈਰ ਗੁਰਬਾਣੀ ਦਾ ਪੜ੍ਹਨ ਦਾ ਢੰਗ ਤਰੀਕਾ ਦੱਸਦੇ ਤੇ ਉਹਦੇ ਅਰਥ ਦੱਸਦੇ ਸਨ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਓਂਕਾਰ ਤੋਂ ਲੈ ਕੇ 18 10 20 ਤੀਕਰ ਗੁਰਬਾਣੀ ਉਚਾਰ ਕੇ ਸਤਿਗੁਰੂ ਸਾਹਿਬ ਜੀ ਨੇ ਲਗਾ ਮਾਤਰਾ ਦੇ ਸਹਿਤ ਪਾਠ ਕਰਨਾ ਤੇ ਅਰਥ ਕਰਨੇ ਸਿੱਖਾਂ ਨੂੰ ਦੱਸੇ। 48 ਸਿੱਖਾਂ ਨੇ ਉਹ ਪਾਠ ਸਿੱਖਿਆ ਸੀ, ਜਿਨ੍ਹਾਂ ਚੋਂ ਸਾਰੇ ਦੇ ਸਾਰੇ ਬਦੇ ਮੁਕਤ ਹੋ ਗਏ। ਪਰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਮਹਾਰਾਜ ਜੀ ਨੇ ਆਖਿਆ ਵੀ ਤੁਸੀਂ ਹੀ ਜੇ ਬਦੇ ਮੁਕਤ ਹੋ ਗਏ ਤਾਂ ਫਿਰ ਗੁਰਬਾਣੀ ਜਿਹੜੀ ਪੜ੍ਹੀ ਸੁਣੀ ਇਹਦਾ ਪ੍ਰਚਾਰ ਅੱਗੇ ਕੌਣ ਕਰੇਗਾ। 46 ਸਿੱਖ ਤਾਂ ਜਿਹੜੇ ਬਦੇ ਮੁਕਤ ਹੋਏ ਰਹੇ, ਪਰ 2 ਸਿੱਖ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਸਾਹਿਬ, ਇਹਨਾਂ ਨੂੰ ਕਿਹਾ ਤੁਸੀਂ ਅੱਗੇ ਤੋਂ ਇਹ ਅੱਗੇ ਸਿੱਖਾਂ ਨੂੰ ਪੜ੍ਹਾਓ। ਇਹ ਅੱਗੇ ਤੋਂ ਅੱਗੇ ਫਿਰ ਉਹ ਸੰਪਰਦਾਵਾਂ ਚੱਲੀਆਂ। ਭਾਈ ਮਨੀ ਸਿੰਘ ਤੋਂ ਬਾਬਾ ਦੀਪ ਸਿੰਘ ਤੋਂ ਸ਼ੁੱਧ ਬਾਣੀ ਦਾ ਪਾਠ ਕਰਨਾ ਤੇ ਗੁਰਬਾਣੀ ਦੇ ਅਰਥ ਜਾਣਨ ਵਾਲੀਆਂ। ਇਵੇਂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸ਼ੁੱਧ ਬਾਣੀ ਪੜ੍ਹਨ ਦਾ ਜਿਹੜਾ ਮਹਾਤਮ ਹੈ ਉਹ ਦੱਸਿਆ ਵੀ ਸ਼ੁੱਧ ਬਾਣੀ ਪੜ੍ਹਨ ਦੇ ਨਾਲ ਮੁਕਤੀ ਮਿਲਦੀ ਆ, ਗਲਤ ਬਾਣੀ ਪੜ੍ਹਨ ਨਾਲ ਤਾਂ ਫਿਰ ਅੱਗੇ ਮਾਰ ਹੀ ਪਵੇਗੀ। ਤਦੇ ਕੀ ਇੱਕ ਦੇਖਾ ਦੇਖੀ। ਮਹਾਰਾਜ ਫਿਰ ਹੋਰ ਉਪਦੇਸ਼ ਦੇਣ ਲੱਗ ਪਏ। ਪੰਜ ਬਿਦਨ ਸਿੱਖੀ ਸੁਣ ਭਾਈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹੇ ਭਰਾਵੋ, ਇਹ ਗੁਰੂ ਸਿੱਖ ਪਿਆਰਿਓ, 5 ਤਰ੍ਹਾਂ ਦੀ ਸਿੱਖੀ ਹੈ, 5 ਤਰ੍ਹਾਂ ਦੇ ਸਿੱਖ ਹਨ, ਉਹ ਵੀ ਸੁਣਨਾ ਕਰੋ। ਕਿਹੜੇ ਕਿਹੜੇ? ਧੰਦੇ ਕੀ ਇੱਕ ਦੇਖਾ ਦੇਖੀ। ਇੱਕ ਸਿੱਖੀ ਆ ਧੰਦੇ ਦੀ, ਇੱਕ ਸਿੱਖੀ ਆ ਦੇਖਾ ਦੇਖੀ ਦੀ। ਹਿਰਸੀ ਪ੍ਰੈ ਸਿਦਕੀ ਅਵਰੇ ਕੀ। ਤੀਸਰੀ ਸਿੱਖੀ ਆ ਹਿਰਸ ਦੀ, ਲਾਲਚ ਦੀ। ਚੌਥੀ ਹੈ ਸਿਦਕ ਦੀ ਵੇਖੀ ਜਾਂਦੀ ਹੈ। ਪੰਚਮ ਹੈ ਭਾਵ ਕੀ ਭਲੇ। ਤੇ ਮਹਾਰਾਜ ਕਹਿੰਦੇ ਵੀ ਜਿਹੜੀ ਪੰਜਵੀਂ ਸਿੱਖੀ ਹੈ ਉਹ ਭਾਵਨਾ ਦੀ ਹੈ, ਪ੍ਰੇਮ ਦੀ ਹੈ, ਪ੍ਰੇਮ ਭਾਵਨਾ ਦੀ ਚੰਗੀ ਸਿੱਖੀ ਹੈ। 5 ਪ੍ਰਕਾਰ ਦੀ ਸਿੱਖੀ ਮਹਾਰਾਜ ਨੇ ਦੱਸੀ, ਜਿਹਨੂੰ ਖੋਲ ਕੇ ਦੱਸਦੇ ਨੇ। 3 ਤਰ੍ਹਾਂ ਦੀ ਸਿੱਖੀ ਤੇ ਉਹ ਹੈ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਤੇ 2 ਤਰ੍ਹਾਂ ਦੇ ਸਿੱਖ ਉਹ ਸਿੱਖੀ ਧਾਰਦੇ ਨੇ ਜਿਹੜੇ ਸਿਦਕੀ ਦੇ ਪ੍ਰੇਮਵਾਨ ਹਨ। ਪਾਤਸ਼ਾਹ ਕਹਿੰਦੇ ਵੀ ਇਹ 5 ਤਰ੍ਹਾਂ ਦੀ ਸਿੱਖੀ ਹੈ। ਧੰਦੇ ਦੀ ਸਿੱਖੀ, ਦੇਖਾ ਦੇਖੀ ਦੀ ਸਿੱਖੀ, ਹਿਰਸ ਲਾਲਚ ਦੀ ਸਿੱਖੀ, ਫਿਰ ਸਿਦਕ ਦੀ ਸਿੱਖੀ ਤੇ ਪ੍ਰੇਮ ਦੀ ਸਿੱਖੀ। ਇਹ ਕਿਹੜੀ ਕਿਹੜੀ ਆ ਖੋਲ ਕੇ ਦੱਸਦੇ ਹਨ। ਪ੍ਰਥਮਾ ਇਮ ਜਿਮ ਭਾਈ ਚਲੇ। ਕਹਿੰਦੇ ਪਹਿਲੀ ਜਿਹੜੀ ਸਿੱਖੀ ਆ ਨਾ ਧੰਦੇ ਦੀ, ਉਹ ਤਾਂ ਇਦਾਂ ਹੈ ਵੀ ਜਿਵੇਂ ਭਾਈਚਾਰਾ ਜਿਹੜੇ ਪਾਸੇ ਸਾਰਾ ਚੱਲੇ ਨਾ, ਵੀ ਘਰ ਦਾ ਟੱਬਰ, ਚਾਚੇ ਤਾਏ, ਹੋਰ ਰਿਸ਼ਤੇਦਾਰ, ਉਹ ਸਾਰਿਆਂ ਨੇ ਜੇ ਕਦੇ ਅੰਮ੍ਰਿਤ ਛਕ ਲਿਆ ਹੋਵੇ ਵੀ ਸਾਰੇ ਇੱਧਰਲੇ ਪਾਸੇ ਨੂੰ ਲੱਗ ਗਏ ਹੋਣ, ਜਿੱਧਰ ਨੂੰ ਭਾਈਚਾਰਾ ਇਕੱਠਾ ਹੋ ਕੇ ਚੱਲਦਾ ਹੋਵੇ, ਜਿਹਦੇ ਨਾਲ ਬੰਦੇ ਦਾ ਕਾਰ ਵਿਹਾਰ ਹੈ, ਕੰਮ ਕਾਜ ਹੈ। ਸਭ ਸਗਰੇ ਮੁਝ ਨਿਗੁਰਾ ਕਹੈ। ਫਿਰ ਉਹ ਕਈ ਲੋਕ ਵਿਚਾਰਦੇ ਨੇ ਵੀ ਮੇਰੇ ਪਰਿਵਾਰ ਵਿੱਚੋਂ ਮੇਰੇ ਭਰਾ, ਮੇਰੇ ਭੈਣ, ਮਾਤਾ ਪਿਤਾ, ਚਾਚੇ ਤਾਏ, ਜੋ ਵੀ ਰਿਸ਼ਤੇਦਾਰੀਆਂ ਨੇ, ਵੀ ਇਹ ਤਾਂ ਸਾਰੇ ਗੁਰੂ ਦੇ ਸਿੱਖ ਬਣ ਗਏ ਨੇ ਅੰਮ੍ਰਿਤ ਛਕ ਕੇ, ਤੇ ਜੇ ਮੈਂ ਹੁਣ ਇਕੱਲਾ ਰਹਿ ਗਿਆ ਇਹਨਾਂ ਦੇ ਵਿੱਚ ਨੇ ਅੰਮ੍ਰਿਤ ਨਹੀਂ ਛਕਿਆ, ਸਿੱਖੀ ਨਹੀਂ ਧਾਰੀ, ਤੇ ਜੇ ਮੈਂ ਵੀ ਸਿੱਖੀ ਨਹੀਂ ਧਾਰੂੰਗਾ ਤਾਂ ਇਹ ਸਾਰੇ ਮੈਨੂੰ ਨਗੁਰਾ ਨਗੁਰਾ ਕਿਹਾ ਕਰਨਗੇ। ਹੁਣ ਵਰਤੋਂ ਵਿਹਾਰ ਇਹਨਾਂ ਨਾਲ ਹੀ ਹੈ, ਕੰਮ ਕਾਜ ਮੇਰਾ ਇਹਨਾਂ ਸਾਰਿਆਂ ਨਾਲ ਹੀ ਚੱਲਣਾ ਹੈ। ਭਾਈ ਜੀ ਜੰਮਣੇ ਮਰਨੇ ਜਿਹੜੇ ਹਨ ਇਹਨਾਂ ਦੇ ਨਾਲ ਮੈਨੂੰ ਵਰਤਣਾ ਪੈਣਾ ਹੈ। ਜੇ ਮੈਂ ਗੁਰੂ ਨਹੀਂ ਧਾਰਾਂਗਾ ਤਾਂ ਇਹ ਸਾਰੇ ਮੈਨੂੰ ਕਿਹਾ ਕਰਨਗੇ ਨਗੁਰਾ ਹੈ, ਵੀ ਇਹਦੇ ਨਾਲ ਅਸੀਂ ਕੋਈ ਸਾਂਝ ਨਹੀਂ ਰੱਖਣੀ। ਲੈ ਸਿੱਖੀ ਧੰਦੇ ਕੀ ਹੈ। ਤੇ ਫਿਰ ਮਹਾਰਾਜ ਕਹਿੰਦੇ ਲੈ ਸਿੱਖੀ। ਫਿਰ ਉਹ ਇਹ ਸੋਚ ਕੇ ਸਿੱਖੀ ਧਾਰ ਲੈਂਦਾ, ਅੰਮ੍ਰਿਤ ਛਕਦਾ ਵੀ ਚਲੋ ਬਾਕੀਆਂ ਸਾਰਿਆਂ ਛਕਿਆ ਏ ਤੇ ਆਪਾਂ ਇਹਨਾਂ ਦੇ ਵਿੱਚ ਰਹਿਣਾ ਹੈ, ਵੀ ਲੋੜ ਪੈਂਦੀ ਆ ਤੇ ਆਪਾਂ ਵੀ ਛਕ ਲੈਨੇ। ਉੱਦਾਂ ਇਹ ਸਾਡਾ ਕੋਈ ਧੰਦਾ ਕੋਈ ਕੰਮ ਕਾਰਜ ਨਹੀਂ ਹੋਵੇਗਾ। ਇੱਦਾਂ ਕਹਿੰਦੇ ਵੀ ਜਿਹੜਾ ਸਿੱਖ ਇਹ ਸੋਚ ਕੇ ਬਣ ਜਾਂਦਾ ਹੈ ਵੀ ਮੇਰਾ ਸਾਰਾ ਭਾਈਚਾਰਾ ਇਸ ਪਾਸੇ ਨੂੰ ਹੈ, ਤਾਂ ਮੈਂ ਵੀ ਕਹਿੰਦੇ ਵੀ ਧਾਰਨ ਕਰਾਂ
ਇਹ ਲੈ ਸਿੱਖੀ ਧੰਦੇ ਕੀ ਹੈ। ਉਹ ਜਿਹੜਾ ਸਿੱਖ ਬਣਦਾ ਇਹ ਕਹਿੰਦੇ ਵੀ ਇਹਨੂੰ ਕਹਿੰਦੇ ਨੇ ਧੰਦੇ ਦੀ ਸਿੱਖੀ ਹੈ। ਧੰਦੇ ਦੀ ਸਿੱਖੀ ਹੋ ਗਈ ਨਾ ਵੀ ਲੋੜਾਂ ਪੂਰੀਆਂ ਕਰਨੀਆਂ ਨੇ, ਵੀ ਜੰਮਣੇ ਮਰਨੇ ਸਾਰਿਆਂ ਦੇ ਆਉਣਾ ਵੀ ਹੈ, ਉਹਨਾਂ ਨੂੰ ਸੱਦਣਾ ਵੀ ਹੈ, ਆਪ ਵੀ ਜਾਣਾ ਹੈ, ਵੀ ਇਹਨਾਂ ਨਾਲ ਕੋਈ ਵਪਾਰ ਵੀ ਕਰਾਂਗੇ, ਕੋਈ ਕਾਰ ਵਿਹਾਰ, ਕੋਈ ਪੈਸੇ ਦਾ ਲੈਣ ਦੇਣ ਵੀ ਇਹਨਾਂ ਨੇ ਹੀ ਕਰਨਾ ਹੈ ਜਿਹੜੇ ਜਾਣ ਪਛਾਣ ਵਾਲੇ ਨੇ। ਇਹ ਸੋਚ ਕੇ ਕਹਿੰਦੇ ਵੀ ਜਿਹੜਾ ਅੰਮ੍ਰਿਤ ਛਕਦਾ ਏ ਇਹਨੂੰ ਧੰਦੇ ਦੀ ਸਿੱਖੀ ਆਂਦੇ ਹਨ। ਉਹ ਇੱਕ ਸਿੱਖ ਬਣਿਓ ਕਿ ਦੇਖਾ। ਤੇ ਫਿਰ ਦੂਜੀ ਜਿਹੜੀ ਸਿੱਖੀ ਆ ਨਾ ਦੇਖਾ ਦੇਖੀ ਦੀ, ਉਹ ਇਹ ਹੈ ਵੀ ਕੋ ਇੱਕ ਸਿੱਖ ਬਣਿਓ ਕਿ ਦੇਖਾ, ਵੀ ਜਿਵੇਂ ਕਿਸੇ ਬੰਦੇ ਨੇ ਵੇਖਿਆ ਹੋਵੇ ਵੀ ਸਾਡੇ ਨਗਰ ਦੇ ਵਿੱਚੋਂ ਵੀ ਫਲਾਨਾ ਜਿਹੜਾ ਇਹ ਅੰਮ੍ਰਿਤ ਛਕ ਕੇ ਦੇ ਸਿੰਘ ਸੱਜ ਗਿਆ ਹੈ, ਸਦਨ ਪਦਾਰਥ ਭਲੇ ਬਸ਼ੇਖਾ। ਤੇ ਫਿਰ ਇਹ ਚੀਜ਼ ਵੇਖੇ ਬੰਦਾ ਵੀ ਉਹ ਫਲਾਨੇ ਨੇ ਜਿੱਦਣ ਦਾ ਅੰਮ੍ਰਿਤ ਛਕਿਆ ਹੈ ਵੀ ਉਹਦੇ ਘਰ ਵਿੱਚ ਤਾਂ ਪਦਾਰਥ ਹੀ ਬੜੇ ਆ ਗਏ ਨੇ, ਵੀ ਕੋਈ ਸਿੱਖ ਅੰਮ੍ਰਿਤ ਛਕ ਲਵੇ ਤਿਆਰ ਵਰ ਤਿਆਰ ਹੋ ਜਾਵੇ ਤੇ ਰੱਬੀ ਉਹਦੇ ਘਰ ਦੇ ਵਿੱਚ ਬਰਕਤਾਂ ਪੈ ਜਾਣ। ਨਹੀਂ ਤੇ ਇਹੋ ਜਿਹਾ ਕੋਈ ਲਾਲਚ ਨਹੀਂ ਹੈ ਗੁਰਮਤਿ ਦੇ ਵਿੱਚ ਵੀ ਤੂੰ ਅੰਮ੍ਰਿਤ ਛਕੇਂਗਾ ਤੇ ਤੈਨੂੰ ਆਹ ਪਦਾਰਥ ਮਿਲਣਗੇ। ਮਹਾਰਾਜ ਲਾਲਚ ਬਿਲਕੁਲ ਨਹੀਂ ਦਿੰਦੇ। ਉਹ ਤਾਂ ਕਹਿੰਦੇ ਵੀ ਪਹਿਲਾਂ ਮਰਨ ਕਬੂਲ, ਵੀ ਇੱਥੇ ਪਹਿਲਾਂ ਇਹ ਪ੍ਰਣ ਕਰ ਵੀ ਹਾਂ ਮੈਂ ਮਰਨ ਨੂੰ ਤਿਆਰ ਹਾਂ। ਇਸ ਕਰਕੇ ਕਹਿੰਦੇ ਵੀ ਦੂਜੇ ਸਿੱਖ ਉਹ ਨੇ ਵੀ ਜਿਵੇਂ ਕਿਸੇ ਨੂੰ ਅੰਮ੍ਰਿਤ ਛਕਿਆ ਵੇਖ ਲੈਣ ਵੀ ਇਹਨੇ ਹੁਣੇ ਅੰਮ੍ਰਿਤ ਛਕਿਆ ਹੈ। ਅੰਮ੍ਰਿਤ ਛਕਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਚੰਗੇ ਬਹੁਤੇ ਪਦਾਰਥ ਆ ਜਾਣ। ਬਿਤ ਪਤ ਦੁੱਧ ਆਦਰ ਆਰ। ਵੀ ਇਹਦੀ ਵੀ ਕੁਲ ਬੜੀ ਵੱਧ ਗਈ ਹੈ, ਧੀਆਂ ਪੁੱਤਰ ਇਹਦੇ ਬੜੇ ਚੰਗੇ ਹਨ, ਇਹਦੇ ਕੋਲ ਧਨ ਬੜਾ ਆ ਗਿਆ ਏ, ਫਿਰ ਇਹਦੀ ਇੱਜ਼ਤ ਪੱਤ ਬੜੀ ਆ, ਇਹ ਦੁੱਧ ਆਦਿਕ ਇਹਦੇ ਘਰ ਦੇ ਵਿੱਚ ਖੁੱਲਾ ਏ, ਵੀ ਆਦਰ ਮਾਣ ਬੜਾ ਏ, ਵੀ ਅੰਮ੍ਰਿਤਧਾਰੀ ਹੈ, ਵੀ ਇਹ ਸੱਚਾ ਗੁਰੂ ਦਾ ਸਿੱਖ ਹੈ, ਇਹ ਕਦੀ ਝੂਠ ਨਹੀਂ ਬੋਲਦਾ। ਉਹਦਾ ਫਿਰ ਆਦਰ ਮਾਣ ਹੁੰਦਾ ਏ। ਕਹਿੰਦੇ ਵੀ ਇਹ ਆਦਰ ਮਾਣ ਹੁੰਦਾ ਵੇਖ ਕੇ, ਮਾਇਆ ਵੇਖ ਕਰਕੇ। ਸਰਬ ਪ੍ਰਕਾਰ ਏਰ ਐਲਾਨ। ਜਦੋਂ ਇਹ ਵੇਖ ਲੈਂਦਾ ਵੀ ਇਹ ਜਿਹੜੇ ਸਿੱਖ ਨੇ ਸਿੱਖੀ ਧਾਰਨ ਕੀਤੀ, ਅੰਮ੍ਰਿਤ ਛਕਿਆ ਵੀ ਇਹਨੂੰ ਤਾਂ ਸਭ ਤਰ੍ਹਾਂ ਕਰਕੇ ਬੜਾ ਆਨੰਦ ਪ੍ਰਾਪਤ ਹੋ ਰਿਹਾ ਏ। ਲੋਭ ਪਦਾਰਥ ਕੋ ਮਨ ਭਇਓ। ਕਹਿੰਦੇ ਵੀ ਉਹਦੇ ਮਨ ਵਿੱਚ ਲੋਭ ਆ ਗਿਆ ਵੀ ਜੇ ਮੈਂ ਵੀ ਅੰਮ੍ਰਿਤ ਛਕਾਂਗਾ ਤੇ ਫਿਰ ਮੇਰੇ ਵੀ ਘਰ ਵਿੱਚ ਇਦਾਂ ਦੇ ਪਦਾਰਥ ਆ ਜਾਣਗੇ। ਗੁਰ ਕੋ ਸਿੱਖ ਹੋਏ ਸੋ ਗਇਓ। ਤੇ ਇਹ ਚੀਜ਼ ਵੇਖ ਕਰਕੇ ਮਨ ਵਿੱਚ ਪਦਾਰਥਾਂ ਦਾ ਲੋਭ ਕਰਕੇ ਵੀ ਫਲਾਨੇ ਨੇ ਅੰਮ੍ਰਿਤ ਛਕਿਆ ਸੀ, ਉਹਦਾ ਬਹੁਤ ਹੀ ਮਾਣ ਸਨਮਾਨ ਵੱਧ ਗਿਆ। ਫਲਾਨੇ ਨੇ ਅੰਮ੍ਰਿਤ ਛਕਿਆ ਏ, ਉਹਦੇ ਘਰ ਦੇ ਵਿੱਚ ਬਹੁਤ ਹੀ ਕਹਿੰਦੇ ਵੀ ਲਹਿਰਾਂ ਬਹਿਰਾਂ ਆ ਗਈਆਂ ਨੇ। ਇਹ ਵੇਖ ਕਰਕੇ ਮਨ ਵਿੱਚ ਲਾਲਚ ਕਰਕੇ ਜਿਹੜਾ ਸਿੱਖੀ ਧਾਰਦਾ, ਜਿਹੜਾ ਅੰਮ੍ਰਿਤ ਛਕਦਾ ਏ, ਸਿੱਖੀ ਹੈ ਦੇਖਾ ਦੇਖੀ। ਇਹ ਮਹਾਰਾਜ ਕਹਿੰਦੇ ਵੀ 5 ਤਰ੍ਹਾਂ ਦੀ ਸਿੱਖੀ ਚੋਂ ਦੂਜੇ ਤਰ੍ਹਾਂ ਦੀ ਸਿੱਖੀ ਹੈ ਦੇਖਾ ਦੇਖੀ ਦੀ ਸਿੱਖੀ ਹੈ। ਕਈ ਵਾਰ ਸਾਧ ਸੰਗਤ ਗੱਲ ਕਈ ਆਪਾਂ ਪੂਰੀ ਖੋਲ ਕੇ ਕਿਸੇ ਦੀ ਕਹਿ ਨਹੀਂ ਸਕਦੇ, ਪਰ ਇਹ ਜਿਹੜੀ 5 ਤਰ੍ਹਾਂ ਦੀ ਸਿੱਖੀ ਹੈ ਨਾ, ਇਹ ਸਿੱਖੀ ਵੇਖ ਕਰਕੇ ਇਹ ਹਰ ਇੱਕ ਨੇ ਆਪਣੇ ਵੱਲ ਵੇਖਣਾ ਵੀ ਅਸੀਂ ਇਹਨਾਂ ਚੋਂ ਕਿੱਦਾਂ ਦੇ ਸਿੱਖ ਬਣੇ ਆ। ਜਿਹੜੇ 5 ਤਰ੍ਹਾਂ ਦੇ ਆਉਣਗੇ ਨਾ, ਇਹ 'ਚ ਆਪਾਂ ਇਹ ਕਿਸੇ ਨੂੰ ਨਹੀਂ ਗਣਾਉਣਾ ਵੀ ਉਹ ਫਲਾਨਾ ਇਦਾਂ ਦਾ ਹੈ, ਫਲਾਨਾ ਇਦਾਂ ਦਾ ਇਹ 'ਚ ਇਹ ਧਿਆਨ ਦੇਣਾ ਹੈ ਵੀ ਜਿਹੜੀ 5 ਤਰ੍ਹਾਂ ਦੀ ਸਿੱਖੀ ਮਹਾਰਾਜ ਕਹਿ ਰਹੇ ਨੇ ਵੀ ਇਹਦੇ ਵਿੱਚੋਂ ਅਸੀਂ ਕਿਹਦੇ ਵਿੱਚ ਫਿੱਟ ਬੈਠਦੇ ਹਾਂ। ਵੀ 2 ਤਾਂ ਹੋ ਗਈਆਂ। ਪਹਿਲੀ ਆ ਧੰਦੇ ਦੀ, ਵੀ ਜਿੱਧਰ ਨੂੰ ਸਾਰਾ ਟੱਬਰ ਚੱਲਿਆ ਉਧਰ ਨੂੰ ਨਾਲ ਚੱਲ ਪਏ, ਉਹਨੂੰ ਕਹਿੰਦੇ ਧੰਦੇ ਦੀ ਸਿੱਖੀ। ਤੇ ਦੂਸਰੀ ਸਿੱਖੀ ਆ ਦੇਖਾ ਦੇਖੀ ਦੀ, ਵੀ ਜੇ ਕਿਸੇ ਨੇ ਅੰਮ੍ਰਿਤ ਛਕਿਆ ਉਹਦਾ ਕੋਈ ਕਾਰੋਬਾਰ ਚੰਗਾ ਵਾਧਾ ਵੇਖਿਆ, ਵੇਖ ਲਿਆ ਵੀ ਇਹ ਅੰਮ੍ਰਿਤ ਛਕ ਕੇ ਵੀ ਚੰਗਾ ਤਗੜਾ ਬਣ ਗਿਆ ਤੇ ਲੋਭ ਧਾਰ ਕੇ ਫੇਰ ਸਿੱਖ ਬਣ ਗਿਆ। ਕਹਿੰਦੇ ਵੀ ਇਹ ਦੇਖਾ ਦੇਖੀ ਦੀ ਸਿੱਖੀ ਆ। ਜਿਵੇਂ ਕਈ ਲੋਕ ਕਹਿ ਦਿੰਦੇ ਨੇ, ਲੀਡਰ ਆਮ ਹੀ ਕਹਿੰਦੇ ਫਲਾਨਿਆ ਤੈਨੂੰ ਗੁਰਦੁਆਰੇ ਲਵਾਈਏ, ਉੱਥੇ ਨੌਕਰੀ ਲਵਾ ਦਈਏ, ਮੂੰਹ ਸਿਰ ਮੁੰਨਿਆ ਹੁੰਦਾ। ਕਹਿੰਦਾ ਗੱਲ ਤੇ ਠੀਕ ਹੈ ਵੀ ਫਲਾਨਾ ਬੰਦਾ ਜਾਂਦਾ ਹੈ, ਉਹਨੂੰ ਬੜੀ ਮਾਇਆ ਮਿਲਦੀ, ਉਹਦੀ ਇੰਨੀ ਤਨਖਾਹ ਹੋ ਗਈ ਹੈ, ਬਸ ਇਸੇ ਕਰਕੇ ਉਹ ਫਿਰ ਕਹਿੰਦਾ 10 ਦਿਨ ਵਾਲ ਵੂਲ ਜੇ ਵਧਾ ਕੇ ਅੰਮ੍ਰਿਤ ਦਾ ਸਰਟੀਫਿਕੇਟ ਬਣਾ ਕੇ ਲਾਇਆ। ਉਹ ਵਾਲ ਰੱਖ ਲੈਂਦਾ ਏ, ਫਿਰ ਅੰਮ੍ਰਿਤ ਦਾ ਸਰਟੀਫਿਕੇਟ ਬਣਾ ਲੈਂਦੇ ਨੇ, ਜਾਂ ਅੰਮ੍ਰਿਤ ਛਕਦੇ ਜਾਂ ਨਹੀਂ ਵੀ ਕਈ ਛਕਦੇ ਉੱਦਾਂ ਬਣਾ ਲੈਂਦੇ ਨੇ, ਤੇ ਉਹ ਬਣਾ ਕੇ ਲੈ ਆਉਂਦੇ ਆ। ਉਹ ਅੱਗੇ ਹਾਜ਼ਰ ਕਰਾ ਕੇ ਫਿਰ ਭਰਤੀ ਹੋ ਜਾਂਦੇ ਵੀ ਗੁਰਦੁਆਰੇ ਨੌਕਰੀ ਲੱਗ ਗਿਆ। ਬੜੇ ਬੰਦੇ ਐਸੇ ਵੀ ਹੈ ਜਿਨ੍ਹਾਂ ਨੇ ਕੇਵਲ ਕੇਸ ਰੱਖੇ, ਅੰਮ੍ਰਿਤ ਛਕਿਆ ਵੀ ਗੁਰਦੁਆਰੇ ਨੌਕਰੀ ਮਿਲੀ ਵੀ ਉੱਥੇ ਤਾਂ ਇਹ ਛਕਣਾ ਹੀ ਪੈਣਾ। ਤੇ ਕਈ ਵਾਰ ਕਿਸੇ ਕਾਰਨ ਕਈਆਂ ਨੂੰ ਨੌਕਰੀ ਛੱਡਣੀ ਵੀ ਪਈ, ਉਹ ਫਿਰ ਜਾ ਕੇ ਉੱਦਾਂ ਦੇ ਬਣ ਕੇ ਜਿੱਦਾਂ ਦੇ ਆਏ ਸਨ, ਮੂੰਹ ਸਿਰ ਰਗੜ ਕੇ ਮਨਾ ਲਿਆ। ਬਹੁਤੇ ਲੋਕ ਤਾਂ ਇਸੇ ਤਰ੍ਹਾਂ ਦੇ ਹੀ ਆਉਂਦੇ ਨੇ
ਤੇ ਮਹਾਰਾਜ ਧੰਨ ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਇਹ ਦੇਖਾ ਦਿਖੀ ਦੀ ਸਿੱਖੀ ਹੈ, ਵੀ ਕਿਸੇ ਨੂੰ ਲਾਭ ਹੁੰਦਾ ਵੇਖ ਕੇ ਵੀ ਫਲਾਣੇ ਨੇ ਅੰਮ੍ਰਿਤ ਛਕਿਆ ਸੀ ਉਹਨੂੰ ਫਾਇਦਾ ਹੋ ਗਿਆ ਤੇ ਮੈਂ ਵੀ ਅੰਮ੍ਰਿਤ ਛਕ ਲਵਾਂ, ਇਹ ਦੇਖਾ ਦੇਖੀ ਦੀ ਸਿੱਖੀ ਆ। ਰਹੀ ਪਦਾਰਥ ਚਾਹੇ ਵਿਸ਼ੇਖੀ, ਕਿਉਂਕਿ ਸਿੱਖ ਬਣਨ ਦੀ ਭਾਵਨਾ ਉਹਦੇ ਅੰਦਰ ਕੋਈ ਨਹੀਂ ਸੀ, ਉਹਦੇ ਅੰਦਰ ਤਾਂ ਪਦਾਰਥਾਂ ਦੀ ਬਹੁਤੀ ਚਾਹਨਾ ਰਹਿ ਗਈ ਵੀ ਜੇ ਮੈਂ ਸਿੱਖ ਬਣਾਂਗਾ ਤਾਂ ਮੈਨੂੰ ਬਹੁਤੇ ਪਦਾਰਥ ਮਿਲਣਗੇ। ਸਤਿਗੁਰ ਸ਼ਬਦ ਨਾ ਪਰਚਾ ਪਾਇਓ, ਉਹਨੇ ਗੁਰੂ ਮਹਾਰਾਜ ਦੇ ਸ਼ਬਦ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਪਰਚਾ ਨਹੀਂ ਪਾਇਆ। ਪਰਚਾ ਪਾਉਣਾ ਵੀ ਆਪਣੇ ਮਨ ਨੂੰ ਗੁਰਬਾਣੀ ਚ ਲਾਉਣਾ ਸੀ। ਜਿਹਨੇ ਵੇਖਾ ਵੇਖੀ ਦੀ ਸਿੱਖੀ ਧਾਰਨ ਕੀਤੀ, ਜਿਹਨੇ ਧੰਦੇ ਦੀ ਸਿੱਖੀ ਭਾਈਚਾਰੇ ਨੂੰ ਵੇਖ ਕੇ ਧਾਰਨ ਕੀਤੀ, ਉਹਨੇ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜਿਆ ਹੀ ਨਹੀਂ। ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਨਾਲ ਮਨ ਨੂੰ ਪਰਚਾਇਆ ਨਹੀਂ। ਜਿਵੇਂ ਕਿਸੇ ਨੂੰ ਆਪਾਂ ਕਹਿ ਦਿੰਦੇ ਨਾ ਵੀ ਨਿਆਣੇ ਨੂੰ ਆਰੇ ਲਾਉਣਾ ਹੈ ਵੀ ਆ ਫਲਾਨੀ ਖੇਡ ਦੇ ਵਿੱਚ ਫਲਾਨੀ ਖਾਣ ਵਾਲੀ ਵਸਤੂ ਦੇ ਦਿਓ ਵੀ ਪਰਚਿਆ ਰਹੂਗਾ ਕੁਝ ਸਮਾਂ। ਇੱਦਾਂ ਹੀ ਮਨ ਨੂੰ ਪਰਚਾਉਣਾ ਸੀ ਗੁਰੂ ਦੇ ਸ਼ਬਦ ਦੇ ਨਾਲ, ਮਨ ਨੂੰ ਗੁਰ ਸ਼ਬਦ ਦੇ ਨਾਲ ਜੋੜਨਾ ਸੀ। ਤੇ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਗੁਰ ਸ਼ਬਦ ਦਾ ਪਰਚਾ ਹੀ ਨਹੀਂ ਪਾਇਆ, ਉਹਨੇ ਮਨ ਨੂੰ ਜੋੜਿਆ ਹੀ ਨਹੀਂ ਸ਼ਬਦ ਨਾਲ। ਗੁਰ ਸਰੂਪ ਨੇ ਹਿਰਦੈ ਵਸਾਇਓ, ਤੇ ਨਾ ਹੀ ਆਪਣੇ ਗੁਰੂ ਦਾ ਸਰੂਪ ਹਿਰਦੇ ਦੇ ਵਿੱਚ ਵਸਾਇਆ ਹੈ, ਨਾ ਗੁਰਬਾਣੀ ਪੜ੍ਹਦੀ ਤੇ ਨਾ ਗੁਰੂ ਦਾ ਕੋਈ ਪ੍ਰੇਮ ਦਿਲ ਵਿੱਚ ਹੈ। ਬਸ ਇਸ ਕਰਕੇ ਸਿੱਖ ਬਣਿਆ ਵੀ ਇਹਦੇ ਨਾਲ ਮੈਨੂੰ ਲਾਭ ਹੋ ਜਾਵੇਗਾ, ਕੋਈ ਫਾਇਦਾ ਹੋ ਜਾਵੇਗਾ। ਜੀ ਰਸੀ ਸਿੱਖੀ ਜਾਣੋ, ਤੀਜੀ ਤਿੰਨ ਤਰ੍ਹਾਂ ਦੀ ਤੀਸਰੀ ਪ੍ਰਕਾਰ ਦੀ ਸਿੱਖੀ ਇਹ ਹੈ ਵੀ ਜਿਹੜੀ ਹਿਰਸ ਦੀ ਹੈ, ਭਾਵ ਕਿ ਲਾਲਚ ਦੀ ਸਿੱਖੀ ਜਾਣਨਾ ਕਰੋ। ਬਹੁਤ ਜੋ ਕਰੈ ਕਰਨ ਸੋ ਠਾਨੋ, ਵੀ ਜਿਹੜਾ ਕਰਮ ਬਹੁਤ ਜ਼ਿਆਦੇ ਲੋਕ ਆਂਢ ਗੁਆਂਢ ਸਾਰੇ ਪਿੰਡ ਦੇ ਇਕੱਠੇ ਹੋ ਕੇ ਕਰਨ ਲੱਗ ਪੈਣ, ਉਸੇ ਪਾਸੇ ਨਹੀਂ ਹੋ ਜਾਣਾ। ਵੀ ਜਿਵੇਂ ਬਹੁਤ ਜ਼ਿਆਦੇ ਆਂਢੀ ਗੁਆਂਢੀ ਲਾਗੇ ਨੇੜੇ ਰਹਿਣ ਵਾਲੇ ਸਾਰੇ ਕਹਿੰਦੇ ਵੀ ਅੰਮ੍ਰਿਤ ਛਕ ਲਿਆ, ਤੇ ਉਹਦੇ ਮਨ ਵਿੱਚ ਹੋਏ ਵੀ ਇਹ ਸਾਰੇ ਇੱਧਰ ਨੂੰ ਗਏ ਆ ਵੀ ਮੈਂ ਕਿਉਂ ਪਿੱਛੇ ਰਵਾਂ, ਮੈਂ ਵੀ ਕਹਿੰਦੇ ਵੀ ਸਿੱਖ ਬਣ ਜਾ। ਜਿਵੇਂ ਪਿੱਛੇ ਜੇ ਲੀਡਰਾਂ ਨੂੰ ਕਹਿੰਦੇ ਸੀ ਆਪੋ ਆਪਣੇ ਇਲਾਕਿਆਂ 'ਚ ਅੰਮ੍ਰਿਤ ਛਕਾਓ, ਉਹਨਾਂ ਨੇ ਜੋ ਨਿਆਣਾ ਸਿਆਣਾ ਸਭ ਘੇਰ ਕੇ ਅੰਮ੍ਰਿਤ ਛਕਾਤਾ। ਵੇਖਣ ਵਾਲੇ ਨੂੰ ਇਉਂ ਲੱਗਦਾ ਵੀ ਸਾਰੇ ਗੁਰੂ ਕੇ ਸਿੰਘ ਹੀ ਸੱਜ ਗਏ ਆ। ਉਹਦਾ ਮਹੀਨੇ 2 ਮਹੀਨੇ ਬਾਅਦ ਪਤਾ ਲੱਗਿਆ ਨਾ ਵੀ ਫੇਰ ਗਾਤਰੇ ਕਲੀਦੇ ਦੇ ਸਿਰ ਨੂੰ ਜਿਹੜਾ ਉਸੇ ਤਰ੍ਹਾਂ ਦਾ ਹੀ। ਜਦੋਂ 1600 ਵਾਹਿਗੁਰੂ ਜਦੋਂ ਖਾਲਸਾ ਪੰਥ ਦਾ 300 ਸਾਲਾ 1999 ਚ ਮਨਾਇਆ, ਉਦੋਂ ਬਹੁਤ ਲੋਕਾਂ ਨੇ ਅੰਮ੍ਰਿਤ ਛਕਿਆ ਵੀ 300 ਸਾਲਾ ਆ ਗਿਆ। ਜਿਨ੍ਹਾਂ ਨੇ ਭਾਵਨਾ ਰੱਖ ਕੇ ਨਹੀਂ ਸੀ ਛਕਿਆ, ਸਿਰਫ ਇਸੇ ਕਰਕੇ ਵੀ ਸਾਡੇ ਪਿੰਡ ਦੇ ਇੰਨੇ ਬੰਦੇ ਆਏ ਆ ਆਨੰਦਪੁਰ, ਉਹਨਾਂ ਵੀ ਅੰਮ੍ਰਿਤ ਛਕ ਲਿਆ ਤੇ ਹੁਣ ਚਲੋ ਮੈਂ ਵੀ ਛਕ ਲਾਂ। ਜਿਨ੍ਹਾਂ ਨੇ ਇਹ ਵੇਖਿਆ ਵੀ ਅੱਜ ਇੰਨੀ ਸੰਗਤ ਨੇ ਅੰਮ੍ਰਿਤ ਛਕ ਲਿਆ ਤੇ ਚਲੋ ਮੈਂ ਵੀ ਛਕ ਲਾਂ, ਇਹਨੂੰ ਮਹਾਰਾਜ ਕਹਿੰਦੇ ਨੇ ਹਿਰਸ ਦੀ ਸਿੱਖੀ ਆ। ਵੀ ਇਹ ਬਸ ਇਹ ਲਾਲਚ ਦੀ ਸਿੱਖੀ ਆ ਵੀ ਉਹਨੇ ਕੀਤਾ ਤੇ ਮੈਂ ਕਿਉਂ ਪਿੱਛੇ ਰਵਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਲੋਕਾਂ ਨੂੰ ਵੇਖ ਕਰਕੇ ਸਿੱਖੀ ਧਾਰਨ ਕਰਨੀ, ਅੰਮ੍ਰਿਤ ਛਕਣਾ, ਇਹ ਹਿਰਸ ਦੀ ਸਿੱਖੀ ਆ। ਸੋਜੀ ਕੁਛ ਨਾ ਆਪ ਕੋ ਆਈ, ਆਪਣੇ ਆਪ ਨੂੰ ਕੋਈ ਸੋਝੀ ਨਹੀਂ ਆਈ, ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ ਹੈ ਵੀ ਮੈਂ ਅੰਮ੍ਰਿਤ ਕਿਉਂ ਛਕ ਰਿਹਾ, ਅੰਮ੍ਰਿਤ ਦਾ ਮਾਇਨਾ ਕੀ ਹੈ, ਸਿੱਖ ਬਣਨ ਦਾ ਕੀ ਲਾਭ ਹੈ, ਵੀ ਸਿੱਖ ਬਣਨਾ ਕਿਉਂ ਹੈ, ਇਸ ਗੱਲ ਦਾ ਨਹੀਂ ਪਤਾ। ਬਸ ਵੀ ਉਹਨਾਂ ਫਲਾਨਿਆਂ ਨੇ ਇਦਾਂ ਕੀਤਾ ਵੀ ਅਸੀਂ ਪਿੱਛੇ ਕਿਉਂ ਰਹੀਏ, ਇਦਾਂ ਅੰਮ੍ਰਿਤ ਛਕ ਕੇ ਸਿੰਘ ਬਣ ਗਏ। ਨਹੀਂ ਸਿੱਖ ਲੈ ਗੁਰਮਤਿ ਪਾਈ, ਨਾ ਕਹਿੰਦੇ ਕੋਈ ਗੁਰੂ ਮਹਾਰਾਜ ਦੀ ਸਿੱਖਿਆ ਲਈ ਆ, ਨਾ ਹੀ ਸਿੱਖਿਆ ਲੈ ਕੇ ਸਤਿਗੁਰਾਂ ਦੇ ਕੋਲੋਂ ਕੋਈ ਗੁਰਮਤਿ ਧਾਰਨ ਕੀਤੀ ਆ। ਸੰਗਤ ਮੈਂ ਬੈਠਿਓ ਜਾਏ, ਨਾ ਕਦੀ ਉਹ ਤੀਸਰੀ ਤਰ੍ਹਾਂ ਦਾ ਜਿਹੜਾ ਸਿੱਖ ਹੈ, ਹਿਰਸੀ ਸਿੱਖੀ ਜਿਹਦੀ ਹੈ ਵੀ ਸੰਗਤ ਵਿੱਚ ਵੀ ਜਾ ਕੇ ਕਿਤੇ ਬਹਿੰਦਾ ਨਹੀਂ ਵੀ ਕੋਈ ਕਥਾ ਕੀਰਤਨ ਮੇਰੇ ਕੰਨੀ ਪਵੇ। ਗੁਰਪਾਲ ਕੋ ਭੇਦ ਨਾ ਪਾਏ, ਗੱਲ ਕੀ ਵੀ ਉਹਨਾਂ ਲੋਕਾਂ ਨੇ ਜਿਨ੍ਹਾਂ ਵੇਖਾ ਵੇਖੀ ਵੀ ਸਾਰੇ ਪਿੰਡ ਨੇ ਇੰਨੇ ਲੋਕਾਂ ਛਕਿਆ ਵੀ ਅਸੀਂ ਵੀ ਅੰਮ੍ਰਿਤ ਛਕਣਾ, ਉਹਨਾਂ ਨੇ ਗੁਰੂ ਮਹਾਰਾਜ ਦੇ ਅੰਮ੍ਰਿਤ ਦੀ ਮਰਿਆਦਾ ਦਾ ਭੇਦ ਹੀ ਨਹੀਂ ਪਾਇਆ ਵੀ ਅੰਮ੍ਰਿਤ ਦੀ ਮਰਿਆਦਾ ਕੀ ਹੈ। ਜੇ ਸਾਧ ਸੰਗਤ ਅੰਮ੍ਰਿਤ ਦੀ ਮਰਿਆਦਾ ਦਾ ਭੇਦ ਪਾਇਆ ਹੋਵੇ, ਵੀ ਕਈ ਲੋਕ ਆਪਾਂ ਕਹਿ ਦਿੰਦੇ ਨਾ ਵੀ ਫਲਾਣੇ ਨੇ ਗਾਤਰਾ ਕਿਰਪਾਨ ਪਾਇਆ ਅੰਮ੍ਰਿਤ ਛਕਿਆ ਏ ਤੇ ਉਹ ਠੇਕੇ ਦੇ ਅੱਗੇ ਖਲੋਤਾ, ਉਹ ਠੇਕੇ ਦੇ ਅੱਗੇ ਖਲੋਂਦਾ ਕਿਉਂ? ਜੇ ਉਹਨੂੰ ਪਤਾ ਹੁੰਦਾ ਵੀ ਅੰਮ੍ਰਿਤ ਦੀ ਮਹਾਨਤਾ ਕੀ ਹੈ, ਜਿਹਨੂੰ ਅੰਮ੍ਰਿਤ ਦੀ ਮਰਿਆਦਾ ਦਾ ਪਤਾ ਹੁੰਦਾ ਵੀ 5 ਚੂਲੇ ਨੇਤਰਾਂ 'ਚ ਮਾਰੇ ਨੇ, 5 ਮੁਖ ਵਿੱਚ ਪਹਿਲਾਂ ਪਾਏ ਨੇ, 5 ਸਿਰ ਵਿੱਚ ਪਾਏ ਨੇ, ਵੀ ਮਹਾਰਾਜ ਸਾਹਿਬ ਜੀ ਨੇ ਮੈਨੂੰ ਸੋਹਣਾ ਜੀਵਨ ਬਖਸ਼ਿਆ ਏ ਵੀ ਅੱਜ ਇਹ ਅੰਮ੍ਰਿਤ ਛਕ ਲਿਆ, ਇਹ ਖੰਡੇ ਦੀ ਪੌਲ ਲੈ ਲਈ ਹੈ, ਹੁਣ ਮੈਂ ਹੋਰ ਗੰਦੀਆਂ ਚੀਜ਼ਾਂ ਇਹ ਮੁਖ ਰਾਹੀਂ ਨਹੀਂ ਪਾਉਣੀਆਂ।
ਅੱਖਾਂ ਵਿੱਚ ਗੁਰੂ ਦੇ ਅੰਮ੍ਰਿਤ ਦੇ ਛਿੱਟੇ ਵੱਜ ਗਏ ਨੇ। ਇਹਨਾਂ ਅੱਖਾਂ ਦੇ ਨਾਲ ਮੈਂ ਕੋਈ ਹੁਣ ਭੈੜੀ ਚੀਜ਼ ਨਹੀਂ ਵੇਖਣੀ, ਕੇਵਲ ਸੰਗਤ ਦੇ ਦਰਸ਼ਨ ਕਰਨੇ ਨੇ। ਸਿਰ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਪੈ ਗਏ ਨੇ। ਇਹ ਜਿਹੜਾ ਸਿਰ ਹੈ ਇਹ ਮੈਂ ਥਾਂ ਥਾਂ ਤੇ ਨਹੀਂ ਨਿਭਾਉਣਾ। ਜੇ ਇਹ ਗੱਲ ਦੀ ਸਮਝ ਆ ਜਾਵੇ, ਕਈ ਵਾਰ ਵੇਖਦੇ ਕਹਿੰਦੇ ਵੀ ਅੰਮ੍ਰਿਤਧਾਰੀ ਹੈ, ਸਾਨੂੰ ਬਸ ਬਾਹਰ ਦਾ ਭੁਲੇਖਾ ਪੈਂਦਾ। ਸਿੱਖੀ 5 ਤਰ੍ਹਾਂ ਦੀ ਹੈ। ਹੁਣ ਇਹ ਵੇਖਣਾ ਪਊ ਵੀ ਇਹਨੇ ਸਿੱਖੀ ਕਿਹੋ ਜਿਹੀ ਧਾਰੀ ਹੈ, ਤਾਂ ਆਪਣੇ ਆਪ ਪਤਾ ਲੱਗੂ ਵੀ ਉਹ ਲਾਲਾਂ ਵਾਲੇ ਪੀਰ ਦੀ ਕਬਰ ਤੇ ਜਾ ਕੇ ਵੀ ਮੱਥਾ ਟੇਕਦਾ, ਉੱਥੇ ਨੱਕ ਰਗੜਦਾ। ਕਦੀ ਕਹਿ ਹੁੰਦਾ ਵੀ ਮੰਗਲਵਾਰ ਆ ਗਿਆ, ਮਾਤਾ ਰਾਣੀ ਦੇ ਚੁੰਨੀ ਚੜਾਉਣ ਜਾਣਾ ਹੈ। ਕਦੀ ਚਿੰਤਪੁਰਨੀ ਦੇ ਚਲੇ ਗਿਆ, ਕਦੀ ਕਿਸੇ ਕਬਰ ਤੇ ਜਾ ਕੇ ਮੱਥਾ ਟੇਕ ਆਇਆ, ਕਦੀ ਕਿਤੇ ਜਾ ਕੇ ਨਮਸਕਾਰ ਕਰ ਆਇਆ। ਇਹ ਕਾਰਨ ਇਹ ਆ ਵੀ ਅੰਮ੍ਰਿਤ ਦੀ ਮਰਿਆਦਾ ਉਹਨੇ ਸਮਝੀ ਨਹੀਂ। ਅੰਮ੍ਰਿਤ ਛਕ ਤਾਂ ਲਿਆ, ਪਰ ਅੰਮ੍ਰਿਤ ਛਕਣ ਤੋਂ ਬਾਅਦ ਵੀ ਕਹਿੰਦੇ ਵੀ ਗਲਤ ਕੰਮ ਕਰਦਾ। ਇਹਦਾ ਕਾਰਨ ਹੈ ਵੀ ਉਹਨੇ ਅੰਮ੍ਰਿਤ ਦੀ ਮਰਿਆਦਾ ਦਾ ਭੇਦ ਜਾਣਿਆ ਹੀ ਨਹੀਂ। ਜਿਹਨੂੰ ਪਤਾ ਹੋਵੇ ਉਹਨੂੰ ਤਾਂ ਇਹ ਹੁੰਦਾ ਹੈ ਵੀ ਮੈਂ ਹੁਣ ਮਹਾਰਾਜ ਸਾਹਿਬ ਜੀ ਦੀ ਸ਼ਰਨ ਆ ਗਿਆ। पाए गए जब ते तुमरे तब ते को आँख तरे नहीं आने और राम रहीन पुराण कुरान अनेक कह मत एक न मान्यो सिमरत शास्त्र वेद सब बहु भेद कहे हम एक न जान्यो श्री असपान कृपा तुमरी कर मैं न कहो सब तोहे बखाने हो। कहते भी खालसा तो वह है ਜਿਹੜਾ ਇੱਕ ਵਾਰ ਗੁਰੂ ਦੀ ਸ਼ਰਨ ਪੈ ਗਿਆ, ਫਿਰ ਹੋਰ ਕਿਸੇ ਦੇ ਅੱਗੇ ਜਾ ਕੇ ਸਿਰ ਨਾ ਨਵਾਵੇ, ਹੋਰ ਕਿਸੇ ਮੜੀ ਕਬਰ ਦੇ ਅੱਗੇ ਜਾ ਕੇ ਮੱਥਾ ਨਾ ਟੇਕੇ, ਹੋਰ ਕਿਤੇ ਕਹਿੰਦੇ ਡੇਰਿਆਂ ਦੇ ਜਾ ਕੇ ਨੱਕ ਨਾ ਰਗੜਦਾ ਫਿਰੇ। ਤੇ ਜਿਹੜਾ ਇਦਾਂ ਕਰਦਾ ਹੈ ਉਹਨੇ ਅੰਮ੍ਰਿਤ ਦੀ ਮਰਿਆਦਾ ਦਾ ਭੇਦ ਹੀ ਨਹੀਂ ਪਾਇਆ। ਇਹ ਤੀਸਰੀ ਤਰ੍ਹਾਂ ਦੀ ਸਿੱਖੀ ਇਹਨੂੰ ਕਹਿੰਦੇ ਨੇ ਹਿਰਸ ਦੀ ਸਿੱਖੀ। ਵੀ ਲੋਕਾਂ ਦੇ ਵਿੱਚ ਇਹ ਚਾਲ ਚੱਲਣ ਵੇਖ ਕੇ ਵੀ ਇਸ ਪਾਸੇ ਦਾ ਰੁਝਾਨ ਜਿਹਾ ਹੈ ਤੇ ਰੁਝਾਨ ਜਿਹਾ ਵੇਖਿਆ, ਰੁਝਾਨ ਜਿਹਾ ਵੇਖ ਕੇ ਅੰਮ੍ਰਿਤ ਛਕ ਲਿਆ, ਪਰ ਨਾ ਗੁਰੂ ਦੀ ਮੱਤ ਮੰਨੀ, ਨਾ ਗੁਰੂ ਦਾ ਸ਼ਬਦ ਵਸਾਇਆ ਦਿਲ ਵਿੱਚ, ਨਾ ਮਰਿਆਦਾ ਪਤਾ ਲੱਗੀ ਵੀ ਅੰਮ੍ਰਿਤ ਛਕ ਕੇ ਤੇ ਮੈਂ ਹੁਣ ਮਹਾਰਾਜ ਦੀ ਮਰਿਆਦਾ ਰੱਖਣੀ। ਕਈ ਵਾਰਾਂ ਤਾਂ ਹੈਰਾਨੀ ਹੁੰਦੀ ਵੀ ਕਈਆਂ ਦੇ ਜਿਹੜਾ ਦਾੜਾ ਹੈ ਨਾ ਉਹ ਵੀ ਕਟਿੰਗ ਜਿਹਾ ਹੁੰਦਾ ਹੈ ਤੇ ਗਾਤਰਾ ਪਾਇਆ ਹੁੰਦਾ। ਜੇ ਪੁੱਛੀਏ ਵੀ ਅੰਮ੍ਰਿਤ, ਉਹ ਕਹਿੰਦੇ ਜੇ 5-7 ਦਿਨ ਪਹਿਲਾਂ ਹੀ ਛਕਿਆ ਹੈ। ਬਾਰੇ ਜਾਈਏ ਉਹਨਾਂ ਛਕਾਉਣ ਵਾਲਿਆਂ ਤੋਂ ਵੀ ਤੁਹਾਨੂੰ ਮਰਿਆਦਾ ਦਾ ਨਹੀਂ ਪਤਾ ਵੀ ਜੇ ਕੋਈ ਅੰਮ੍ਰਿਤ ਛਕਣਾ ਚਾਹੁੰਦਾ ਏ, ਜੇ ਕੋਈ ਘਰ ਵਾਪਸੀ ਕਰਨੀ ਚਾਹੁੰਦਾ ਏ, ਉਹਨੂੰ ਜਿਉਂ ਆਇਆ ਉਹਨੂੰ ਆਦਰ ਦਿਓ। ਜੇ ਕੋਈ ਕਹਿੰਦਾ ਵੀ ਮੈਂ ਅੰਮ੍ਰਿਤ ਛਕਣਾ, ਉਹਨੂੰ ਸਤਿਕਾਰ ਦਿਓ ਵੀ ਧੰਨ ਭਾਗ ਹੈ ਗੁਰਸਿੱਖਾ, ਵਾਪਸ ਘਰੇ ਮੁੜ ਆਇਆ ਏ। ਪਰ ਹਾਲਾਂ 10-20 ਦਿਨ 30 ਦਿਨ ਕਹਿੰਦੇ ਵੀ ਕੇਸ ਵੱਧ ਲੈਣ ਦੇ, ਸੇਵਾ ਕਰਿਆ ਕਰ, ਸੰਗਤ ਵਿੱਚ ਬੈਠਿਆ ਕਰ। ਲੋਹੇ ਦੇ ਖੰਡੇ ਨਾਲ ਲੋਹੇ ਦੇ ਬਾਟੇ, ਜੋ ਅੰਮ੍ਰਿਤ ਛਕਣਾ ਹੈ ਲੋਹੇ ਦੇ ਬਾਟੇ ਮਾਂਜਣੇ ਹੀ ਸਿੱਖ ਲਾ। ਪਹਿਲਾਂ ਲੋਹੇ ਦਾ ਬਾਟਾ ਮਾਂਜਣਾ ਸਿੱਖ, ਕੋਈ ਲੰਗਰ ਦੀ ਸੇਵਾ ਕਰ, ਕੋਈ ਜੋੜੇ ਝਾੜ ਲੈ, ਤੇ ਫਿਰ ਕਹਿੰਦੇ ਵੀ ਤੂੰ ਅੰਮ੍ਰਿਤ ਛਕ ਲਈ। ਦੇਰ ਨਹੀਂ ਕਰਨੀ ਚਾਹੀਦੀ। ਸਵਾਸਾਂ ਦਾ ਕੀ ਪਤਾ ਹੈ ਵੀ ਕਦੋਂ ਇਹ ਮੁੱਕ ਜਾਣ। ਪਰ ਜੇ ਕੋਈ ਪਤਤੀ ਰਿਹਾ ਹੈ ਪਹਿਲਾਂ, ਜਿਹਨੇ ਮੂੰਹ ਸਿਰ ਮਨਾਇਆ, ਕੋਈ ਮਰਿਆਦਾ ਦਾ ਨਹੀਂ ਪਤਾ, ਉਹਨੂੰ ਜਿਉਂ ਆਇਆ ਕਹਿ ਕੇ ਸਤਿਕਾਰ ਦਿਓ, ਪਰ ਫਿਰ ਵੀ ਉਹਨੂੰ ਕਹੋ ਵੀ ਪਹਿਲਾਂ ਕੁਝ ਮਰਿਆਦਾ ਦੇ ਸਿੱਖ ਲਾ। ਇਹੀ ਕਾਰਨ ਹੈ ਵੀ ਜਿਹੜਾ ਆਇਆ ਉਹਨੂੰ ਅੰਮ੍ਰਿਤ ਛਕਾਤਾ, ਫਿਰ ਉਹ ਠੇਕਿਆਂ ਤੇ ਤੁਰੇ ਫਿਰਦੇ। ਫਿਰ ਕਹਿੰਦੇ ਵੀ ਇਹ ਵੀ ਫਲਾਣਾ ਅੰਮ੍ਰਿਤਧਾਰੀ ਹੋ ਕੇ ਠੱਗੀਆਂ ਮਾਰਦਾ, ਉਹ ਠੱਗੀਆਂ ਹੀ ਮਾਰੂਗਾ। ਉਹਨੇ ਤਾਂ ਵੇਖਾ ਵੇਖੀ ਗਾਤਰਾ ਪਾਇਆ, ਉਹਨੇ ਮਰਿਆਦਾ ਦਾ ਅੰਮ੍ਰਿਤ ਦਾ ਭੇਦ ਨਹੀਂ ਸਮਝਿਆ। ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਇਹ ਤੀਸਰੀ ਤਰ੍ਹਾਂ ਦੀ ਜਿਹੜੀ ਸਿੱਖੀ ਆ ਨਾ, ਇਹ ਹਿਰਸ ਦੀ ਸਿੱਖੀ ਆ। ਵੀ ਵੇਖੋ ਵੇਖੀ ਆਪਣੇ ਨਗਰ ਆਂਢ ਗੁਆਂਢ ਨੂੰ ਅੰਮ੍ਰਿਤ ਛਕ ਲਿਆ। ਸਤਰਤ ਸਿੱਖੀ ਸਿਦਕੀ ਹੋਈ। ਪਰ ਜਿਹੜੀ ਅੱਗੇ 2 ਤਰ੍ਹਾਂ ਦੀ ਸਿੱਖੀ ਉਹ ਭਲੀ ਸਿੱਖੀ ਹੈ। ਚੌਥੀ ਤਰ੍ਹਾਂ ਦੀ ਸਿੱਖੀ ਇਹ ਹੈ ਵੀ ਜਿਹੜਾ ਸਿਦਕੀ ਹੋ ਕੇ ਰਹਿਣਾ, ਜਿਹੜਾ ਆਪਣੇ ਗੁਰੂ ਦੇ ਪ੍ਰਤੀ ਸਿਦਕ ਕਾਇਮ ਰੱਖਣਾ। ਗੁਰ ਬਿਨ ਅਪਰ ਨਾ ਮਾਨੈ ਕੋਈ। ਐਸਾ ਸਿੱਖ ਦੇ ਅੰਦਰ ਸਿਦਕ ਹੋਵੇ ਵੀ ਆਪਣੇ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਮੰਨੇ ਹੀ ਨਾ। ਬਸ ਗੁਰੂ ਗੁਰੂ ਜਪੇ, ਗੁਰੂ ਗੁਰੂ ਗੁਰ ਜਪ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬਿਨ ਅਪਰ ਨਾ ਮਾਨੈ ਕੋਈ। ਗੁਰੂ ਤੋਂ ਬਗੈਰ ਕਹਿੰਦੇ ਕਿਸੇ ਹੋਰ ਨੂੰ ਜਾਣੇ ਹੀ ਨਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਹੋਣਗੇ ਦੇਵੀ ਦੇਵਤੇ ਵੱਡੇ, ਸਭ ਦੇ ਅਵਤਾਰ ਹੋਣਗੇ ਸਤਿਕਾਰਯੋਗ। ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਪਰ ਸਿੱਖ ਦਾ ਸਿਦਕ ਹੋਵੇ। ਮੈਂ ਨਾ ਗਣੇਸ਼ੈ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨ ਧਿਆਉ। ਕਾਨ ਸੁਨੇ
ਪਹਿਚਾਨ 300 ਲਿਵ ਲਾਗੀ ਮੋਰੀ ਪਗ 100। ਸਿੱਖ ਦਾ ਤਾਂ ਸਿਦਕ ਹੋਵੇ ਵੀ ਇਹ ਸੱਚੇ ਪਾਤਸ਼ਾਹ ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਸਿਦਕੀ ਸਿੱਖਾਂ ਦੀਆਂ ਨਿਸ਼ਾਨੀਆਂ ਨੇ। ਜਿਹੜੇ ਚੌਥੀ ਤਰ੍ਹਾਂ ਦੀ ਸਿੱਖੀ ਆ ਉਹ ਸਿਦਕ ਦੀ ਸਿੱਖੀ ਹੈ। ਆਪਣੇ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਮੰਨੇ ਹੀ ਨਾ, ਆਪਣੇ ਗੁਰੂ ਦੇ ਬਰਾਬਰ ਦਾ ਹੋਰ ਕਿਸੇ ਨੂੰ ਜਾਣੇ ਨਾ। ਜੀਵਨ ਮਰਨ ਮਿਕੈ ਮੁਰ ਸ਼ਰਣੀ। ਵਾਹਿਗੁਰੂ ਸਤਿਗੁਰੂ ਮਹਾਰਾਜ ਕਹਿੰਦੇ ਜੀਵਨ ਮਰਨ, ਜੰਮਣ ਤੋਂ ਲੈ ਕੇ ਮਰਨ ਤੀਕਰ ਗੁਰੂ ਦੀ ਸ਼ਰਨ ਪਿਆ ਰਵੇ। ਭਾਵੇਂ ਸਾਰੀ ਉਮਰ ਕਹਿੰਦੇ ਸੁੱਖ ਨਾਲ ਜਿਉਂਦਾ ਰਹੇ ਤੇ ਭਾਵੇਂ ਮਰਨਾ ਵੀ ਹੋ ਜਾਵੇ, ਮਰਨ ਤੀਕਰ ਆਪਣੇ ਗੁਰੂ ਦਾ ਦਰ ਨਾ ਛੱਡੇ। ਜੰਮਣ ਮਰਨ ਤੋਂ ਲੈ ਕੇ ਸਦਾ ਹੀ ਗੁਰੂ ਦੀ ਸ਼ਰਨ ਗ੍ਰਹਿਣ ਕਰੇ। ਇਹ ਭਾਵਨਾ ਹੋਵੇ ਮਹਾਰਾਜ ਮੈਂ ਤੇਰੀ ਸ਼ਰਨ ਆ ਗਿਆ ਹਾਂ, ਮੇਰੇ ਵਿੱਚ ਗੁਣ ਤਾਂ ਕੋਈ ਨਹੀਂ ਹੈ, ਨਾ ਹੋ ਜਦੀ ਸਦੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਐਸੀ ਭਾਵਨਾ ਹੋਵੇ ਸਗਲ ਦੁਆਰ ਕਉ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇਹ ਸਿਦਕ ਰੱਖ ਕੇ ਕਹਿੰਦੇ ਜੰਮਣ ਮਰਨ ਤੱਕ ਹਰੇਕ ਸਮੇਂ ਦੇ ਵਿੱਚ ਗੁਰੂ ਦੀ ਸ਼ਰਨ ਪਿਆ ਰਹੇ। ਅਜੈ ਨਾ ਜਿਮ ਪ੍ਰਵਾਹੇ ਮੈਂ ਤਰਣੀ। ਕਹਿੰਦੇ ਗੁਰੂ ਦੀ ਸ਼ਰਨ ਏਦਾਂ ਨਾ ਛੱਡੇ। ਕਹਿੰਦੇ ਜਿਸ ਤਰ੍ਹਾਂ ਕੋਈ ਬੇੜੀ ਵਿੱਚ ਚੜਿਆ ਜਾਂਦਾ ਹੋਵੇ ਨਦੀ ਦੇ ਵਿਚਕਾਰ, ਉਹ ਕਦੀ ਬੇੜੀ ਥੋੜਾ ਛੱਡਦਾ ਹੁੰਦਾ। ਬੇੜੀ ਦੇ ਵਿੱਚ ਜਿਹੜਾ ਬੰਦਾ ਬੈਠਾ ਏ ਉਹ ਕੋਈ ਦਰਿਆ ਕੋਈ ਨਦੀ ਪਾਰ ਕਰਨ ਵਾਸਤੇ ਬੈਠਾ ਏ, ਪਰ ਵਿਚਕਾਰ ਜਾ ਕੇ ਉਹ ਤੋਂ ਛਾਲ ਥੋੜਾ ਮਾਰ ਦਿੰਦਾ। ਜਿਹੜਾ ਮਾਰੇਗਾ ਉਹਨੂੰ ਪਤਾ ਮੈਂ ਡੁੱਬਾਂਗਾ, ਮੈਂ ਮਰਾਂਗਾ। ਤੇ ਕਲਗੀਧਰ ਸਾਹਿਬ ਕਹਿੰਦੇ ਗੁਰਸਿੱਖੋ ਜਿਵੇਂ ਕੋਈ ਬੇੜੀ ਦੇ ਵਿੱਚ ਬੈਠ ਕੇ ਨਦੀ ਵਿੱਚ ਤੈਰਦਾ ਹੋਵੇ ਤੇ ਜਿੰਨਾ ਚਿਰ ਉਹ ਨਦੀ ਦੇ ਪ੍ਰਵਾਹ ਦੇ ਵਿੱਚ ਹੁੰਦਾ ਹੈ ਨਾ, ਉਹਨਾਂ ਚਿਰ ਬੇੜੀ ਤੋਂ ਹੇਠਾਂ ਨਹੀਂ ਉਤਰਦਾ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਗੁਰੂ ਨਾਨਕ ਦੀ ਸਿੱਖੀ ਰੂਪੀ ਬੇੜੀ ਦੇ ਵਿੱਚ ਸਵਾਰ ਹੋ ਕੇ ਰਹੀਏ। ਕਦੀ ਵੀ ਮਹਾਰਾਜ ਤੋਂ ਬੇਮੁਖ ਹੋਣ ਰੂਪੀ ਛਾਲ ਨਹੀਂ ਮਾਰਨੀ ਚਾਹੀਦੀ, ਕਿਉਂਕਿ ਜਿਹੜਾ ਬੇੜੀ ਦੇ ਵਿਚਕਾਰ ਛਾਲ ਮਾਰਦਾ ਹੈ ਉਹ ਡੁੱਬੇਗਾ। ਐਵੇਂ ਜਿਹੜਾ ਗੁਰੂ ਨਾਨਕ ਦੀ ਸਿੱਖੀ ਨੂੰ ਛੱਡਦਾ ਏ ਉਹ ਜ਼ਰੂਰ ਨਰਕਾਂ ਵਿੱਚ ਗੋਤੇ ਖਾਏਗਾ। ਇਸ ਕਰਕੇ ਬੇੜੀ ਤੇ ਚੜੇ ਹੋਏ ਇਨਸਾਨ ਦੀ ਨਿਆਈ ਉਹ ਕਦੀ ਵੀ ਤਿਆਗ ਨਹੀਂ ਕਰਦਾ ਨਦੀ ਦੇ ਵਿਚਕਾਰ। ਸਿੱਖੀ ਨਹੀਂ ਤਿਆਗਣੀ ਚਾਹੀਦੀ। ਇਹ ਸਿੱਧਕੀ ਸਿੱਖ ਹੈ। ਜਾਣੇ ਲੱਗ ਸਦਾ ਨਿਭਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਿਰ ਜਾਣ ਤੀਕਰ ਵੀ ਸਿੱਖੀ ਨਿਭਾਵੇ। ਇਹ ਹੈ ਗੁਰਸਿੱਖਾਂ ਦੇ ਫਰਜ਼। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਿਰ ਵੱਢਿਆ ਗਿਆ, ਧੜ ਦੇ ਨਾਲ ਵਲਗ ਹੋ ਗਿਆ, ਪਰ ਫੇਰ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਿਰ ਲੱਥੇ ਤੋਂ ਵੀ ਖੰਡਾ ਖੜਕਾਇਆ, ਹਰਮੰਦਰ ਸਾਹਿਬ ਆਜ਼ਾਦ ਕਰਾਇਆ ਜਰਵਾਣਿਆਂ ਦੇ ਕੋਲੋਂ। ਕਹਿੰਦੇ ਇਹ ਭਾਵਨਾ ਹੋਵੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੇ। ਕਹਿੰਦੇ ਸਿਰ ਦੇਣ ਲੱਗਿਆ ਵੀ ਕਿਸੇ ਤਰ੍ਹਾਂ ਦੀ ਕਾਣ ਕਨੌੜ ਨਾ ਕਰੇ। ਐਡਾ ਸਿੱਧਕੀ ਹੋਵੇ ਵੀ ਜੇ ਸਿੱਖ ਵੀ ਦੇਣਾ ਪਵੇ ਵਾਹਿਗੁਰੂ, ਜੇ ਸਿੱਖ ਨੂੰ ਸਿਰ ਵੀ ਦੇਣਾ ਪਵੇ ਆਪਣੇ ਗੁਰੂ ਵਾਸਤੇ, ਕਹਿੰਦੇ ਵੀ ਸਿਰ ਵੀ ਦੇ ਦਵੇ ਪਰ ਆਪਣਾ ਸਿਦਕ ਨਾ ਹਾਰੇ, ਸਿੱਖੀ ਨਾ ਹਾਰੇ। ਤਨ ਮਿਥਿਆ ਲਖ ਕਰ ਜਗ ਮਾਹੇ। ਇਹ ਜਾਣੇ ਵੀ ਜਿਹੜਾ ਮੇਰਾ ਸਰੀਰ ਹੈ ਇਹ ਕਿਤੇ ਬੈਠਾ ਰਹਿਣਾ, ਇਹਦਾ ਸਦਾ ਨਹੀਂ ਸੰਸਾਰ ਵਿੱਚ ਰਹਿਣਾ। ਇੱਕ ਦਿਨ ਸਰੀਰ ਨਾਸ ਹੋ ਹੀ ਜਾਣਾ ਹੈ। ਸਿੱਖੀ ਸੱਚ ਪ੍ਰਾਪਤ ਕੀ ਕਰਤਾ। ਕਿਉਂਕਿ ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਹੈ ਇਹ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਾਉਣ ਵਾਲੀ ਹੈ। ਪ੍ਰਾਨਨ ਬਿਨ ਸੁਨ ਲਗ ਧਰਤਾ। ਇਸ ਤਰ੍ਹਾਂ ਜਿਹੜਾ ਸਿੱਧਕੀ ਸਿੱਖ ਹੈ ਕਲਗੀਧਰ ਸਾਹਿਬ ਕਹਿੰਦੇ ਉਹ ਆਪਣੇ ਪ੍ਰਾਣਾਂ ਦੇ ਨਾਸ ਹੋਣ ਤੀਕਰ ਸਿਦਕ ਨਹੀਂ ਹਾਰਦਾ। ਉਹਦੇ ਮਨ ਦੀ ਭਾਵਨਾ ਇਹ ਹੁੰਦੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਪੁਰਾਣਾ ਦੇ ਅਖੀਰ ਤੱਕ
ਤੀਕਰ ਵੀ ਕਹਿੰਦੇ ਵੀ ਉਹ ਆਪਣਾ ਸਿੱਖੀ ਵਾਲਾ ਸਿਦਕ ਨਹੀਂ ਛੱਡਦਾ। ਭਾਈ ਸੁਬੇਗ ਸਿੰਘ ਨੂੰ ਹਾਕਮ ਕਹਿਣ ਲੱਗੇ, ਸੁਬੇਗ ਸਿੰਘ ਤੇਰਾ 17 ਵਰਿਆਂ ਦਾ ਉਹ ਕਹਿੰਦੇ ਵੀ ਪੁੱਤਰ ਹੈ ਸਹਿਬਾਜ ਸਿੰਘ, ਇਹਨੇ ਹਾਲਾ ਜ਼ਿੰਦਗੀ ਨਹੀਂ ਵੇਖੀ, ਆਪਣੀ ਕੁੱਲ ਰੱਖ ਲਾ, ਜੇ ਤੂੰ ਮੁਸਲਮਾਨ ਬਣ ਜਾਵੇ ਤੈਨੂੰ ਅਸੀਂ ਬਖਸ਼ ਦੇਵਾਂਗੇ, ਤੇਰੇ ਪੁੱਤਰ ਨੂੰ ਬਖਸ਼ ਦੇਵਾਂਗੇ, ਤੇਰੇ ਪੁੱਤਰ ਦੇ ਅੱਗੇ ਨਿਆਣੇ ਹੋਣਗੇ, ਤੇਰੀ ਕੁੱਲ ਤੇਰੀ ਬੰਸ ਚੱਲਦੀ ਰਹੇਗੀ, ਆਪਣੀ ਬੰਸ ਰੱਖ ਲੈ। ਤੇ ਭਾਈ ਸੁਬੇਗ ਸਿੰਘ ਕਹਿਣ ਲੱਗੇ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਕਹਿੰਦੇ ਸਾਡੇ ਕਰਕੇ ਸਾਡੇ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਦਿੱਤਾ, ਹੁਣ ਅਸੀਂ ਆਪਣੀ ਸਿੱਖੀ ਸਿਦਕ ਨੂੰ ਹਾਰ ਕੇ, ਆਪਣੀ ਸਿੱਖੀ ਛੱਡ ਕੇ ਆਪਣਾ ਖਾਨਦਾਨ ਬਚਾਉਂਦੇ ਰਹੀਏ ਤੇ ਸਾਡੀ ਕੀ ਵਡਿਆਈ ਹੋਵੇਗੀ। ਇੱਦਾਂ ਦੇ ਸਿਦਕੀ ਸਿੱਖ ਹੋਏ ਨੇ, ਚਰਖੜੀਆਂ ਤੇ ਚੜ ਕੇ ਸ਼ਹੀਦ ਹੋ ਗਏ, ਪਰ ਸਾਧ ਸੰਗਤ ਆਪਣਾ ਸਿਦਕ ਨਾ ਹਾਰਿਆ। ਵਿਘਨ ਅਨੇਕ ਕਸ਼ਟ ਸਹਿ ਸਾਰੇ, ਭਾਵੇਂ ਅਨੇਕਾਂ ਜੀਵਨ ਦੇ ਵਿੱਚ ਵਿਘਨ ਆ ਜਾਣ, ਭਾਵੇਂ ਕਸ਼ਟ ਵੀ ਆ ਜਾਣ, ਕਦੀ ਡੋਲੇ ਨਾ। ਕਈ ਤਾਂ ਥੋੜਾ ਜਿਹਾ ਵਿਘਨ ਆਉਂਦਾ ਹੈ, ਗਾਤਰੇ ਲਾ ਕੇ ਕਹਿੰਦੇ ਅਸੀਂ ਤਾਂ ਬਣ ਲੱਗੇ ਈਸਾਈ, ਅਸੀਂ ਤਾਂ ਬਣ ਲੱਗੇ ਫਲਾਣੇ ਧਰਮ ਚੱਲੇ, ਉੱਥੋਂ ਸਾਨੂੰ ਪੈਸੇ ਮਿਲਦੇ ਆ। ਤੇ ਜਿਹਨੇ ਪੈਸਿਆਂ ਦੇ ਲਾਲਚ ਵਿੱਚ ਜਾਣਾ ਹੈ ਉਹਨੂੰ ਕਦੀ ਨਾ ਰੋਕੋ, ਕਿਉਂਕਿ ਉਹਦਾ ਮੁੱਖ ਮਕਸਦ ਕੇਵਲ ਮਾਇਆ ਹੈ, ਪੈਸਾ ਹੈ। ਗੁਰੂ ਕਾ ਸਿੱਖ ਤਾਂ ਉਹ ਹੈ ਜਿਹੜਾ ਭੁੱਖ ਦਾ ਦੁੱਖ ਜਾਣੇ। ਉਹ ਘੋੜਿਆਂ ਦੀਆਂ ਕਾਠੀਆਂ ਦੇ ਰਾਤ ਦਿਨ ਰਹਿੰਦੇ ਰਹੇ, ਉਹਨਾਂ ਕਦੇ ਆਪਣਾ ਧਰਮ ਛੱਡਤਾ। ਅੱਜ ਕੱਲ੍ਹ ਘਰਾਂ ਦੇ ਵਿੱਚ ਬੈਠੇ ਹੀ ਕਹਿੰਦੇ ਵੀ ਸਾਨੂੰ ਉੱਧਰੋਂ ਇੰਨੇ ਪੈਸੇ ਮਿਲ ਰਹੇ, ਅਸੀਂ ਉਹਨਾਂ ਵਿੱਚ ਜਾ ਕੇ ਸ਼ਾਮਲ ਹੋਵਾਂਗੇ। ਨਹੀਂ, ਗੁਰੂ ਕਾ ਸਿੱਧਕੀ ਸਿੱਖ ਉਹ ਹੈ, ਕਹਿੰਦੇ ਅਨੇਕਾਂ ਸਰੀਰ ਤੇ ਕਸ਼ਟ ਆ ਜਾਣ, ਵਿਘਨ ਆ ਜਾਣ, ਪਰ ਫੇਰ ਵੀ ਕਹਿੰਦੇ ਵੀ ਸਿਦਕ ਨਾ ਹਾਰੇ। ਗਾਡੋ ਸਿਦਕ ਨਹੀਂ ਨਿਰਵਾਰੇ, ਤਗੜਾ ਸਿੱਖ ਸਿਦਕੀ ਹੋਣਾ ਚਾਹੀਦਾ ਹੈ, ਕਦੀ ਵੀ ਆਪਣਾ ਸਿਦਕ ਨਿਰਵਾਰੇ ਨਾ, ਡੋਲੇ ਨਾ ਕਿਸੇ ਬਿਪਤਾ ਦੇ ਸਮੇਂ। ਪਲ ਮੈਂ ਸਿਰ ਦੇ ਸਿਦਕ ਨਾ ਖੋਵੈ, ਇਸ ਤਰ੍ਹਾਂ ਕਹਿੰਦੇ ਵੀ ਪਲ ਮੈਂ ਸਿਰ ਦੇ, ਪਲ ਦੇ ਵਿੱਚ ਹੀ ਜੇ ਗੁਰੂ ਨੂੰ ਸਿਰ ਦੀ ਲੋੜ ਪਵੇ, ਕਹਿੰਦੇ ਸਿਰ ਦੇ ਦਵੇ ਤੇ ਸਿਦਕ ਨਾ ਆਪਣਾ ਹਾਰੇ। ਸੋ ਸਿੱਖ ਮੇਰੋ ਪੂਰਨ ਹੋਵੇ, ਉਹ ਮਹਾਰਾਜ ਕਹਿੰਦੇ ਮੇਰਾ ਪੂਰਨ ਸਿੱਖ ਹੈ ਜਿਹੜਾ ਸਿਦਕ ਦੇ ਵਿੱਚ ਭਰੋਸੇ ਦੇ ਵਿੱਚ ਰਹਿੰਦਾ ਹੈ। ਪੰਚਮ ਸਿੱਖੀ ਭਾਵ ਪਾਈ, ਤੇ ਪੰਜਵੀਂ ਤਰ੍ਹਾਂ ਦੀ ਸਿੱਖੀ ਉਹ ਹੈ ਜਿਹੜਾ ਦਿਲ ਦੇ ਵਿੱਚ ਪ੍ਰੇਮ ਪੈਦਾ ਕਰਨਾ ਹੈ, ਦਿਲ ਵਿੱਚੋਂ ਪ੍ਰੇਮੀ ਹੋਵੇ ਜਿਹੜਾ ਮੇਰਾ ਸਿੱਖ ਹੈ। ਗੁਰ ਮਹਿਮਾ ਪਰ ਸਰਣਾਈ, ਆਪਣੇ ਗੁਰੂ ਦੀ ਮਹਿਮਾ ਜਾਣ ਕੇ ਵੀ ਮੇਰੇ ਗੁਰੂ ਵਰਗਾ ਕੋਈ ਹੋਰ ਨਹੀਂ ਹੈ, ਕਿਉਂਕਿ ਗੁਰੂ ਨਾਨਕ ਗੋਬਿੰਦ ਰੂਪ। ਇਹ ਭਰੋਸਾ ਹੋਵੇ ਵੀ ਗੁਰੂ ਨਾਨਕ ਰੱਬ ਆਪ ਹੀ ਆਏ ਹਨ, ਇਹ ਭਰੋਸਾ ਰੱਖ ਕੇ ਗੁਰੂ ਦੀ ਮਹਿਮਾ ਜਾਣ ਕੇ ਗੁਰੂ ਦੀ ਸ਼ਰਨ ਪਿਆਰ ਵੇ, ਦਿਲੋਂ ਪ੍ਰੇਮ ਕਰੇ। ਇਸ ਦਿਨ ਗੁਰ ਮੂਰਤ ਉਰਤਾਰੀ, ਰਾਤ ਹੋਵੇ ਦਿਨ ਹੋਵੇ ਗੁਰੂ ਦਾ ਸਰੂਪ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖੇ। ਭਾਵ ਸਭ ਸਿੱਖ ਮਝਾਰੀ, ਤੇ ਸਭ ਸਿੱਖਾਂ ਦੇ ਵਿੱਚ ਵੀ ਪ੍ਰੇਮ ਰੱਖੇ ਵੀ ਜਿਹੋ ਜਿਹਾ ਮੇਰਾ ਗੁਰੂ ਨਾਨਕ ਪਾਤਸ਼ਾਹ, ਜਿਹੋ ਜਿਹਾ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ, ਉਸੇ ਤਰ੍ਹਾਂ ਦਾ ਆ ਸਿੱਖ ਮੇਰਾ ਗੁਰੂ ਨਾਨਕ ਦਾ ਰੂਪ। ਸਿੱਖਾਂ ਦੇ ਨਾਲ ਵੀ ਕਹਿੰਦੇ ਪਿਆਰ ਕਰੇ। ਪੰਜ ਪ੍ਰਕਾਰ ਸਿੱਖ ਇਮ ਕਹੇ, ਇਸ ਤਰ੍ਹਾਂ ਕਲਗੀਧਰ ਸਾਹਿਬ ਮਹਾਰਾਜ ਜੀ ਨੇ 5 ਪ੍ਰਕਾਰ ਦੇ ਸਿੱਖ ਕਹੇ। ਧੰਦੇ ਦੀ ਸਿੱਖੀ, ਦੇਖਾ ਦੇਖੀ ਦੀ ਸਿੱਖੀ, ਹਿਰਸ ਲਾਲਚ ਦੀ ਸਿੱਖੀ, ਅਤੇ ਫਿਰ ਸਿਦਕ ਤੇ ਪ੍ਰੇਮ ਦੀ ਸਿੱਖੀ ਆ। ਧਰਮ ਫਲ ਦੀਰਘ ਲਏ, ਆ ਮਹਾਰਾਜ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਜਿਹੜਾ ਇਹਨਾਂ ਜੋ ਪਿਛਲੀ 2 ਤਰ੍ਹਾਂ ਦੀ ਸਿੱਖੀ ਧਾਰਦਾ ਨਾ, ਸਿਦਕ ਤੇ ਪ੍ਰੇਮ ਦੀ ਸਿੱਖੀ ਧਾਰਨ ਕਰਦਾ ਏ, ਉਹਨੂੰ ਬਹੁਤਾ ਲਾਭ ਮਿਲਦਾ ਹੈ। ਜਥਾ ਕਰਮ, ਜਿਹੋ ਜਿਹਾ ਕੋਈ ਕਰਮ ਕਰੇਗਾ ਉਹਨੂੰ ਉਸੇ ਤਰ੍ਹਾਂ ਦਾ ਫਲ ਵੱਡਾ ਹੀ ਮਿਲੂਗਾ। ਜੇ ਕੋਈ ਕਹਿੰਦੇ ਵੀ ਐਵੇਂ ਵੇਖਾ ਵੇਖੀ ਧੋਖਾ ਧੰਦਾ ਹੀ ਕਰੇਗਾ, ਉਹਨੂੰ ਵੀ ਸਜ਼ਾ ਰੂਪੀ ਵੱਡਾ ਹੀ ਫਲ ਮਿਲੇਗਾ। ਜਿਹੜਾ ਸਿਦਕ ਰੂਪੀ ਸਿੱਖੀ ਕਮਾਵੇਗਾ, ਫਲ ਉਹਨੂੰ ਵੀ ਵੱਡਾ ਹੀ ਮਿਲੇਗਾ। ਫਲਤ ਫਲਤ ਮੈਂ ਬਨੋ ਸਾਈ, ਲੋਕ ਪਰਲੋਕ ਵਿੱਚ ਮਹਾਰਾਜ ਕਹਿੰਦੇ ਮੈਂ ਉਹਦਾ ਸਹਾਈ ਹੋਵਾਂਗਾ। ਜਮ ਸੰਕਟ ਤੇ ਲਿਓ ਛੁਟਾਈ, ਤੇ ਜਮਾਂ ਦੀ ਮਾਰ ਤੋਂ, ਜਮਾਂ ਦੇ ਦੁੱਖ ਤੋਂ ਉਹਨਾਂ ਨੂੰ ਮੈਂ ਛੁਡਾ ਲਵਾਂਗਾ। ਇਵੇਂ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਬਾਣੀ ਸ਼ੁੱਧ ਪੜ੍ਹਨ ਦਾ ਮਹਾਤਮ ਦੱਸਿਆ, ਤੇ ਨਾਲ 5 ਤਰ੍ਹਾਂ ਦੀ ਸਿੱਖੀ ਦੱਸੀ। 5 ਤਰ੍ਹਾਂ ਦੇ ਸਿੱਖ ਹੁੰਦੇ ਨੇ ਭਾਈ। ਹੁਣ ਇਹ ਆਪਾਂ ਵੇਖਣਾ ਹੈ ਵੀ ਅਸੀਂ ਧੰਦੇ ਦੀ ਸਿੱਖੀ, ਭਾਈਚਾਰੇ ਨੂੰ ਵੇਖ ਕੇ ਸਿੱਖ ਬਣੇ ਆ, ਜਾਂ ਅਸੀਂ ਕਿਸੇ ਲਾਲਚ ਨੂੰ ਸਿੱਖ ਬਣੇ ਆ, ਜਾਂ ਅਸੀਂ ਕਹਿੰਦੇ ਵੀ ਬਸ ਇਹੀ ਵੇਖ ਕੇ ਵੀ ਸਾਰੇ ਲੋਕ ਇਹਨੂੰ ਤੁਰੇ ਜਾਂਦੇ ਤਾਂ ਸਿੱਖ ਬਣੇ ਆ, ਜਾਂ ਸਾਡੇ ਅੰਦਰ ਸਿਦਕ ਹੈ ਵੀ ਜੋ ਮਰਜ਼ੀ ਹੋਵੇ ਅਸੀਂ ਗੁਰੂ ਦਾ ਦਰ ਨਹੀਂ ਛੱਡਣਾ।
ਸਾਡੇ ਅੰਦਰ ਪਿਆਰ ਹੈ ਕਿ ਜਿਹੋ ਜਿਹਾ ਮੇਰਾ ਗੁਰੂ ਸਤਿਕਾਰਯੋਗ ਹੈ, ਗੁਰੂ ਦੇ ਸਿੱਖ ਵੀ ਮੇਰੇ ਵਾਸਤੇ ਇਹੋ ਜਿਹੇ ਹਨ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਸਿਦਕ ਤੇ ਪ੍ਰੇਮ ਦੀ ਸਿੱਖੀ ਦੀ ਦਾਤ ਬਖਸ਼ਣ। ਮਹਾਰਾਜ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦੇ ਹਾਂ। ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਪਲਤ ਪਲਤ ਮੈਂ ਮਨੋ ਸਾਈ, ਜਮ ਸੰਕਟ ਤੇ ਲਿਓ ਛੁਟਾਈ। ਵਾਹਿਗੁਰੂ